ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਾਹਰ ਪੀਰ ਜਗਤ ਗੁਰ ਬਾਬਾ ਗੁਰੂ ਨਾਨਕ ਸਾਹਿਬ ਦੀਆਂ ਸੰਗਤਾਂ ਦੇ ਚਰਨਾਂ ਦੀ ਧੂੜ। ਦਾਸ ਤੁਹਾਡਾ ਆਪਣਾ ਮਾਂ ਦੇਸਾ ਨੰਦਨ ਜਸਵੀਰ ਸਿੰਘ, ਮੁੱਖ ਸੇਵਾਦਾਰ ਗੁਰਦੁਆਰਾ ਬੁਰਜ ਸਾਹਿਬ ਮਾਈ ਦੇਸਾਂ ਪਾਤਸ਼ਾਹੀ 10ਵੀਂ, ਪਿੰਡ ਚੱਕ ਫਤਿਹ ਸਿੰਘ ਵਾਲਾ, ਨੇੜੇ ਭੁੱਚੋ ਮੰਡੀ, ਜ਼ਿਲ੍ਹਾ ਬਠਿੰਡਾ, ਦੇਸ਼ ਪੰਜਾਬ। ਇਸ ਭਾਗਾਂ ਵਾਲੇ ਸਥਾਨ 'ਤੇ ਰਹਿੰਦਿਆਂ ਬਹੁਤ ਬਖਸ਼ਿਸ਼ਾਂ ਦਾ ਆਨੰਦ ਮਾਣਿਆ। ਕੋਟਾਨ ਕੋਟ ਧੰਨਵਾਦ ਹੈ ਮਾਂ ਦੇਸਾਂ ਦਾ, ਜਿਨ੍ਹਾਂ ਦੀ ਪ੍ਰੇਮਾ ਭਗਤੀ ਸਦਕਾ ਦੀਨ ਦੁਨੀਆ ਦੇ ਵਾਲੀ ਸਾਹਿਬੇ ਕਮਾਲ ਸਾਹੇ ਸਹਿਨਸ਼ਾਹ ਸੱਚੀ ਸਰਕਾਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਤਸ਼ਾਹ, ਮਾਤਾ ਸਾਹਿਬ ਕੌਰ ਸੁੰਦਰ ਕੌਰ ਸਮੇਤ ਦਮਦਮਾ ਸਾਹਿਬ ਤੋਂ ਚੱਲ ਕੇ ਇਸ ਸਥਾਨ 'ਤੇ ਆਏ। 9 ਦਿਨ ਵਿਸਰਾਮ ਕੀਤਾ। ਮਾਂ ਦੇਸਾਂ ਨੂੰ ਅਨੇਕਾਂ ਹੀ ਬਖਸ਼ਾਂ ਦੇ ਕੇ ਗਏ। ਇਲਾਕੇ ਭਰ ਦੀਆਂ ਸੰਗਤਾਂ ਇਕੱਤਰ ਹੁੰਦੀਆਂ, ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰਦੀਆਂ, ਸਤਿਗੁਰਾਂ ਤੋਂ ਨਾਮ ਦਾਨ ਲੈਂਦੀਆਂ, ਖੰਡੇ ਦੀ ਪੌਲ ਤਿਆਰ ਹੁੰਦੀ ਔਰ ਸੰਗਤਾਂ ਗੁਰੂ ਕੇ ਜਹਾਜ਼ੇ ਚੜ੍ਹਦੀਆਂ। ਜੋ ਬ੍ਰਹਮ ਗਿਆਨ ਦੀਆਂ ਦਾਤਾਂ ਮਾਂ ਦੇਸਾਂ ਨੂੰ ਬਖਸ਼ਿਸ਼ ਕੀਤੀਆਂ ਤੇ ਮਾਂ ਦੇਸਾਂ ਨੇ ਆਪਣੇ ਬੱਚਿਆਂ ਦੀ ਝੋਲੀ ਪਾਈਆਂ। ਉਹ ਬ੍ਰਹਮ ਦ੍ਰਿਸ਼ਟੀ ਜੋ ਬਖਸ਼ਿਸ਼ ਕੀਤੀ ਸਤਿਗੁਰਾਂ ਨੇ, ਉਸ ਸਦਕਾ ਜੋ ਹੁਕਮ ਹੋਇਆ ਹੈ ਮਾਂ ਦਾ, ਆਪਾਂ ਵੀ ਰੋਜ਼ਾਨਾ ਸਾਂਝ ਪਾਉਣੇ ਹਾਂ ਕਿ ਇਸ ਨਗਰ ਨੂੰ, ਇਸ ਕੁਲ ਨੂੰ ਜਿਹੜੇ ਭਾਗ ਲੱਗੇ ਨੇ ਬਾਬੇ ਆਦਮ ਤੋਂ ਲੈ ਕੇ ਉਹ ਗੁਰੂ ਰਾਮਦਾਸ ਸਾਹਿਬ ਦੇ ਦਰ ਤੋਂ ਲੱਗੇ। ਉੱਥੇ ਸੇਵਾਵਾਂ ਕਰਕੇ ਪੁੱਤਰ ਦੀ ਪ੍ਰਾਪਤੀ ਹੋਈ ਸੀ ਭਾਈ ਭਗਤੂ ਦੀ। ਉਹ ਕੁਲ ਚੱਲਦੀ ਆ ਰਹੀ ਹੈ। ਭਾਈ ਗੌਰਾ ਤੇ ਜੀਵਨ, ਗੌਰੇ ਦੇ ਦੋਨੋਂ ਪੁੱਛੋ ਪਿੰਡ, ਜੀਵਨ ਦਾ ਸੰਤ ਦਾਸ ਦੇ ਘਰੇ ਮਾਈ ਦੇਸਾਂ, 2 ਮਾਈਆਂ ਹੋਰ ਜਿਨ੍ਹਾਂ ਦੇ ਫਤਿਹ ਸਿੰਘ, ਰਾਮ ਸਿੰਘ, ਭਗਤ ਸਿੰਘ, ਤਖਤ ਸਿੰਘ, ਇਸ ਤਰ੍ਹਾਂ ਇੱਕ ਲੜੀਵਾਰ ਪਰਿਵਾਰ ਨੇ। ਬਹੁਤ ਰਹਿਮਤਾਂ ਗੁਰੂ ਰਾਮਦਾਸ ਸਾਹਿਬ ਨੇ ਕੀਤੀਆਂ, ਕਿਰਪਾ ਦ੍ਰਿਸ਼ਟੀ ਕੀਤੀ ਹੈ। ਤੇ ਮਾਤਾ ਨੇ ਹੁਕਮ ਕੀਤਾ ਸੀ ਕਿ ਤੁਸੀਂ ਜੋ ਹੁਕਮ ਆਉਂਦਾ ਹੈ ਗੁਰੂ ਰਾਮਦਾਸ ਸਾਹਿਬ ਦੇ ਦਰ ਤੋਂ, ਉਹਦੀ ਸਾਂਝ ਰੋਜ਼ਾਨਾ ਪਾਉਣਾ ਸ਼ੁਰੂ ਕਰੋ। ਗੁਰਮੁਖ ਪਿਆਰਿਓ, ਵੈਸੇ ਆਪਾਂ ਸੇਵਾ ਜੋ ਸੇਵਾਵਾਂ ਕਰ ਰਹੇ ਹਾਂ ਬਹੁਤ ਚਿਰ ਤੋਂ ਕਰ ਰਹੇ ਹਾਂ। ਮਾਤਾ ਜੀ ਨੇ ਪਿਛਲੇ ਸਮਿਆਂ 'ਚ ਜੋ ਹੁਕਮ ਕੀਤੇ, ਜੋ ਸਤਿਗੁਰਾਂ ਦੇ ਆਉਣ ਵਾਲੇ 9 ਦਿਨ ਨੇ ਉਹਨਾਂ 'ਚ ਸਮਾਗਮ ਕਰਨ ਦੇ ਹੁਕਮ ਕੀਤੇ। ਪਹਿਲਾਂ ਛੋਟੇ ਸਮਾਗਮ ਹੁੰਦੇ ਸੀ 3 ਦਿਨਾਂ ਦੇ, ਉਹ 9 ਦਿਨਾਂ ਦੇ ਹੋਏ। ਹੁਣ ਇਹ ਵਰਤਾਰਾ ਕਿਹਾ ਮਾਤਾ ਨੇ ਕਿ ਸਾਂਝ ਪਾਓ। ਅੱਜ ਸਹੀ 1 ਮਹੀਨਾ ਆਪਾਂ ਨੂੰ ਹੋ ਗਿਆ ਹੁਕਮ ਆਏ ਨੂੰ, ਤੇ 26 ਤਰੀਕ ਤੋਂ ਅੱਜ 26 ਹੋ ਗਈ ਆ। YouTube ਦਾ ਬਹੁਤਾ ਨਹੀਂ ਕੋਈ ਹਿਸਾਬ ਕਿਤਾਬ ਆਪਾਂ ਨੂੰ ਸੀਗਾ, ਜਿਵੇਂ ਬੱਚੇ ਦੱਸਦੇ ਉਵੇਂ ਆਪਾਂ ਕਰ ਰਹੇ ਹਾਂ। ਕਾਫੀ ਸੰਗਤ ਜੁੜ ਰਹੀ ਆ, ਜਿਵੇਂ 1 ਮਹੀਨੇ ਦੇ ਵਿੱਚ ਹੀ ਹੁਣ 660-70 ਵਿਅਕਤੀ ਜੁੜ ਚੁੱਕੇ ਹਨ। 40-50 ਕਦੇ 100 ਕਦੇ 200 ਤੁਸੀਂ ਰੋਜ਼ਾਨਾ ਹੁਕਮਨਾਮਾ ਸਾਹਿਬ ਦੀ ਵਿਆਖਿਆ ਸੁਣਦੇ ਹੋ, ਆਨੰਦ ਮਾਣਦੇ ਹੋ। ਇਸੇ ਤਰ੍ਹਾਂ ਹੀ ਜੋ ਸੰਗਤਾਂ ਦਾ ਵਰਤਾਰਾ ਹੈ, ਜੋ ਮਾਤਾ ਦਾ ਹੁਕਮ ਹੈ ਕਿ ਇਹਨੇ ਬਹੁਤ ਵੱਡਾ ਕਾਫਲਾ ਬਣਨਾ ਹੈ। ਔਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋ ਨਕਸ਼ਾ ਖਿੱਚ ਕੇ ਮਾਤਾ ਨੂੰ ਦਿੱਤਾ ਸੀ ਕਿ ਮੇਰਾ ਆਰ ਪਰਿਵਾਰ ਹੋਊਗਾ ਕੈਸਾ, ਉਹਦੇ ਬਾਰੇ ਸਾਂਝਾਂ ਆਪਾਂ ਆਉਣ ਵਾਲੇ ਸਮੇਂ 'ਚ ਪਾਉਣੀਆਂ, ਤਾਂ ਕਿ ਜਿਹੜਾ ਇੱਕ ਵਾਰੀ ਵੀ ਆ ਜੇ ਉਹ ਪੂਰੀ ਦੀ ਪੂਰੀ ਥਿਊਰੀ ਸਮਝ ਕੇ ਜਾਵੇ ਗੁਰੂ ਸਾਹਿਬ ਦੀ। ਗੁਰੂ ਨਾਨਕ ਸਾਹਿਬ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਦਾ ਜੋ ਵਰਤਾਰਾ ਅਧਿਆਤਮਕ ਹੈ, ਜਿਹਦਾ ਕਰਕੇ ਅਸੀਂ ਧਰਮ ਨੂੰ ਧਾਰਨ ਕਰਦੇ ਹਾਂ। ਜਿਹੜੀ ਪ੍ਰਾਪਤੀ ਕਰਨ ਖਾਤਰ ਗੌਤਮ ਘਰੋਂ ਨਿਕਲਿਆ ਤੇ ਮਹਾਤਮਾ ਬੁੱਧ ਬਣ ਕੇ ਆਇਆ, ਜਿਸ ਪ੍ਰਾਪਤੀ ਖਾਤਰ ਗੁਰੂ ਅੰਗਦ, ਭਾਈ ਲਹਿਣਾ ਚਰਨੀ ਲੱਗੇ ਗੁਰੂ ਨਾਨਕ ਦੇ, ਤੇ ਉਹਨਾਂ ਤੋਂ ਪ੍ਰਾਪਤੀ ਹੋਈ ਤੇ ਉਹ ਅੰਗਦ ਬਣੇ। ਉਹ ਅਧਿਆਤਮਕ ਪ੍ਰਾਪਤੀ ਕੀ ਹੈ, ਉਹ ਸਟੇਟ ਕਿਹੜੀ ਹੈ ਜਿੱਥੇ ਸਾਡੀ ਰੂਹ ਚਲੀ ਜਾਂਦੀ ਹੈ ਗੁਰੂ ਧਾਰਨ ਕਰਨ ਨਾਲ, ਜਦੋਂ ਪਰਮਾਤਮਾ ਦਾ ਮਿਲਾਪ ਹੁੰਦਾ, ਜਿਹੜਾ ਉਹ ਵਰਤਾਰਾ ਹੈ। ਜ਼ਿਆਦਾ ਡਿਊਟੀ ਸਾਡੀ ਉਸ ਗੱਲ 'ਤੇ ਹੈ। ਦੂਜਾ, ਜੋ ਪੰਥਕ ਸੇਵਾਵਾਂ ਚੱਲਦੀਆਂ, ਜੋ
ਕੌਮ ਦੀਆਂ ਗੱਲਾਂ ਬਾਤਾਂ ਉਹਨੂੰ ਲੱਖਾਂ ਕਰੋੜਾਂ ਲੋਕ ਨੇ ਕਰਨ ਵਾਲੇ। ਸਾਨੂੰ ਮਾਂ ਨੇ ਕਿਹਾ ਹੈ ਕਿ ਤੁਸੀਂ ਆਹ ਡਿਊਟੀ ਕਰਨੀ ਹੈ, ਤੁਸੀਂ ਆਪਣਾ ਸਾਰੇ ਦਾ ਸਾਰਾ ਧਿਆਨ ਜੋ ਅਧਿਆਤਮਕ ਦੇ ਸੂਤਰ ਹਨ ਗੁਰੂ ਗ੍ਰੰਥ ਸਾਹਿਬ 'ਚ, ਜੋ ਬੀਜ ਮੰਤਰ ਹਨ ਜਿਨ੍ਹਾਂ ਦੀ ਗੱਲ ਹੀ ਨਹੀਂ ਕੀਤੀ ਜਾ ਰਹੀ, ਜੋ ਦੱਸੇ ਨਹੀਂ ਜਾ ਰਿਹਾ। ਇੱਕ ਬੰਦਾ ਪਹਿਲਾਂ ਘਰੇਲੂ ਕਲੇਸ਼ਾਂ 'ਚੋਂ ਨਿਕਲ ਕੇ ਧਰਮ ਧਾਰਨ ਕਰਦਾ, ਆ ਕੇ ਜੁੜਦਾ ਗੁਰੂ ਨਾਲ, ਗੁਰੂ ਘਰ ਜਾਂ ਕਹਿ ਲਓ ਖੰਡੇ ਦੀ ਪੌਲ ਛਕ ਲੈਂਦਾ। ਉਦੋਂ ਬਾਅਦ ਉਹ ਗੁਰਦੁਆਰਿਆਂ ਦੀਆਂ ਡੇਰਿਆਂ ਦੀਆਂ ਲੜਾਈਆਂ ਲੜਦਾ, ਘਰ ਦੀਆਂ ਘਟਾ ਦਿੰਦਾ, ਗੁਰੂ ਘਰਾਂ ਦੀਆਂ ਲੜਨੀਆਂ ਸ਼ੁਰੂ ਕਰ ਦਿੰਦਾ। ਜ਼ਿਆਦਾ ਲੜਦਾ ਕਿ ਹੁਣ ਮੈਂ ਗੁਰੂ ਦੇ ਨਾਂ 'ਤੇ ਲੜ ਰਿਹਾ। ਉਹਨੂੰ ਸਾਰੀ ਜ਼ਿੰਦਗੀ ਵਿਚਾਰੇ ਨੂੰ ਇਹੀ ਨਹੀਂ ਪਤਾ ਲੱਗਦਾ ਕਿ ਗੁਰੂ ਦੀ ਤਾਂ ਤੇਰੇ ਕੋਲੇ ਗੱਲ ਹੀ ਨਹੀਂ ਕੀਤੀ ਗਈ। ਗੁਰੂ ਵਾਲਾ ਤਾਂ ਤੈਨੂੰ ਭੇਖ ਪਵਾਤਾ ਇਕੱਲਾ, ਤੇ ਭੇਖੀ ਸਿੱਖ ਬਣ ਕੇ ਰਹਿ ਗਿਆ ਤੂੰ। ਤੇਰੇ ਅੰਦਰ ਉਹ ਦਇਆ, ਉਹ ਭਾਵਨਾ ਸਭਨਾ ਜੀਆਂ ਦੇ ਦਾਤੇ ਵਾਲੀ ਤਾਂ ਆਈ ਨਹੀਂ। ਤੈਨੂੰ ਕਿਸੇ ਨੇ ਦੱਸਿਆ ਹੀ ਨਹੀਂ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਕੀ ਹੈ। ਆਪ ਤੂੰ ਪੜ੍ਹੇ ਹੀ ਨਹੀਂ। ਜੇ ਪੜ੍ਹਿਆ ਤਾਂ ਐਸੀ ਐਨਕ ਲਾਈ ਕਿ ਇੰਨੇ ਪਾਠ ਕਰਨੇ ਆ ਤੇ ਚੱਕ ਦਿੰਦੇ ਆ ਫੱਟੇ। ਉਹਦਾ ਕਰਕੇ ਉਹ ਰੂਹਾਨੀਅਤ, ਉਹ ਜਿਹੜੀ ਇੱਕ ਦਾਤ ਹੈ ਜਿਹਦੀ ਗੱਲ ਅੱਜ ਤੀਜੇ ਪਾਤਸ਼ਾਹ ਕਰਨਗੇ। ਤੇ ਇੰਨਾ ਸੌਖਾ ਸਿਸਟਮ ਸਮਝਾਇਆ ਗੁਰੂ ਨਾਨਕ ਨੇ ਕਿ ਜਿਹੜੀਆਂ ਬਹੁਤ ਹੀ ਜ਼ਿਆਦਾ ਡੂੰਘਾਈ ਨਾਲ ਗੁੱਝੀਆਂ ਗੱਲਾਂ ਕਰ ਕਰਕੇ ਲੁਕੋਈਆਂ ਹੋਈਆਂ ਸੀ, ਜਿਹੜੇ ਸੂਤਰ, ਕੋਸ਼ਿਸ਼ ਕੀਤੀ ਗੁਰੂ ਸਾਹਿਬ ਨੇ ਕਿ ਉਹ ਸ਼ੁੱਧ ਉਸੇ ਭਾਸ਼ਾ 'ਚ, ਜਿਹੜੀ ਭਾਸ਼ਾ ਅਸੀਂ ਬੋਲਦੇ ਹਾਂ, ਸਿੱਧੀਆਂ ਸਿੱਧੀਆਂ ਗੱਲਾਂ ਕਰਕੇ ਸਮਝਾਇਆ ਜਾਵੇ, ਤਾਂ ਕਿ ਆਮ ਬੰਦੇ ਨੂੰ ਵੀ ਸਮਝ ਆ ਜਾਏ ਕਿ ਉਹ ਸਟੇਟ ਹੁੰਦੀ ਕੀ ਹੈ, ਜਿਹੜੀ ਸਹਿਜ ਅਡੋਲਤਾ ਦੀ ਸਟੇਟ ਹੈ, ਜਿਹੜੀ ਇੱਕ ਮਿਕਤਾ ਦੀ ਸਟੇਟ ਹੈ, ਉਹ ਰਲਦੀ ਮਿਲਦੀ ਕਿਹਦੇ ਨਾਲ ਹੈ। ਜਿਵੇਂ ਗੁਰੂ 10ਵੇਂ ਪਾਤਸ਼ਾਹ ਨੇ ਮੋਹਰ ਲਾ ਕੇ ਕਿਹਾ, ਸਾਚ ਕਹੂੰ ਸੁਣ ਲੇਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਕਿਉਂ ਕਹਤਾ ਵੀ ਇਹ ਗੱਲ? ਫਿਰ ਵਿੱਚ ਲਾਣਾ ਇਹੋ ਜਿਹਾ ਵੀ ਪੈਦਾ ਹੋਇਆ ਜਿਹੜਾ ਕਹਿੰਦੇ ਇਹ ਪ੍ਰੇਮ ਦੀ ਗੱਲ ਨਹੀਂ ਕਰੀ, ਫਿਰ ਹੋਰ ਪ੍ਰੇਮ ਕਿਹੜਾ ਹੁੰਦਾ? ਹੁਣ ਗੁਰੂ ਸਾਹਿਬ ਨਾਰੀ ਦੀ ਗੱਲ ਕਰਨਗੇ, ਪਤੀ ਦੀ ਗੱਲ ਕਰਨਗੇ, ਫਿਰ ਉਹ ਕੋਈ ਪਤੀ ਤੇ ਨਾਰਾਂ ਹੋਰ ਹੁੰਦੀਆਂ। ਸਾਡੀ ਗੱਲ ਕਰ ਰਹੇ ਆ, ਜਿਹੜਾ ਕੋਈ ਸਾਡੇ ਨਾਲ ਵਾਪਰ ਸਕਦਾ ਉਹ ਗੱਲ ਕਰ ਰਹੇ ਆ, ਸਾਨੂੰ ਸਮਝਾ ਰਹੇ ਆ। ਹਰ ਬੰਦਾ ਜਦੋਂ ਸਹੀ ਪ੍ਰੇਮ ਦੀ ਲੈਅ 'ਚ ਹੁੰਦਾ, ਪ੍ਰੇਮ ਮਾਤਾ ਪਿਤਾ ਨਾਲ ਵੀ ਹੋ ਸਕਦਾ, ਭਰਾਵਾਂ ਨਾਲ ਵੀ ਹੋ ਸਕਦਾ, ਆਪਣੇ ਬੱਚਿਆਂ ਨਾਲ ਵੀ ਹੋ ਸਕਦਾ, ਆਪਣੇ ਮਹਿਬੂਬ ਨਾਲ ਵੀ ਹੋ ਸਕਦਾ, ਆਪਣੇ ਸੱਜਣ ਨਾਲ ਵੀ ਹੋ ਸਕਦਾ। ਜੋ ਕੁਛ ਅਸੀਂ ਕਰਦੇ ਹਾਂ ਉਹ ਪ੍ਰਵਾਨ ਕਰੀਏ। ਉਹ ਤੂੰ ਮੂੰਹ ਕਿਉਂ ਫੇਰ ਗਏ ਬਈ? ਜੋ ਸਟੇਟ ਸਾਡੀ ਉਸ ਟਾਈਮ ਹੁੰਦੀ ਹੈ ਇੱਕ ਮਿਕਤਾ ਵੇਲੇ, ਉਹ ਸਟੇਟ ਸਹਿਜ ਦੀ ਤੇ ਆਤਮਿਕ ਅਡੋਲਤਾ ਦੀ ਹੁੰਦੀ ਹੈ। ਉਹਦਾ ਫਰਕ ਇੰਨਾ ਕੁ ਕਿ ਉਹਦੀ ਉੱਚਤਾ ਬਹੁਤ ਜ਼ਿਆਦਾ ਹੁੰਦੀ ਹੈ। ਉਹਦੇ 'ਚ ਇੱਕ ਵਾਰੀ ਡਿੱਗਿਆ ਸਿੱਧਾ ਨਰ ਤੋਂ ਨਰਾਇਣ ਬਣਦਾ ਬੰਦਾ। ਇਹ ਸਟੇਟ ਜਿਹੜੀ ਬਾਹਰੀ ਪ੍ਰੇਮ ਵਾਲੀ ਹੈ, ਇਹਦੇ 'ਚ ਚਾਂਸ ਥੱਲੇ ਡਿੱਗਣ ਦੇ ਜ਼ਿਆਦਾ, ਨੋਰਮਲ ਰਹਿਣ ਦੇ ਜ਼ਿਆਦਾ, ਪਸ਼ੂਪਣ ਦੇ ਜ਼ਿਆਦਾ, ਕਿਉਂਕਿ ਜਿਹੋ ਜਿਹਾ ਸਮਾਜ ਆ ਉਹੋ ਜਿਹਾ ਬੰਦਾ ਬਣ ਜਾਂਦਾ। ਧੋਖੇ ਧੜੀਆਂ ਇਹੋ ਜਿਹੀਆਂ ਚੀਜ਼ਾਂ ਇਹਦੇ 'ਚ ਜ਼ਿਆਦਾ ਵਾਪਰ ਸਕਦੀਆਂ, ਉੱਧਰ ਧੋਖਾ ਕੋਈ ਨਹੀਂ। ਇੱਕ ਵਾਰ ਬਾਹ ਪਿਆ ਤੇ ਇੱਕ ਵਾਰੀ ਇੱਕ ਮਿਕਤਾ ਹੋਈ, ਜਨਮਾਂ ਜਨਮਾਂ ਦੇ ਛੌੜ ਕੱਟੇ ਜਾਂਦੇ ਆ। ਕੋਈ ਕਾਲਖਾਂ ਨਹੀਂ ਰਹਿੰਦੀਆਂ, ਕੋਈ ਭਟਕਣਾ ਨਹੀਂ ਰਹਿੰਦੀ। ਆਓ ਫਿਰ ਆਪਾਂ ਅੱਜ ਸਾਂਝ ਪਾਈਏ। ਬੜਹੰਸ ਮਹੱਲਾ ਤੀਜਾ। ਸ਼ੰਤ ਰਾਗ ਬੜਹੰਸ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ ਹੈ ਸ਼ੰਤ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਅਕਾਲ ਪੁਰਖ ਇੱਕ ਹੈ। ਸਤਿਗੁਰੂ ਗੁਰੂ ਦੀ ਸੇਵਾ ਕੀਤਿਆਂ, ਗੁਰੂ ਦੀ ਕਿਰਪਾ ਨਾਲ, ਗੁਰੂ ਦੀ ਸ਼ਰਨ ਆਇਆ, ਉਹਦੀ ਪ੍ਰਾਪਤੀ ਹੁੰਦੀ ਹੈ। ਉਹਦੇ ਨਾਲ ਜਿਹੜਾ ਜੋੜਦਾ ਉਹ ਗੁਰੂ ਜੋੜਦਾ। ਜਿਵੇਂ ਬੈਂਕ ਦੇ ਵਿੱਚ ਜਿਹਦਾ ਪਹਿਲਾ ਖਾਤਾ ਹੈ, ਉਸੇ ਦੀ ਗਵਾਹੀ ਪਾਈ ਜਾ ਸਕਦੀ ਹੈ ਤੁਹਾਡਾ ਖਾਤਾ ਖੁਲਾਉਣ ਵੇਲੇ। ਹੋਰ ਕੋਈ ਕਿੱਡਾ ਹੀ ਪਾਵਰਫੁਲ ਹੋਵੇ, ਗਵਾਹੀ ਨਹੀਂ ਪਾ ਸਕਦਾ। ਉਹੀ ਪਾ ਸਕਦਾ ਜਿਹਦਾ ਪਹਿਲਾ ਖਾਤਾ ਹੈ। ਜਿਹੜਾ ਜੁੜ ਚੁੱਕਿਆ, ਜਿਹੜਾ ਪਹੁੰਚ ਚੁੱਕਿਆ, ਉਹੀ ਤੁਹਾਨੂੰ ਪਹੁੰਚਾ ਸਕਦਾ। ਇਹ ਨਿਯਮ ਨੇ ਅਧਿਆਤਮ ਦੇ। ਜਦੋਂ ਵੀ ਅਸੀਂ ਸੋਚੀਏ, ਗੱਲ ਹਮੇਸ਼ਾ ਧਿਆਨ 'ਚ ਰੱਖੀਏ, ਗੁਰੂ ਨਾਨਕ ਸਾਹਿਬ ਤੋਂ ਲੈ ਕੇ 10 ਪਾਤਸ਼ਾਹੀਆਂ ਨੇ ਜੋ ਕੁਝ ਵੀ ਕੀਤਾ ਪੂਰੇ ਵਰਲਡ ਲਈ, ਪੂਰੀ ਮਨੁੱਖਤਾ ਲਈ, ਸਭਨਾਂ ਲਈ ਕੀਤਾ ਹੈ। ਕੁਛ ਖਿੱਤੇ ਦੇ ਲੋਕਾਂ ਲਈ ਨਹੀਂ ਕੀਤਾ। ਜੇ ਕੋਈ ਧੱਕੇ ਨਾਲ ਕਬਜ਼ਾ ਕਰਦਾ ਹੈ ਉਹਦੀ ਮਾੜੀ ਗੱਲ ਆ। ਗੁਰੂ ਨਾਨਕ ਦੇ ਧਰਮ ਨੇ, ਗੁਰੂ ਨਾਨਕ ਦੀ ਗੱਲ ਨੇ ਤਾਂ ਹਲੇ ਫੈਲਣਾ ਹੈ। ਵੱਡੇ ਦੇਸ਼ਾਂ ਨੇ ਪੂਰੇ ਦੇ ਪੂਰੇ ਸਿੱਖ ਹੋਣਾ ਹੈ। ਕਿਉਂਕਿ ਇੰਨੀ ਸੌਖੀ ਗੱਲ ਯਾਰ, ਇੰਨਾ ਸਿਸਟਮ ਸੌਖਾ, ਹਸੰਦਿਆਂ, ਖਲੰਦਿਆਂ, ਪਹਿਨੰਦਿਆਂ, ਖਵੰਦਿਆਂ ਵਿੱਚੇ ਹੋਵਾ ਮੁਕਤ। ਉਹਦੇ 'ਤੇ ਤਾਂ ਕੋਈ ਗੱਲ ਹੀ ਨਹੀਂ ਕਰਦਾ। ਫਿਰ ਵੀ ਸਾਡੇ ਕਾਬੂ ਕੌਣ ਹੋਊਗਾ? ਜੇ ਹੱਸਣ ਖੇਡਣ ਵਾਲਿਆਂ ਨੂੰ ਅਸੀਂ ਕਹਿੰਦਾ ਤੁਸੀਂ ਸਹੀ ਹੋ, ਤੁਹਾਡੀ ਤਾਂ ਗੁਰੂ ਗ੍ਰੰਥ ਸਾਹਿਬ ਗਵਾਹੀ ਭਰਦੇ ਆ। ਇਹ ਚੀਜ਼ਾਂ ਅਸੀਂ ਕਹੀਏ, ਖੁਦ ਪੜ੍ਹੀਏ, ਖੁਦ ਜਾਣੀਏ। ਸਤਿਗੁਰੂ ਕੀ ਕਹਿੰਦੇ ਨੇ? ਆਪਣੇ ਪਿਰਕੈ ਰੰਗ ਰੱਤੀ ਮੂਈਏ,
ਸੋਭਾਵੰਤੀ ਨਾਰੀ। ਹੁਣ ਦਿਮਾਗ ਨੂੰ ਇੱਥੇ ਰੱਖ ਕੇ ਜਿਹੜੇ ਸਮਾਜ 'ਚ ਅਸੀਂ ਜਿਉਂ ਰਹੇ ਹਾਂ, ਜਿਹੋ ਜਿਹੇ ਅਸੀਂ ਹੈਗੇ ਹਾਂ, ਜਿਹੋ ਜਿਹਾ ਸਮਾਜ ਉਦੋਂ ਸੀਗਾ, ਸਾਡੇ ਪਿਓ ਦਾਦੇ ਸੀਗੇ, ਉਹਨਾਂ ਨਾਲ ਹੀ ਸਤਿਗੁਰੂ ਗੱਲਾਂ ਕਰ ਰਹੇ ਆ। ਆਪਣੇ ਪਿਰ ਕੈ ਰੰਗ ਰੱਤੀ ਮੁਈਏ ਸੋਭਾਵੰਤੀ ਨਾਰੇ, ਸੱਚਾ ਸ਼ਬਦ ਮਿਲ ਰਹੀ ਮੁਈਏ ਪਿਰ ਰਾਵੇ ਭਾਏ ਪਿਆਰੇ। ਜਿਹਨੇ, ਇੱਕ ਜੀਵ ਇਸਤਰੀ ਨੇ, ਇੱਕ ਔਰਤ ਨੇ ਕਿਸੇ ਇੱਕ ਨੂੰ ਆਪਣਾ ਬਣਾ ਲਿਆ, ਇੱਕ ਲੈ ਨੂੰ ਆਪਣਾ ਸਮਝ ਲਿਆ। ਜਿਹੜੀ ਬਹਿ ਰਹੀ ਪਰਮ ਧਾਰਾ ਹੈ, ਜੋ ਇੱਕ ਓਂਕਾਰ ਦਾ ਵਰਤਾਰਾ, ਉਹਦੇ ਨਾਲ ਇੱਕ ਮਿਕਤਾ ਜਿਹੜੀ ਜੀਵ ਇਸਤਰੀ ਨੇ ਕਰ ਲਈ, ਉਹਦੇ ਰੰਗਾਂ 'ਚ ਹੀ ਰੱਤੀ ਜਾਂਦੀ ਹੈ। ਆਪਣੇ ਪਿਰ ਕੈ ਰੰਗ ਰੱਤੀ ਮੁਈਏ ਸੋਭਾਵੰਤੀ ਨਾਰੇ। ਉਹਦੀ ਯੁੱਗ ਦੇ ਵਿੱਚ ਸੋਭਾ ਹੁੰਦੀ ਹੈ, ਉਹਨੂੰ ਰੰਗੀ ਹੋਈ ਰੂਹ ਕਹਿ ਕੇ ਸਤਿਕਾਰਿਆ ਜਾਂਦਾ ਹੈ। ਇਹ ਇੱਕ ਲਾਡ ਦਾ ਸ਼ਬਦ ਹੈ, ਉਹ ਮੁਈਏ। ਜਿਵੇਂ ਕਈ ਵਾਰ ਬੁੜੀਆਂ ਵੀ ਬੱਚੇ ਨੂੰ ਬੇ ਮੋਇਆ, ਉਹ ਐ ਲਾਡ ਦੇ ਸ਼ਬਦ ਹੈ ਮੁਈਏ ਸੋਭਾਵੰਤੀ ਨਾਰੇ। ਤੇਰੀ ਕਿੱਡੀ ਸੋਭਾ, ਤੂੰ ਉਸ ਇੱਕ ਮਿਕਤਾ ਨੂੰ ਜਾਣ ਲਿਆ। ਉਹ ਬਹਿ ਰਹੀ ਪਰਮ ਸੱਤਾ ਜਿਹੜੀ ਆ ਸਰੀਰ ਦੇ ਵਿੱਚ, ਆ ਸਿੱਲੜ ਨੂੰ ਤੂੰ ਸਮਝ ਲਿਆ ਕਿ ਇਹ ਮਿੱਟੀ ਆ। ਉਹ ਬਹਿ ਰਹੀ ਪ੍ਰਾਣ ਸ਼ਕਤੀ, ਪ੍ਰਾਣਾਂ ਦੇ ਵਿੱਚ ਅੱਗੇ ਬਹਿ ਰਹੀ ਉਹ ਧਾਰਾ, ਓਂਕਾਰ ਦੀ ਧਾਰਾ ਜਿਹੜੀ ਜੀ ਤੋਂ ਪੂਰੇ ਖੰਡ ਬ੍ਰਹਮੰਡ ਬਣੇ ਆ, ਉਹਦੇ ਵਿੱਚ ਤੂੰ ਰੰਗੀ ਗਈ ਹੈ। ਕਿੱਡੀ ਸੋਭਾ ਤੇਰੀ, ਸੋਭਾਵੰਤੀ ਨਾਰੇ। ਸੱਚਾ ਸ਼ਬਦ ਮਿਲ ਰਹੀ ਮੁਈਏ ਪਿਰ ਰਾਵੇ ਭਾਏ ਪਿਆਰੇ। ਕਹਿੰਦੇ ਤੂੰ ਉਹ ਸੱਚੇ ਸ਼ਬਦ ਨੂੰ ਪਹਿਚਾਨ ਲਿਆ, ਜਿਹੜਾ ਸ਼ਬਦ ਗੁਰੂ ਨਾਨਕ ਕਹਿੰਦੇ ਆਦਿ ਤੋਂ ਸੱਚ ਆ, ਜੁਗਾਂ ਤੋਂ ਸੱਚ ਆ, ਹੁਣ ਵੀ ਸੱਚ ਆ, ਰਹੂਗਾ ਵੀ ਸੱਚ। ਉਹ ਸ਼ਬਦ ਗੁਰੂ, ਉਹ ਨਿਰੰਕਾਰ ਨਿਰਆਕਾਰ, ਜਿਹਦਾ ਕੋਈ ਰੂਪ ਨਹੀਂ, ਰੇਖ ਨਹੀਂ, ਰੰਗ ਨਹੀਂ। ਤੂੰ ਤਾਂ ਸੋਹਣੀਏ ਮੁਈਏ ਉਹਨੂੰ ਵੀ ਜਾਣ ਲਿਆ। ਸੱਚਾ ਸ਼ਬਦ ਮਿਲ ਰਹੀ ਮੁਈਏ ਪਿਰ ਰਾਵੇ ਭਾਈ ਪਿਆਰੇ। ਤੂੰ ਤਾਂ ਆਪਣੇ ਪਿਰ ਦੀ ਪਿਆਰੀ ਹੋ ਗਈ ਆ, ਬੜੀ ਭਾਵਨਾ ਦੇ ਵਿੱਚ ਤੂੰ ਉਹਨੂੰ ਮੇਲ ਲਿਆ ਆਪਣੇ ਰਾਹੀਂ। ਤੂੰ ਉਹਦੇ ਰੰਗ ਮਾਣਦੀ ਹੈ, ਭਾਏ ਉਹਦਾ ਪ੍ਰੇਮ, ਉਹਦੇ ਪ੍ਰੇਮ 'ਚ ਰੱਤੀ ਰਹਿੰਦੀ ਹੈ ਹਰ ਵੇਲੇ, ਕਿਉਂਕਿ ਉਹ ਲੈ ਐਸੀ ਹੈ ਗੁਰਮੁਖੋ, ਜਦੋਂ ਇੱਕ ਵਾਰ ਪ੍ਰਾਪਤੀ ਹੋ ਗਈ ਨਾ, ਇੱਕ ਵਾਰ ਸਮਝ ਆ ਗਈ, ਆਉਣੀ ਸਮਝ ਹੀ ਹੈ। ਇਹ ਵਾਰੀ ਵਾਰੀ ਗੁਰੂ ਗ੍ਰੰਥ ਸਾਹਿਬ 'ਚ ਕਿਹਾ, ਸਮਝਣ ਨੂੰ, ਬੁੱਝਣ ਨੂੰ, ਲਿਵ ਲਾਉਣ ਨੂੰ, ਜਪਣ ਨੂੰ, ਧਿਆਉਣ ਨੂੰ, ਇਹ ਸਾਰੀਆਂ ਸਟੇਜਾਂ ਤੇ ਤਾਂ ਗੁਰੂ ਦੱਸਦਾ ਕਿ ਤੂੰ ਕਿੱਥੋਂ ਸ਼ੁਰੂ ਕਰਨਾ। ਇਹ ਗੁਰੂ ਦੇ ਹਿੱਸੇ ਆਉਂਦੀਆਂ ਗੱਲਾਂ, ਤੇ ਗੁਰੂ ਦਿੰਦਾ ਤੁਹਾਨੂੰ ਫਿਰ ਸ਼ਬਦ। ਪਾਤਸ਼ਾਹ ਕਿੰਨੇ ਪਿਆਰ ਨਾਲ ਕਹਿੰਦੇ ਆ, ਕਹਿੰਦੇ ਸੱਚਾ ਸ਼ਬਦ ਮਿਲ ਰਹੀ ਮੁਈਏ ਪਿਰ ਰਾਵੇ ਭਾਈ ਪਿਆਰੇ। ਤੂੰ ਆਪਣੇ ਪਿਰ ਨੂੰ, ਤੂੰ ਆਪਣੇ ਪਰਮ ਨੂੰ ਪਾਲਿਆ ਹੈ, ਉਹਦੇ ਨਾਲ ਇੱਕ ਮਿਕਤਾ ਕਰ ਲਈ ਹੈ, ਤੇ ਉਹਦੇ ਪ੍ਰੇਮ ਦੇ ਕਾਰਨ ਤੂੰ ਲੈ ਦੇ ਵਿੱਚ ਰਹਿੰਦੀ ਹੈ। ਤੂੰ ਇੱਕ ਖਾਸ ਤਰ੍ਹਾਂ ਦੀ ਅਡੋਲਤਾ ਦੇ ਵਿੱਚ ਰਹਿੰਦੀ ਹੈ, ਤੇ ਉਹ ਬੜਾ ਦਿਆਲੂ ਕਿਰਪਾਲੂ ਮਾਹੀ ਆ, ਜਿਹੜਾ ਚਰਨਾਂ ਨਾਲ ਜੋੜੀ ਰੱਖਦਾ। ਸੱਚਾ ਭਾਏ ਪਿਆਰੀ ਕੰਤ ਸਵਾਰੀ, ਹਰ ਹਰ ਸਿਉ ਨਿਹੋ ਰਚਾਇਆ। ਕਹਿੰਦੇ ਉਹ ਕੰਤ ਆ ਜਿਹੜਾ ਪਿਆਰਾ ਹੈ, ਉਹਦੇ ਨਾਲ ਨਿਉ ਕਿਵੇਂ ਜੱਜਦਾ, ਸੱਚ ਕਰਕੇ। ਤੈਨੂੰ ਅੰਤਮ ਸੱਚ ਦਾ ਪਤਾ ਲੱਗ ਗਿਆ, ਅੰਤਮ ਸੱਚ ਦੇ ਪਿਆਰ ਦਾ ਪਤਾ ਲੱਗ ਗਿਆ। ਸੱਚਾ ਭਾਏ ਪਿਆਰੀ ਕੰਤ ਸਵਾਰੀ, ਉਹ ਕੰਤ ਵੀ ਤੈਨੂੰ ਪਿਆਰ ਕਰਦਾ, ਤੇਰਾ ਨਿਉ ਬਣ ਗਿਆ ਉਹਦੇ ਨਾਲ। ਹਰ ਹਰ ਸਿਉ ਨਿਹੋ ਰਚਾਇਆ, ਉਹਨੂੰ ਹਰੀ ਵੀ ਕਹਿੰਦੇ ਆ, ਦਿਲ ਚਰਾਉਣ ਵਾਲਾ। ਹਰ ਹਰ ਸਿਉ ਨੇ ਰਚਾਇਆ, ਉਹਦੇ ਨਾਲ ਨਿਉ ਤੇਰਾ, ਜਿਹੜਾ ਆਦ ਸੱਚ ਵਾਲਾ ਸ਼ਬਦ ਆ, ਜਿਹੜਾ ਸਰਬ ਵਿਆਪੀ ਸ਼ਬਦ ਆ। ਤੇ ਉਹਦੇ ਤੱਕ ਤੂੰ ਪਹੁੰਚੀ ਕਿਵੇਂ? ਪਹਿਲਾਂ ਗੁਰਚਰਨਾਂ 'ਚ ਗਈ, ਗੁਰੂ ਦਾ ਸ਼ਬਦ ਲਿਆ, ਗੁਰੂ ਦੀ ਬਾਣੀ ਪੜ੍ਹੀ, ਫਿਰ ਧੁਰਕੀ ਬਾਣੀ ਨਾਲ ਜੁੜੀ, ਫਿਰ ਸ਼ਬਦ ਨਾਲ ਜੁੜੀ, ਤੇ ਅੱਜ ਤੂੰ ਰੰਗ ਮਾਣਦੀਆਂ ਦੁਨੀਆ ਦੇ ਵਿੱਚ ਕੋਸ਼ਿਸ਼ ਹੋਈ ਜਾਵੇ। ਤੇਰੀ ਇੱਕ ਮਿਕਤਾ, ਤੇਰੀ ਉਹ ਲੈ, ਤੇਰਾ ਟਹਿਲਣਾ, ਤੇਰਾ ਤੁਰਨਾ ਇੱਕ ਆਪਣਾ ਹੀ ਅੰਦਾਜ਼ ਆ, ਉਹ ਪ੍ਰੇਮ ਆ ਤੇਰਾ। ਆਪ ਗਵਾਇਆ ਤਾਂ ਪਿਰ ਪਾਇਆ, ਗੁਰ ਕਾ ਸ਼ਬਦ ਸਮਾਇਆ। ਮਹਾਰਾਜ ਜੀ ਕਹਿੰਦੇ ਬੜਾ ਔਖਾ ਹੈ, ਵੈਸੇ ਕਹਿਣ ਨੂੰ ਸੌਖੀ ਲੱਗਦੀ ਹੈ ਗੱਲ, ਜਦੋਂ ਉਸ ਸ਼ਬਦ ਨਾਲ ਇੱਕ ਮਿਕਤਾ ਹੁੰਦੀ ਹੈ ਨਾ, ਆਪਣਾ ਆਪਾ ਗਵਾਉਣਾ ਪੈਂਦਾ। ਆਪਾ ਗਵਾਉਣ ਤੋਂ ਭਾਵ ਆਪਣਾ ਜੋ ਵੀ ਹਉਮੈ ਅਧੀਨ ਬਣਾਇਆ ਵਾ ਇੱਕ ਰਿਕਾਰਡ ਹੈ, ਇੱਕ ਭਰਮ ਜਾਲ ਹੈ, ਬਹੁਤ ਵੱਡੀ ਆਇਡੈਂਟੀਟੀ ਖੜੀ ਕਰੀ ਹੁੰਦੀ ਹੈ,
ਹਰ ਇਨਸਾਨ ਨੇ, ਉਹ ਕਿਹੋ ਜਿਹਾ ਵੀ ਹੋਵੇ, ਗਰੀਬ ਤੋਂ ਗਰੀਬ, ਅਮੀਰ ਤੋਂ ਅਮੀਰ, ਇੱਕ ਆਇਡੈਂਟੀਟੀ ਰੱਖਦਾ। ਆਪਣੀ ਇੱਕ ਪਰਸਨਲ ਹਉਮੈ ਹੁੰਦੀ ਹੈ ਹਰ ਇੱਕ ਦੀ। ਉਹ ਜਿੰਨਾ ਚਿਰ ਡਿੱਕਾ ਲਾਉਂਦੀ ਹੈ ਉਹ ਨੀਵਾਂ ਨਹੀਂ ਹੋਣ ਦਿੰਦੀ, ਝੁਕਣ ਨਹੀਂ ਦਿੰਦੀ। ਅਤੇ ਝੁਕੇ ਬਿਨਾਂ ਗੱਲ ਬਣਦੀ ਨਹੀਂ। ਬਸ ਇੱਥੇ ਆ ਕੇ ਅੜੀ ਸਭ ਦੀ ਪੈਂਦੀ ਹੈ, ਸਭ ਦੀ। ਫਿਰ ਨਾ ਝੁਕਣ ਦੇ ਬਹਾਨੇ, ਜਿਵੇਂ ਅੱਜ ਸਾਨੂੰ ਮਿਲਿਆ ਵਾ ਇੱਕ ਬਹਾਨਾ ਕਿ ਮੈਂ ਤਾਂ ਜੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਝੁਕਦਾ ਝਕਦਾ ਨਹੀਂ ਕਿਸੇ ਅੱਗੇ। ਉਹ ਬੰਦੇ ਸਾਨੂੰ ਚੰਗੇ ਲੱਗਦੇ ਜਿਹੜੇ ਇਹ ਗੱਲ ਕਹਿੰਦੇ ਆ। ਅਤੇ ਉਹਨੂੰ ਜੇ ਕਹੀਏ ਤੂੰ ਗੁਰੂ ਗ੍ਰੰਥ ਸਾਹਿਬ ਪੜ੍ਹਿਆ, ਜੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ ਤਾਂ ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦੇ ਵੀ ਝੁਕ, ਚੱਲ ਚਰਨਾਂ 'ਚ, ਢੋ ਪਾਣੀ, ਫੇਰ ਪੱਖਾ, ਕਰ ਸੇਵਾਵਾਂ ਗੁਰੂ ਘਰ ਦੀਆਂ ਜਾ ਕੇ, ਕਰ ਸਾਧੂ ਦੇ ਚਰਨਾਂ ਦੀ ਸੇਵਾ, ਚਰਨ ਧੂੜ ਲੈ, ਮੱਥੇ ਨੂੰ ਲਾ। ਗੁਰੂ ਗ੍ਰੰਥ ਸਾਹਿਬ ਤਾਂ ਇਹ ਕਹਿੰਦਾ, ਕਿਉਂਕਿ ਪੜ੍ਹਨ ਦੀ ਲੋੜ ਨਹੀਂ ਨਾ। ਜੇ ਇਹ ਪੜ੍ਹਾਂਗੇ ਫਿਰ ਬੇਸ਼ਰਮੀ ਆਊ ਵੀ ਅਸੀਂ ਕੀ ਸਮਝੀ ਬੈਠੇ, ਸਾਨੂੰ ਕੀ ਕਹੀ ਜਾਂਦੇ ਆ। ਫਿਰ ਇਹੀ ਚੰਗਾ ਕਿ ਅਸੀਂ ਢੱਕ ਕੇ ਰੱਖੀਏ, ਥੋੜ੍ਹਾ ਦੂਰ ਰਹੀਏ। ਜੋ ਅਸੀਂ ਪਰਸਨਲ ਆਇਡੈਂਟੀਟੀ ਬਣਾਈ ਵੀ ਹੈ ਅਤੇ ਐਂ ਤੁਰਨ ਦਾ ਸੁਭਾਅ, ਉਦੋਂ ਥੋੜ੍ਹਾ ਹਉਮੈ ਨੂੰ ਪੱਠੇ ਵੀ ਪੈਂਦੇ ਆ ਚਾਰ ਸਪੇਰਿਓਂ। ਉਹਨਾਂ ਲੋਕਾਂ ਦਾ ਸਤਿਕਾਰ ਵੀ ਹੁੰਦਾ, ਉਹਨਾਂ ਲੋਕਾਂ ਨੂੰ ਲੋਕ ਚੰਗਾ ਵੀ ਕਹਿੰਦੇ ਆ ਕਿ ਜੁਰਤ ਵਾਲੇ ਇਨਸਾਨ ਆ। ਕਿਉਂਕਿ ਪੜ੍ਹਿਆ ਲੋਕਾਂ ਨੇ ਵੀ ਨਹੀਂ, ਪੜ੍ਹਿਆ ਉਹਨਾਂ ਨੇ ਵੀ ਨਹੀਂ, ਸਾਰੇ ਇੱਕੋ ਜਿਹੇ ਆ। ਜਿਹੜਾ ਉਹਦੀ ਗੱਲ ਨੂੰ, ਗੁਰੂ ਦੀ ਨੂੰ ਜਾਣ ਲੈਂਦਾ, ਉਹ ਲੋਕਾਂ ਨੂੰ ਐਂ ਲੱਗਣ ਲੱਗ ਜਾਂਦਾ ਬੇਅਣਖਾ ਜਿਹਾ ਬੰਦਾ, ਇਹ ਕਿਸੇ ਗੱਲ 'ਤੇ ਅੜਦਾ ਹੀ ਨਹੀਂ। ਉਹ ਅੜੇ ਕਿਵੇਂ, ਉਹਨੂੰ ਹੁਕਮ ਦਾ ਪਤਾ ਲੱਗ ਜਾਂਦਾ, ਰਜਾ ਦਾ ਪਤਾ ਲੱਗ ਜਾਂਦਾ। ਆਪ ਗਵਾਇਆ ਤਾਂ ਫਿਰ ਪਾਇਆ, ਗੁਰ ਕੈ ਸ਼ਬਦ ਸਮਾਇਆ। ਕਹਿੰਦੇ ਆਪਣਾ ਆਪਾ ਗਵਾਇਆ, ਉਹਨੂੰ ਲੱਭਣ ਵਾਸਤੇ ਉਹਦੇ ਅੱਗੇ ਸਮਰਪਿਤ ਹੋਏ ਆ, ਸਰੈਂਡਰ ਹੋਏ ਆ, ਤਾਂ ਮਿਲਿਆ, ਤਾਂ ਪ੍ਰਗਟ ਹੋਇਆ। ਗੁਰ ਕੈ, ਉਹ ਜਿਹੜਾ ਸ਼ਬਦ ਆ ਨਾ ਗੁਰੂ ਦਾ, ਨਿਰੰਕਾਰ ਦਾ, ਜਿਹਦਾ ਰੂਪ ਰੇਖ ਨਹੀਂ ਕੋਈ, ਉਹਦੇ ਵਿੱਚ ਜਾ ਕੇ ਸਮਾ ਗਏ। ਸਮਾਉਣ ਤੋਂ ਪਹਿਲਾਂ ਡਰ ਬਹੁਤ ਲੱਗਦਾ। ਜਦੋਂ ਆਇਡੈਂਟੀਟੀ ਖੁੱਸਦੀ ਆ ਨਾ, ਜਿਹੜਾ ਬੰਦਾ ਜ਼ਿਆਦਾ ਹੰਕਾਰੀ ਆ ਨਾ, ਛੇਤੀ ਕੀਤੇ ਉਹ ਇਕੱਠ 'ਚ ਨਹੀਂ ਜਾਂਦਾ। ਜਾ ਵੜਿਆ ਤਾਂ ਉਹਨੂੰ ਫਿਕਰ ਹੁੰਦਾ ਮੈਂ ਬੈਠਾ ਕਿੱਥੇ, ਕਿਉਂਕਿ ਐਂ ਉਹ ਬਹਿਣਾ ਨਹੀਂ ਚਾਹੁੰਦਾ। ਫਿਰ ਤਾਂ ਮੈਂ ਆਮ ਲੋਕ ਵਾਂਗੂ ਲੱਗੂਗਾ। ਫਿਰ ਉਹ ਖਾਸ ਤਰ੍ਹਾਂ ਦੀ ਚੀਜ਼ ਚਾਹੁੰਦਾ, ਉੱਥੇ ਜਾਂ ਇੱਥੇ ਇੱਥੇ, ਕਿਉਂਕਿ ਉਹਨੂੰ ਲੱਗਦਾ। ਇਹ ਸਾਧੂਆਂ 'ਚ ਵੀ ਹੈ, ਇਹ ਨਾ ਸਮਝੋ ਕਿ ਆਮ ਬੰਦੇ ਕਰਦੇ ਆ। ਸੰਤ ਬਥੇਰੇ ਆਈ ਰਹਿੰਦੇ ਆ, ਬੜੀ ਦਿੱਕਤ ਆਉਂਦੀ ਆ ਉਹਨਾਂ ਨੂੰ। ਤੁਸੀਂ ਹੱਥ ਮਿਲਾਉਣ ਨੂੰ ਹੱਥ ਕੱਢ ਲਓ, ਮਿਲਾ ਨਹੀਂ ਸਕਦੇ ਵਿਚਾਰੇ। ਬੜਾ ਕੁਛ ਹੋ ਜਾਂਦਾ, ਕਿਉਂਕਿ ਉਹ ਜਿਹੜੀ ਹਉਮੈ ਵਾਲੀ ਕੁੰਡੀ, ਉਹ ਵਾਰੀ ਵਾਰੀ ਪਕੜਦੀ ਆ, ਤੂੰ ਆ, ਤੂੰ ਆ, ਤੂੰ ਤਾਂ ਫਲਾਨਾ ਸਿਉਂ ਆ। ਫਿਰ ਅਖੀਰ ਤੱਕ ਇਹ ਪਕੜਦੀ ਆ ਕਿ ਤੂੰ ਗੁਰਮੁਖ, ਲੋਕ ਮਨਮੁਖ, ਤੂੰ ਖਾਸ ਬੰਦਾ ਗੁਰੂਆਂ ਦਾ। ਉਹ ਟੁਣਕੇ ਮਾਰਦੀ ਆ ਹਉਮੈ। ਜਿਹੜਾ ਇਹਨੂੰ ਜਾਗ ਕੇ ਕੱਢਦਾ ਗਿਆ ਕੁੰਡੀਆਂ ਨੂੰ, ਵੀ ਕੋਈ ਗੱਲ ਨਹੀਂ, ਸਾਰੇ ਜੀਆਂ ਦਾ ਦਾਤਾ ਇੱਕੋ ਹੀ ਆ। ਜੇ ਮੈਨੂੰ ਕੋਈ ਖਾਸੀਅਤ ਦਿੱਤੀ ਹੈ ਤਾਂ ਉਹ ਖੋ ਵੀ ਸਕਦਾ, ਜੇ ਮੈਨੂੰ ਦਿੱਤੀ ਹੈ ਹੋਰਾਂ ਨੂੰ ਵੀ ਦੇ ਸਕਦਾ। ਇਹ ਥੋਟ ਨਾਲ ਨਾਲ ਬਾਣੀ 'ਚੋਂ, ਗੁਰੂ ਕੀਆਂ ਸਾਖੀਆਂ 'ਚੋਂ ਮਿਲਦੇ ਰਹਿੰਦੇ ਆ, ਅਤੇ ਬੰਦਾ ਥੋੜ੍ਹਾ ਸ਼ਾਂਤ ਰਹਿੰਦਾ। ਆਪ ਗਵਾਇਆ ਤਾਂ ਫਿਰ ਪਾਇਆ, ਗੁਰ ਕੈ ਸ਼ਬਦ ਸਮਾਇਆ। ਫਿਰ ਗੁਰੂ ਦੇ ਸ਼ਬਦ ਦੇ ਵਿੱਚ ਸਮਾ ਜਾਂਦੇ ਆ। ਸਾ ਧਨ ਸ਼ਬਦ ਸੁਹਾਈ, ਪ੍ਰੇਮ ਕਸਾਈ, ਅੰਤਰ ਪ੍ਰੀਤ ਪਿਆਰੀ। ਸਾ ਧਨ ਉਹ ਜੀਵ ਇਸਤਰੀ, ਇਹ ਰੂਹ, ਸਹਾਈ ਸੋਹਣੇ ਜੀਵਨ ਵਾਲੀ। ਜੀਵਨ ਹੀ ਸੋਹਣਾ ਹੋ ਗਿਆ ਜਦੋਂ ਤੋਂ ਇੱਕ ਦੀ ਇੱਕ ਮਿਕਤਾ ਮਿਲ ਗਈ, ਚੜ੍ਹਦੀ ਕਲਾ ਵਾਲਾ ਜੀਵਨ ਹੋ ਗਿਆ। ਕਸਾਈ ਖਿੱਚੀ ਹੋਈ, ਪ੍ਰੇਮ ਕਸਾਈ, ਪ੍ਰੇਮ ਦੀ ਡੋਰੀ ਪਾ ਕੇ ਤੰਦ ਖਿੱਚ ਲਈ। ਜਿਵੇਂ ਤਬਲੇ ਨੂੰ ਕੱਸਦੇ ਹੁੰਦੇ ਆ ਨਾ, ਐਂ ਤਣ ਜਾਂਦਾ ਸਿਸਟਮ। ਐਂ ਪਤਾ ਲੱਗਦਾ ਅੰਦਰ ਦਾ ਸਾਰੇ ਦਾ ਕਿ ਉਹਦੇ ਪ੍ਰੇਮ ਦੇ ਤੁਣਕੇ ਵੱਜਦੇ ਕਿਵੇਂ ਆ, ਕਿਵੇਂ ਉਹਦੇ ਸੱਦੇ ਆਉਂਦੇ ਆ, ਕਿਵੇਂ ਉਹਦੀ ਰੌਂ ਚੱਲਦੀ ਆ, ਕਿਵੇਂ ਲੱਗਦਾ ਕਿ ਇਕੱਲੇ ਹੀ ਹੋਈਏ, ਕੋਈ ਨਾ ਹੋਵੇ, ਪਰ ਫਿਰ ਡਿਊਟੀਆਂ ਨਿਭਾਉਣ ਦਾ, ਹੈ ਨਾ। ਸਾ ਧਨ ਸ਼ਬਦ ਸੁਹਾਈ, ਪ੍ਰੇਮ ਕਸਾਈ, ਅੰਤਰ ਪ੍ਰੀਤ ਪਿਆਰੀ। ਅੰਦਰ ਕੀ ਆ? ਪ੍ਰੀਤ ਦੀ ਰੀਤ ਆ, ਜਿਹੜੀ ਉਹਦੀ ਖਿੱਚ ਆ, ਜਿਹੜਾ ਉਹਦਾ ਪ੍ਰੇਮ ਆ, ਉਹ ਹੁਲਾਰੇ ਮਾਰਦਾ। ਰੋਮ ਰੋਮ ਵਿੱਚ ਵਾਸ ਸੱਜਣ ਦਾ ਪਤਾ ਲੱਗਦਾ, ਪੈਰਾਂ ਤੋਂ ਲੈ ਕੇ ਸਿਰ ਤੱਕ। ਆਹ ਸਰੀਰ ਪਿਆਰਾ ਲੱਗਣ ਲੱਗ ਜਾਂਦਾ, ਕਿਉਂਕਿ ਕਿਸੇ ਦੂਸਰੇ ਦੀਆਂ ਅੱਖਾਂ ਰਾਹੀਂ ਵੇਖ ਲਿਆ ਕਿ ਬਹੁਤ ਪਿਆਰਾ ਹੈ। ਆਪ ਨੂੰ ਕਈ ਵਾਰ ਨਹੀਂ ਪਤਾ ਹੁੰਦਾ। ਜਿਹੜਾ ਜੁੜਿਆ ਹੋਇਆ ਜਦੋਂ ਕੋਈ ਤੁਹਾਨੂੰ ਕਹਿੰਦਾ ਨਾ ਕਿ ਤੂੰ ਵੀ ਉਹੀ ਆ,
ਕਿਉਂ ਘਿਰਨਾ ਕਰਦਾ? ਕਿਉਂਕਿ ਪਹਿਲਾਂ ਪ੍ਰਚਾਰ ਸੁਣੇ ਹੁੰਦੇ ਆ ਨਾ, ਅਸੀਂ ਵਧੀਆ ਵਧੀਆ ਪ੍ਰਚਾਰਕ ਸੁਣਿਆ ਜਿਨ੍ਹਾਂ ਦੇ ਨਾਂ ਬੜੇ ਬੜੇ, ਇਹ ਗੰਦ ਦਾ ਗੁਥਲਾ, ਇਹਦੇ ਵਿੱਚ ਜੇ ਆ, ਇਹਦੇ ਵਿੱਚ ਉਹ, ਸਿਰਫ ਕੱਲੀਆਂ ਜਿਹੜੀਆਂ ਰੀਤ ਅਨੁਸਾਰ ਹੁਣ ਇਹਦੇ 'ਚ ਬਣਨਾ ਹੀ ਆ ਸਾਰਾ ਕੁਛ, ਇੱਕ ਸਿਸਟਮ ਹੈ ਯਾਰ, ਉਹਦੀ ਵੀ ਗਲਤੀ ਕਰਨੀ ਆ, ਤੇ ਬੰਦੇ ਨੂੰ ਐਂ ਦਿਖਾ ਦੇਣਾ ਵੀ ਤੂੰ ਤਾਂ ਜਮਾਂ ਹੀ ਗਿਆ ਗੁਜ਼ਰਾ, ਤੇਰੇ 'ਚ ਡੱਕਾ ਵੀ ਨਹੀਂ। ਤੋ ਵਿਚਾਰਾ ਕਈ ਵਾਰੀ ਫਿਰ ਕਿ ਹਾਂ ਬਈ ਵੱਡੇ ਕਹਿੰਦੇ ਆ, ਥੋੜ੍ਹੇ ਸਿਆਣੇ ਆ, ਪੜ੍ਹੇ ਲਿਖੇ ਆ, ਇਹਨੂੰ ਵੀ ਨਫ਼ਰਤ ਕਰਨ ਲੱਗ ਜਾਂਦਾ। ਤੇ ਸਤਿਗੁਰੂ ਕਹਿੰਦੇ ਹਰਮੰਦਰ ਦਿੱਤਾ ਹੀ ਆ ਤੈਨੂੰ, ਐਡੀ ਸੋਹਣੀ ਤੈਨੂੰ ਬਣਤਰ ਬਣਾ ਕੇ ਤੋਰਿਆ, ਤੈਨੂੰ ਆਪਣਾ ਸਰੂਪ ਦੇ ਕੇ ਤੋਰਿਆ, ਤੂੰ ਇਹਨੂੰ ਪਿਆਰ ਕਰ, ਉਹ ਪ੍ਰੀਤ ਦੀ ਖਿੱਚ ਪਾ, ਇਹਦਾ ਕਰਕੇ ਮਿਲੂ ਜੋ ਮਿਲੂ। ਇਸ ਦੇਹੀ ਕੋ ਤਰਸੈ ਦੇਵ, ਐਵੇਂ ਨਹੀਂ ਕਿਹਾ ਦੇਵਤਿਆਂ ਕੋਲੇ ਕੱਲੀ ਰੂਹ ਆ, ਸਰੀਰ ਹੈ ਨਹੀਂ। ਉਹ ਹੁਣ ਵੱਧ ਘੱਟ ਕਮਾਈ ਨਹੀਂ ਕਰ ਸਕਦੇ, ਉਹ ਜਿੰਨੇ ਜੋਗੇ ਹੈਗੇ ਉੱਥੇ ਹੀ ਹੈ। ਤੇ ਜਦੋਂ ਉਹਨਾਂ ਦਾ ਜੀਅ ਵੀ ਕਰਦਾ ਅੱਗੇ ਜਾਣ ਨੂੰ, ਤਾਂ ਫਿਰ ਹੁਕਮ ਇੱਕੋ ਹੀ ਆ ਕਿ ਜਾਓ ਮਾਤ ਲੋਕ, ਕਰੋ ਕਮਾਈਆਂ। ਆਹ ਸਰੀਰ ਹੀ ਆ ਜਿਹਦਾ ਕਰਕੇ ਸਾਰਾ ਕੁਝ ਮਿਲਦਾ। ਮੌਕਾ ਬਹੁਤ ਵੱਡਾ, ਬਹੁਤ ਜ਼ਿਆਦਾ ਵੱਡਾ ਮੌਕਾ, ਨਰ ਤੋਂ ਨਰੈਣ ਹੋਣ ਦਾ, ਭਗਤ ਤੋਂ ਭਗਵਾਨ ਹੋਣ ਦਾ, ਹੋਰ ਕਿਤੇ ਮੌਕਾ ਨਹੀਂ ਹੈ। ਜਿੰਨੀ ਅਥਾਰਟੀ ਵਧਾ ਲਓਗੇ, ਜਿੱਡੇ ਉੱਚੇ ਹੋ ਜਾਓਗੇ, ਓਡੀ ਉਚਾਈ ਦਾ ਹੀ ਸਾਰਾ ਕੁਝ ਮਿਲਦਾ। ਆਪਣੇ ਆਪ ਇੰਤਜ਼ਾਮ ਹੁੰਦੇ ਆ ਸਾਰੇ। ਦੇਖੋ ਸਹੀ ਆ ਕੇ ਤਾਂ ਸਤਿਗੁਰੂ ਕਹਿੰਦੇ ਸਾ ਧਨ ਸ਼ਬਦ ਸਹਾਈ, ਪ੍ਰੇਮ ਕਸਾਈ, ਅੰਤਰ ਪ੍ਰੀਤ ਪਿਆਰੀ। ਅੰਦਰ ਹਰ ਵੇਲੇ ਪ੍ਰੀਤ ਦੀ ਲੈ, ਅਡੋਲਤਾ ਦਾ ਇੱਕ ਸਿਸਟਮ, ਇੱਕ ਅੰਦਰੇ ਅੰਦਰ ਦੀਂਦਾ। ਆਹ ਅੱਖਾਂ ਨਾਲ ਨਹੀਂ, ਇਹ ਅੱਖਾਂ ਤਾਂ ਬਾਹਰੋਂ ਖੜ ਜਾਂਦੀਆਂ ਕਈ ਵਾਰੀ, ਉਹ ਅੱਖਾਂ ਹੀ ਹੋਰ ਆ ਜਿਨ੍ਹਾਂ ਨਾਲ ਉਹ ਦੀਂਦੀ ਆ, ਚੱਲਦੀ ਰਹੋ। ਤੇ ਜਿਨ੍ਹਾਂ ਦੇ ਚੱਲਦੀ ਹੁੰਦੀ ਆ ਉਹਨਾਂ ਦਾ ਸੰਗ ਕੀਤਿਆਂ ਵੀ ਪਤਾ ਲੱਗਦਾ। ਇੱਕ ਮਸਤੀ ਆਉਣੀ ਸ਼ੁਰੂ ਹੋ ਜਾਂਦੀ ਉਹਨਾਂ ਦੇ ਆਸੇ ਪਾਸੇ, ਜਿੱਥੇ ਰਹਿੰਦੇ ਆ, ਜਿੱਥੇ ਬਹਿੰਦੇ ਆ, ਜਿੱਥੋਂ ਦੀ ਲੰਘਦੇ ਆ, ਹਵਾਵਾਂ ਦੇ ਵਿੱਚ ਇੱਕ ਮਸਤੀ ਆ ਜਾਂਦੀ ਆ। ਐਵੇਂ ਨਹੀਂ ਬੁੱਧ ਦੇ ਮਗਰ 10,000 ਬੰਦਾ ਤੁਰਿਆ ਫਿਰਦਾ ਸੀ ਹਰ ਵੇਲੇ। ਗੁਰੂ ਨਾਨਕ ਸਾਹਿਬ ਵੇਲੇ ਆਪਾਂ ਤਾਂ ਕਦੇ ਗੁਰੂ ਨਾਨਕ ਨੂੰ ਆਈ ਸਮਝਦੇ ਬਾਲਾ ਮਰਦਾਨੇ ਸੀ। ਪਤਾ ਨਹੀਂ ਕਿੰਨੇ ਕਿੰਨੇ ਕੁ ਗਿਆਨੀਆਂ ਦੀਆਂ ਡਾਰਾਂ ਨਾਲ ਰਹਿੰਦੀਆਂ ਸੀ, ਜਿਹੜੇ ਗਿਆਨ ਚਕਸੂ ਰੱਖਦੇ ਸੀ। ਪਤਾ ਨਹੀਂ ਕਿੰਨੇ ਕਿੰਨੇ ਕੁ ਲੋਕ ਕਿੰਨਾ ਕਿੰਨਾ ਚਿਰ ਸੰਗਤਾਂ ਕਰਦੇ ਸੀ। ਕਈ ਤਾਂ ਰਾਜਾ ਨਹੀਂ ਸਾਲ ਸਾਲ ਘਰ ਰੱਖਿਆ ਤੇ ਆਪਦੀ ਸਾਰੀ ਪ੍ਰਜਾ ਨੂੰ ਕਿਹਾ ਸੰਗਤ ਕਰੋ। ਇਹ ਤਾਂ ਬੜੇ ਰੰਗ, ਉਹ ਤਾਂ ਰੰਗ ਹੀ ਹੋਰ ਆ। ਜੁੜ ਕੇ ਬੈਠੋ, ਦੇਖਿਓ ਸਹੀ ਕੀ ਹੈ। ਬੜਾ ਕੁਛ ਹੈ, ਬੜਾ ਹੀ ਕੁਛ ਹੈ। ਬੜੀਆਂ ਹੀ ਕਿਰਪਾ ਸਤਿਗੁਰੂ ਦੀਆਂ। ਨਾਨਕ ਸਾ ਧਨ ਮੇਲ ਲਈ, ਫਿਰ ਆਪੇ ਸਾਚੈ ਸਾਹੇ ਸਵਾਰੀ। ਗੁਰੂ ਨਾਨਕ ਦੇ ਨਾਮ ਦੀ ਮੋਹਰ ਲਾ ਕੇ ਦਿੱਤੀ। ਉਹ ਧਨ, ਉਹ ਇਸਤਰੀ, ਉਹ ਜੀਵ ਇਸਤਰੀ ਮੇਲ ਲਈ। ਕਹਿੰਦੇ ਆ ਜਾ ਬਈ, ਫਾਟਕ ਖੁੱਲ੍ਹੇ ਆ ਸਾਰੇ। ਫਿਰ ਆਪੇ ਉਹਨੇ ਨੰਬਰ ਉਹਨੇ ਹੀ ਦੇਣੇ ਆ। ਗੁਰਪ੍ਰਸਾਦ ਉੱਧਰੋਂ ਹੀ ਵਾਪਰਦਾ। ਸਾਚਾ ਸਾਹੇ ਸਵਾਰੀ, ਉਹ ਜਿਹੜਾ ਸੱਚਾ ਸਾਹ, ਜਿਹੜਾ ਸਾਰੀ ਦੁਨੀਆ ਦਾ ਮਾਲਕ ਆ, ਜਿਹੜਾ ਡਿਊਟੀਆਂ ਦਿੰਦਾ ਸਾਡੇ ਵਰਗਿਆਂ ਨੂੰ, ਸਭ ਨੂੰ, ਆਪਾਂ ਨੂੰ, ਸਭ ਨੂੰ। ਕਹਿੰਦੇ ਉਹ ਆਪੇ ਮੇਲਦਾ ਨਾਲ, ਨਾਨਕ ਸਾ ਤਨ ਮੇਲ ਲਈ, ਫਿਰ ਆਪੇ ਸਾਚਾ ਸਾਹੇ ਸਵਾਰੀ। ਉਹ ਸਾਹ ਨੇ, ਸੱਚੇ ਨੇ, ਆਪਣੀ ਇੱਕ ਮਿਕਤਾ ਬਖਸ਼ ਦਿੱਤੀ, ਸਿਰ ਤੇ ਹੱਥ ਰੱਖ ਦਿੱਤਾ। ਜਿਹੜੀ ਭਟਕਣਾ ਸੀ ਸਾਰੀ ਮਿਟ ਗਈ, ਆਪਣੇ ਨਾਲ ਬਣਾ ਲਈ। ਇਦੋਂ ਅੱਗੇ ਗੱਲ ਸਤਿਗੁਰੂ ਕਿਹਦੀ ਕਰਦੇ ਆ? ਨਿਰਗੁਣ ਬੰਤੜੀਏ ਪਰ ਦੇਖ ਹਦੂਰੇ ਰਾਮ, ਹੇ ਗੁਣਾ ਤੋਂ ਸਖਣੀਏ ਜਿੰਦੇ। ਜਿਹਦਾ ਧਿਆਨ ਨਹੀਂ ਉਹਨੂੰ ਕਿਹਾ ਨਿਰਗੁਣ ਬੰਤੜੀਏ, ਤੇਰੇ 'ਚ ਗੁਣ ਹੀ ਹੈ ਨਹੀਂ। ਧਿਆਨ ਦੇ ਗੁਣ ਤੋਂ ਬਿਨਾਂ, ਗਿਆਨ ਦੇ ਗੁਣ ਤੋਂ ਬਿਨਾਂ, ਸੇਵਾ ਤੋਂ ਬਿਨਾਂ ਦਿਸਦਾ ਹੀ ਨਹੀਂ। ਨਿਰਗੁਣ ਬੰਤੜੀਏ ਪਿਰ ਦੇਖ, ਉਹ ਪਿਰ ਨੂੰ ਵੇਖ। ਹਦੂਰੇ ਰਾਮ, ਆਪਣੇ ਨੇੜੇ ਦੇਖ ਚਾਰ ਸਵੇਰੇ। ਕਣ ਕਣ ਦੇ ਵਿੱਚ ਉਹੀ ਆ। ਪਹਿਲਾਂ ਦੇਖ ਤੇਰੇ 'ਚ ਵਾਸ ਉਹਦਾ ਹੀ ਆ, ਪਰ ਤਾਂ ਦੀਂਦਾ ਜਦੋਂ ਕੋਈ ਜਾਗਿਆ ਵਾ ਟੱਕਰ ਜਾਂਦਾ, ਉਹਦੀ ਰੌਸ਼ਨੀ ਵੇਖ ਕੇ ਪਤਾ ਲੱਗਦਾ ਕਿ ਇਹਨੂੰ ਕਹਿੰਦੇ ਆ ਮਿਲਾਪ। ਗੁਰਮੁਖ ਜਿੰਨੀ ਰਾਵਿਆ ਮੂਈਏ, ਪਿਰ ਰਵ ਰਿਹਾ ਭਰਪੂਰੇ ਰਾਮ। ਕਹਿੰਦੇ ਤੈਨੂੰ ਗੱਲ ਦੱਸੀਏ, ਜੇ ਤੈਨੂੰ ਨਹੀਂ ਪਤਾ ਲੱਗਦਾ ਨਾ, ਆਪਾਂ ਜਿਵੇਂ ਗੱਲ ਕਰਦੇ ਹੁੰਦੇ ਵੀ ਇੱਕ ਹੁੰਦਾ ਗੁਰਸਿੱਖ, ਜਿਹਨੇ ਇਹ ਸੰਕਲਪ ਲਿਆ ਕਿ ਗੁਰੂ ਤੋਂ ਸਿੱਖਿਆ ਲਊਂਗਾ, ਪ੍ਰਾਪਤੀ ਕਰੂੰ ਨਿਰੰਕਾਰ ਦੀ, ਉਹ ਆ ਗੁਰਸਿੱਖ। ਤੇ ਜਦੋਂ ਸਿੱਖਿਆ ਮਿਲ ਜਾਂਦੀ ਆ, ਪਤਾ ਲੱਗਦਾ ਕਿ ਫਿਰ ਅੰਦਰ ਅੰਤਰਾਤਮੇ ਜਾਣਾ ਕਿਵੇਂ ਆ, ਉਹਨੂੰ ਜਾਣਨਾ ਕਿਵੇਂ ਆ। ਜਿਵੇਂ ਗੁਰੂ ਨਾਨਕ ਦੇ ਘਰ ਦਾ ਅਸੂਲ ਆ ਕਿ ਭਾਈ ਅੱਜ ਤੋਂ ਤੇਰਾ ਗੁਰੂ ਪਵਨ ਹੈ, ਲਿਖ ਕੇ ਦਿੱਤਾ ਗੁਰੂ ਨਾਨਕ ਸਾਹਿਬ ਨੇ ਮੋਹਰ ਲਾ ਕੇ ਜਪਜੀ ਸਾਹਿਬ 'ਚ। ਪਵਨ ਗੁਰੂ
ਪਾਣੀ ਪਿਤਾ ਮਾਤਾ ਧਰਤ ਮਹੱਤ। ਬਾਹਰੀ ਮਾਤਾ ਪਿਤਾ ਨੇ ਤੈਨੂੰ ਜਨਮ ਦਿੱਤਾ, ਸੰਸਾਰ ਦਿਖਾਤਾ, ਅਤੀ ਸਤਿਕਾਰ ਕਰਨਾ ਉਹਨਾਂ ਦਾ। ਉਹਨਾਂ ਦੇ ਪੈਰੀ ਹੱਥ ਲਾਏ ਬਿਨਾਂ ਗੱਲ ਬਣਨੀ ਨਹੀਂ। ਅਥਾਰਟੀ ਆ ਉਹਨਾਂ ਕੋਲੇ। ਉਹੀ ਸਾਡੇ ਚੰਦ ਸੂਰਜ ਆ ਦੋਨੋਂ। ਮਾਂ ਸਾਡਾ ਚੰਦਰਮਾ, ਪਿਤਾ ਸਾਡਾ ਸੂਰਜ ਆ, ਜਿਹੜੇ ਨਾਲ ਰਹਿੰਦੇ ਆ। ਭਾਈ ਸਾਡੇ ਮੰਗਲ ਬਣ ਕੇ ਖੜਦੇ ਆ। ਗੁਰੂ ਆ ਜਿਹੜਾ ਪਾਣੀ ਬਣ ਕੇ, ਬ੍ਰਹਸਪਤ ਸਾਡੇ ਕਣ ਕਣ ਦੇ ਵਿੱਚ ਰਮ ਜਾਂਦਾ। ਉਹ ਪੌਣ ਹੈ। ਪੌਣ ਗੁਰੂ ਨੇ ਸ਼ਬਦ ਗੁਰੂ ਨਾਲ ਮਿਲਾਪ ਕਰਾਉਣਾ। ਪੌਣ ਗੁਰੂ ਦੇ ਨਾਲ ਜਾਇਆ ਬਿਨਾਂ ਗੱਲ ਹੀ ਨਹੀਂ ਬਣਦੀ। ਕੋਈ ਯੋਗਾ ਕਰੀ ਚੱਲ, ਕੋਈ ਪ੍ਰਾਣਾਯਾਮ ਕਰੀ ਚੱਲ, ਜਿੰਨੇ ਡੰਡਕ ਮੰਡਕ ਮਰਜ਼ੀ ਕਰੀ ਚੱਲ, ਜਿੰਨਾ ਚਿਰ ਖੁਦ ਆਪ ਤੂੰ ਖੁਦ ਧਿਆਨ ਆ ਜਿਹੜਾ ਆ ਇਹ ਨਾਲ ਨਹੀਂ ਤੁਰਦਾ ਸਵਾਸਾਂ ਦੇ, ਜਾ ਕੇ ਹਾਜ਼ਰੀ ਨਹੀਂ ਲਾਉਂਦਾ ਧੁਨ ਦੇ ਵਿੱਚ, ਜਿੱਥੋਂ ਸੈਂਟਰ ਖੁੱਲ੍ਹਣੇ, ਜਿੱਥੇ ਕੀ ਆ ਸਾਡੀ ਚਾਬੀ ਆ, ਜਿੱਥੋਂ ਚੜ੍ਹਨਾ ਸਾਰਾ ਕੁਛ ਜਿਹੜਾ ਪਿੰਗਲਾ ਸੁਖਮਨਾ ਵੱਲ ਨੂੰ, ਸਾਰੀ ਊਰਜਾ ਨੇ ਜਦੋਂ ਪ੍ਰਭਾਵਿਤ ਕਰਨਾ ਸਾਨੂੰ, ਸਾਡੇ ਸੱਤੇ ਚੱਕਰਾਂ ਨੇ ਖੁੱਲ੍ਹਣਾ, ਉਦੋਂ ਜਦੋਂ ਸਾਡਾ ਧੁਨਮੈ ਧਿਆਨ ਮੈਂ ਜਾਣਿਆ, ਸਾਰੇ ਰਾਜ ਸਾਹਮਣੇ ਖੁੱਲ੍ਹ ਜਾਣੇ ਆ। ਗੁਰਮੁਖ ਇਕੱਠ ਕਹਾਣੀ, ਗੁਰਮੁਖ ਬਣਨਾ ਪੈਣਾ। ਗੁਰਮੁਖ ਉਹ ਆ ਜਿਹੜਾ ਪੌਣ ਗੁਰੂ ਦੇ ਚਰਨਾਂ ਕੰਨੀ ਧਿਆਨ ਧਰਦਾ, ਰੋਜ਼ਾਨਾ ਆਉਂਦੇ ਜਾਂਦੇ ਸਵਾਸਾਂ ਦੇ ਦਰਸ਼ਨ ਕਰਦਾ, ਗੁਰੂ ਨਾਨਕ ਦਾ ਨਾਂ ਲੈ ਕੇ ਉਹਨਾਂ ਦੀ ਗਵਾਹੀ ਪਾ ਕੇ ਬਹਿੰਦਾ, ਨਾਲ ਨਾਲ ਕੋਸ਼ਿਸ਼ ਕਰਦਾ ਜਾਣ ਦੀ ਤੇ ਬਾਹਰ ਆਉਣ ਦੀ, ਜਾਣ ਦੀ ਤੇ ਬਾਹਰ ਆਉਣ ਦੀ। ਖੇਡ ਬਣ ਜਾਣੀ ਹੈ ਕਿਸੇ ਦਿਨ। ਇਹ ਕਿਰਿਆ ਗੁਰੂ ਨਾਨਕ ਦੇਵ ਸਾਹਿਬ ਦਿੰਦੇ ਸੀ ਜਦੋਂ ਕਿਸੇ ਨੂੰ ਮਿਲਦੇ ਸੀ। ਅੱਗੇ ਅੱਗੇ ਹੋਰ ਬੜਾ ਕੁਛ ਹੈ। ਸਾਰੇ ਕਾਸੇ ਨੂੰ ਭੁੱਲ ਕੇ ਜੇ ਸੁਣਦੇ ਹੋ ਤਾਂ ਬੈਠਣ ਲੱਗ ਜਾਓ। 5 ਮਿੰਟ ਤੋਂ ਸ਼ੁਰੂ ਕਰ ਲਓ, ਬੇਸ਼ੱਕ 1 ਮਿੰਟ ਤੋਂ ਕਰ ਲਓ। 1 ਮਿੰਟ ਗੁਰੂ ਨਾਨਕ ਦੇ ਨਾਂ ਦੀ ਅਰਦਾਸ ਕਰਕੇ ਕਿ ਪਾਤਸ਼ਾਹ ਰੱਖੋ ਸਿਰ 'ਤੇ ਹੱਥ, ਤੁਹਾਡੀ ਦਿੱਤੀ ਵਿਧੀ ਨਾਲ ਅਸੀਂ ਜਾਣਾ ਚਾਹੁੰਦੇ ਹਾਂ ਅੰਦਰ। ਉਹਨਾਂ ਦੀ ਧਰੋ ਗੋਦ 'ਚ ਸਿਰ, ਪਹਿਲਾਂ ਲਓ ਲੰਬੇ ਲੰਬੇ 5-4 ਸਾਹ, ਤੁਹਾਡਾ ਸਰੀਰ ਖੁੱਲ੍ਹੇ, ਪਤਾ ਲੱਗੇ ਵੀ ਕਿੱਥੋਂ ਜਾ ਕੇ ਮੁੜਦਾ, ਪੌਜ ਕਿੱਥੇ ਹੁੰਦਾ, ਵਾਪਸ ਕਿੱਥੇ ਆਉਂਦਾ। ਬਹੁਤ ਬਰੀਕ ਫਰਕ ਆ ਜਦੋਂ ਰੁਕ ਕੇ ਮੁੜਦਾ, ਉਹਦੇ ਸੰਨ 'ਚ ਹੀ ਸਾਰਾ ਕੁਛ ਪਿਆ। ਬੜੀਆਂ ਰਹਿਮਤਾਂ। ਸਤਿਗੁਰੂ ਕਹਿੰਦੇ ਗੁਰਮੁਖ ਜਿਹੜਾ ਅੰਦਰ ਜਾਂਦਾ ਆਉਂਦਾ, ਮਨਮੁਖ ਜਿਹਦਾ ਸਾਰਾ ਧਿਆਨ ਮਨ ਦੇ ਆਖੇ ਲਾ ਕੇ ਬਾਹਰ ਹੈ। ਗੁਰਮੁਖ ਜਿਨੀ ਰਾਵਿਆ ਮੂਈਏ, ਫਿਰ ਰਵ ਰਿਹਾ ਭਰਪੂਰੇ ਰਾਮ। ਉਹਨਾਂ ਦੇ 4 ਸਪੇਰੇ ਰਵ ਰਿਹਾ, ਉਹਨਾਂ ਨੂੰ ਦਿਸਦਾ, ਉਹਨਾਂ ਨੇ ਪ੍ਰਗਟ ਕਰ ਲਿਆ। ਗੁਰਮੁਖ ਜਿਨੀ ਰਾਵਿਆ ਮੂਈਏ, ਫਿਰ ਰਵ ਰਿਹਾ ਭਰਪੂਰੇ ਰਾਮ। ਭਰਪੂਰ ਆ ਸਾਰੇ ਪਾਸੇ, ਤੇ ਤੂੰ ਉਹਨਾਂ ਦਾ ਸੰਗ ਕਰਕੇ ਦੇਖ, ਮਿਲ, ਪਤਾ ਲੱਗੇ। ਫਿਰ ਰਵ ਰਿਹਾ ਭਰਪੂਰੇ ਬੇਕ ਹਜੂਰੇ, ਜੁਗ ਜੁਗ ਇੱਕੋ ਜਾਤਾ। ਕਹਿੰਦੇ ਉਹ ਫਿਰ, ਉਹ ਪਰਮਾਤਮਾ, ਉਹ ਇੱਕ ਓਂਕਾਰ, ਓਂਕਾਰ ਦੀ ਧੁਨ, ਪ੍ਰਕਾਸ਼ ਰੂਪ, ਨਾਦ ਰੂਪ ਹੋ ਕੇ ਤੇਰੇ ਨਾਲ ਹੀ ਆ। ਫਿਰ ਰਵ ਰਿਹਾ ਭਰਪੂਰੇ, ਭਰਪੂਰ ਅਵਸਥਾ 'ਚ, ਵੇਖ ਹਜੂਰੇ, ਵੇਖ ਤੂੰ, ਜੁਗ ਜੁਗ ਇੱਕੋ ਜਾਤਾ। ਜੁਗਾਂ ਜੁਗਾਂ ਦੀ ਇਹੀ ਮਰਜ਼ਾਦਾ ਇੱਕੋ ਹੀ। ਇਹ ਤਾਂ ਗੁਰੂਆਂ ਦੇ ਸਾਰੇ ਹੁੰਦਾ, ਕਿ ਉਹ ਕਿਹੜੀ ਤਪੱਸਿਆ ਕਰਾਉਂਦੇ ਉਹ ਦੇਖ ਲੈਂਦੇ ਆ। ਇੱਕ ਬੰਦਾ ਇੰਨਾ ਭੱਜਿਆ ਫਿਰਦਾ, ਊਰਜਾ ਦਾ ਭਰਿਆ ਵਾ, ਟੱਪੂ ਟੱਪੂ ਕਰਦਾ, ਬੈਠਾ ਵੀ ਪੈਰ ਹਿਲਾਈ ਜਾਂਦਾ, ਗੋਡਿਆਂ 'ਤੇ ਹੱਥ ਮਾਰੀ ਜਾਂਦਾ, ਖੜਦਾ ਨਹੀਂ ਬਿੰਦਕ ਵੀ, ਇੱਧਰ ਝਾਕਦਾ ਇੱਧਰ ਝਾਕਦਾ। ਗੁਰੂ ਨੂੰ ਪਤਾ ਕਿ ਇਹਨੂੰ ਬੈਠਣ ਨੂੰ ਕਹਿੰਦਾ, ਤਾਂ ਬੈਠਿਆ ਨਹੀਂ ਜਾਣਾ। ਫਿਰ ਉਹਨੂੰ ਉਹੋ ਜਿਹੀ ਕਲਾ ਵਰਤਾਉਂਦੇ ਆ ਕੋਈ, ਵੀ ਇੰਨੇ ਭੱਜ ਕੇ ਗੇੜੇ ਲਾ, ਇੰਨੇ ਗੇੜਾਂ ਬਾਅਦ ਫਿਰ ਤੂੰ ਆਹ ਕਰੀ, ਇੰਨਿਆਂ ਬਾਅਦ ਆਹ ਕਰੀ। ਉਹਨਾਂ ਨੂੰ ਪਤਾ ਭੱਜ ਭੁੱਜ ਕੇ ਜੋ ਥੱਕ ਗਿਆ ਫਿਰ ਬਹਿ ਵੀ ਜਾਊਗਾ। ਉਹ ਅਗਲਾ ਬੜਾ ਸੀਰੀਅਸ ਲੈ ਜਾਂਦਾ ਵੀ ਗੁਰੂ ਨੇ ਕਿਹਾ, ਫਿਰ ਲੈਣਾ ਵੀ ਚਾਹੀਦਾ ਗੁਰੂ ਤੋਂ ਗੱਲ। ਇਹ ਅਸਲ ਦੇ ਵਿੱਚ ਸਾਨੂੰ ਬਹਾਉਣਾ ਹੀ ਹੁੰਦਾ। ਸਾਡੇ ਬੈਠਣ 'ਚ ਜੇ ਡਿੱਕਾ ਸਾਡੇ ਸਰੀਰ 'ਚ ਕੋਈ, ਉਹਨੂੰ ਪਹਿਲਾਂ ਗੁਰੂ ਨੇ ਦੂਰ ਕਰਨਾ, ਫਿਰ ਇੱਥੇ ਲਿਆਉਣਾ। ਜਿਹੜੇ ਸਿੱਧੇ ਹੀ ਆ ਸਕਦੇ ਉਹਨਾਂ ਨੂੰ ਕੋਈ ਚੱਕਰ ਨਹੀਂ। ਅਸੀਂ ਜਦੋਂ ਸ਼ੁਰੂਆਤਾਂ ਕੀਤੀਆਂ ਸੀ ਇਸ ਪਾਸੇ, ਤਾਂ ਚਰਨਾਂ 'ਚ ਪਹਿਲਾਂ ਹੀ ਬੇਨਤੀ ਕਰਤੀ ਸੀ ਕਿ ਬਹੁਤਾ ਨੱਚ ਟੱਪ ਨਹੀਂ ਹੁੰਦਾ। ਪਹਿਲਾਂ ਤਾਂ ਬਚਪਨ ਤੋਂ ਹੀ ਬਹਿੰਦੇ ਆ, ਦੱਸੋ ਪਹਿਲੀ ਵਾਰ 'ਚ ਹੀ ਬੇੜਾ ਪਾਰ ਕਰਤਾ ਸੀ ਕਿ ਨੇੜ ਹੀ ਆ, ਫਿਰ ਤਾਂ ਕੋਲ ਹੀ ਫਿਰਦੇ ਹੋ, ਨਾਨਕ ਖੇਡਦਾ ਫਿਰਦਾ ਕੋਲੇ, ਫੜ ਲਓ ਚਰਨ, ਬਸ ਗੱਲ ਬਣਾਤੀ। ਫਿਰ ਰਵ ਰਿਹਾ ਭਰਪੂਰੇ ਵੇਖ ਹਜੂਰੇ, ਜੁਗ ਜੁਗ ਇੱਕੋ ਜਾਤਾ। ਜੁਗਾਂ ਜੁਗਾਂ ਤੋਂ ਇੱਕੋ ਹੀ ਉਹ ਜਾਣਿਆ, ਇੱਕ ਓਅੰਕਾਰ ਸਤਨਾਮ ਸੱਚਾ ਨਾਮ। ਜੁਗਾਂ ਜੁਗਾਂ ਦੀ ਮਰਜ਼ਾਦਾ ਇਹੀ ਹੈ। ਇਹੀ ਓਂਕਾਰ ਚੱਲਦਾ ਲੱਖਾਂ ਸਾਲਾਂ ਤੋਂ। ਜਿਹਨੇ ਵੀ ਜਾਣਿਆ, ਜਿਹਨੇ ਵੀ ਸੁਣਿਆ, ਉਹਨੂੰ ਓਂਕਾਰ ਹੀ ਕਿਹਾ। ਕੋਈ ਆਮੀਨ ਕਹਿ ਕੇ ਕਹਿ ਦੇ, ਓ ਮੀਨ ਕਹਿ ਕੇ ਕਹਿ ਦੇ, ਕੁਛ ਕਹੀ ਜਾਵੇ, ਹੈ ਓਂਕਾਰ ਹੀ। ਉਹ ਇੱਕ ਓਂਕਾਰ ਦੀ ਸਰਬ ਵਿਆਪਕਤਾ ਕਣ ਕਣ ਦੇ ਵਿੱਚ ਆ। ਜਦੋਂ ਹੀ ਅਸੀਂ ਬਹਿੰਦੇ ਹਾਂ, ਸਾਨੂੰ ਧੁਨ ਦੇ ਰੂਪ 'ਚ ਵੀ ਦਰਸ਼ਨ ਦਿੰਦਾ, ਪ੍ਰਕਾਸ਼ ਰੂਪ 'ਚ ਵੀ ਦਰਸ਼ਨ ਦਿੰਦਾ, ਅਤੇ ਸੁਗੰਧੀਆਂ ਦੇ ਰੂਪ 'ਚ ਵੀ ਕੋਲ ਆਉਂਦਾ। ਬਿਨਾਂ ਕਿਸੇ
ਸੁਗੰਧ ਲਾਇਆ, ਸੁਗੰਧੀਆਂ ਉੜਦੀਆਂ ਆਸੇ ਪਾਸਿਓਂ। ਜਿਹੜੇ ਜੁੜ ਕੇ ਬੈਠਦੇ ਉਹਨਾਂ ਨੂੰ ਪਤਾ ਲੱਗਦਾ ਕਿ ਕਿਹੜੇ ਕਿਹੜੇ ਰੂਪ ਦਿਖਾਉਂਦਾ ਫਿਰ ਮਾਲਕ। ਫਿਰ ਰਬ ਰਿਹਾ ਭਰਪੂਰੇ ਵੇਖ ਹਜੂਰੇ, ਜੁਗ ਜੁਗ ਏਕੋ ਜਾਤਾ, ਇੱਕੋ ਹੀ ਹੈ। ਧਨ ਬਾਲੀ ਭੋਲੀ ਫਿਰ ਸਹਿਜ ਰਾਵੈ, ਮਿਲਿਆ ਕਰਮ ਵਿਧਾਤਾ। ਧਨ ਉਹ ਜੀਵ ਇਸਤਰੀ, ਬਾਲੀ ਬਾਲ ਸੁਭਾਅ ਵਾਲੀ, ਭੋਲਾ ਸੁਭਾਅ, ਲਾਡਲਾ ਸੁਭਾਅ ਹੋਣਾ, ਭੋਲੀ ਭੋਲੇ ਸੁਭਾਅ ਵਾਲੀ, ਸਹਿਜ ਰਾਵੈ, ਮਿਲਿਆ ਕਰਮ ਵਿਧਾਤਾ। ਸਹਿਜ ਰਹਿਣ ਵਾਲੀ। ਸਹਿਜ ਮਹਾਰਾਜ ਕਹਿੰਦੇ ਕੀ ਹੁੰਦੀ ਹੈ? ਆਤਮਿਕ ਅਡੋਲਤਾ ਦੀ ਇੱਕ ਅਵਸਥਾ, ਨਾ ਪੱਲੜਾ ਊਰਜਾ ਦਾ ਇੱਧਰ ਨਾ ਇੱਧਰ, ਨਾ ਸੋਚ ਕਿਸੇ ਪਾਸੇ ਅਲਾਰੂ, ਸਿਰਫ ਨੱਕ ਦੀ ਸੇਧ, ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ, ਮਾਲਕਾ ਤੂੰ ਹੀ ਹੈ, ਮਾਲਕਾ ਤੂੰ ਹੀ ਹੈ, ਹੇ ਦਾਤਿਆ ਤੂੰ ਹੀ ਹੈ। ਸਭ ਦੇ ਕਹਿਣ ਦੇ ਢੰਗ ਆਪਣੇ ਹੁੰਦੇ, ਜਿਹੜਾ ਨਾ ਪਸੰਦ ਆ ਉਹੀ ਕਹਿ ਲਓ। ਹੇ ਰਾਮ, ਹੇ ਹਰੀ, ਹੇ ਵਾਹਿਗੁਰੂ, ਹੇ ਕ੍ਰਿਸ਼ਨਾ, ਹੇ ਰਾਮ। ਕਣ ਕਣ ਦੇ ਵਿੱਚ ਰਮਿਆ ਹੋਇਆ ਰਾਮ, ਜੋ ਪਿਆਰਾ ਲੱਗਦਾ। ਹੇ ਅੱਲਾ, ਹੇ ਅੱਲਾ ਪਾਕ, ਹੇ ਖੁਦਾਬੰਦ ਕਰੀਮ। ਕੁਛ ਵੀ ਕੁਛ ਵੀ। ਧਨ ਬਾਲੀ ਭੋਲੀ ਫਿਰ ਸਹਿਜ ਰਾਵਾ, ਮਿਲਿਆ ਕਰਮ ਵਿਧਾਤਾ। ਫਿਰ ਉਹ ਕਰਮਾਂ ਨੂੰ ਲਿਖਣ ਵਾਲਾ ਜਿਹੜਾ ਵਿਧਾਤਾ, ਜਿਹੜਾ ਜੋੜ ਮੇਲ ਬਣਾਉਂਦਾ ਸਾਰੇ ਪਾਸਿਓਂ, ਸਿਰ ਤੇ ਹੱਥ ਧਰ ਦਿੰਦਾ ਆ ਕੇ ਕਿ ਮੈਂ ਤਾਂ ਨਾਲ ਹੀ ਸੀ, ਤੂੰ ਹੀ ਨਹੀਂ ਸੀ ਝਾਕਦਾ, ਤੇਰੀ ਨਿਗਾਹ ਸੀ। ਬੜੀ ਰਹਿਮਤ ਕਰਦਾ, ਬੜੀ ਕਿਰਪਾ ਕਰਦਾ। ਜਿਨ ਹਰ ਰਸ ਚਾਖਿਆ, ਸ਼ਬਦ ਸੁਭਾਖਿਆ, ਹਰ ਸਰ ਰਹੀ ਭਰਪੂਰੇ। ਕਿਹਦੀ ਗੱਲ ਕੀਤੀ ਹੈ ਗੁਰੂ ਸਾਹਿਬ ਨੇ? ਜਿਨ੍ਹਾਂ ਨੇ ਸ਼ਬਦ, ਕਹਿੰਦੇ ਗੁਰੂ ਦੇ ਸ਼ਬਦ ਦੇ ਰਾਹੀਂ ਸੁਭਾਖਿਆ, ਪਹਿਲਾਂ ਜਾਣਿਆ ਫਿਰ ਉਚਾਰਿਆ, ਸਿਫਤ ਸਲਾਹ ਕੀਤੀ। ਉਹ ਹਰੀ ਦਾ ਸਰੋਵਰ ਜਦੋਂ ਅੰਦਰੋਂ ਪ੍ਰਗਟ ਹੁੰਦਾ ਨਾ, ਅੰਦਰ ਦਿਸਦਾ, ਉਹ ਹਰ ਰਸ ਪਤਾ ਲੱਗਦਾ, ਸੱਚੀ ਮਿੱਚੀ ਡਿੱਗਦਾ ਉਹ ਸਾਰਾ ਸਿਸਟਮ। ਆਨੰਦ ਦੀਆਂ ਲਹਿਰਾਂ ਉੱਠਦੀਆਂ, ਤਿਤਲੀਆਂ ਜਿਹੀਆਂ ਉੱਡਦੀਆਂ ਸਾਰੇ ਸਰੀਰ 'ਚ, ਇੱਕ ਰੌਂ ਚੱਲ ਪੈਂਦੀ ਆ। ਬੜੀਆਂ ਖੇਡਾਂ ਗੁਰੂ ਵਰਤਾਉਂਦਾ। ਜਿਨ ਹਰ ਰਸ ਚਾਖਿਆ, ਜਦੋਂ ਕੋਈ ਚੱਖਦਾ ਉਹਨੂੰ, ਦਸਮ ਦੁਆਰ ਤੋਂ ਅੰਮ੍ਰਿਤ ਝਰਦਾ, ਪਤਾ ਲੱਗਦਾ ਮਿਠਾਸ ਦਾ। ਜਿਨ ਹਰ ਰਸ ਚਾਖਿਆ, ਸ਼ਬਦ ਸੁਭਾਖਿਆ, ਸ਼ਬਦ ਦੇ ਰਾਹੀਂ, ਗੁਰੂ ਦੇ ਰਾਹੀਂ, ਹਰ ਸਰ ਰਹੀ ਭਰਪੂਰੇ। ਉਹ ਹਰੀ ਦਾ ਸਰ ਭਰਪੂਰ ਆ। ਪਹਿਲਾਂ ਐਂ ਲੱਗਦਾ ਸੀ ਕਿੱਥੇ ਆ, ਤੇ ਹੁਣ ਐਂ ਲੱਗਦਾ ਵੀ ਕਿੱਥੇ ਹੈ ਨਹੀਂ, ਕਿੱਥੇ ਨਹੀਂ ਹੈ। ਜਦੋਂ ਗੁਰੂ ਨਿਗਾਹ ਬਣਾ ਦਿੰਦਾ, ਪਤਾ ਲੱਗਦਾ ਕਿੱਥੇ ਨਹੀਂ ਉਹ, ਸਭ ਥਾਈਂ ਉਹ ਆ, ਸਭ ਥਾਈਂ। ਨਾਨਕ ਕਾਮਣ ਸਾ ਪਿਰ ਭਾਵੈ, ਸਬਦੇ ਰਹਿ ਹਦੂਰੇ। ਕਹਿੰਦੇ ਗੁਰੂ ਨਾਨਕ ਕਹਿੰਦੇ, ਹੇ ਜੀਵ ਇਸਤਰੀ, ਕਾਮਣ ਕਹਿੰਦੇ ਆ ਜੀਵ ਇਸਤਰੀ ਨੂੰ, ਉਹ ਪਾਉਂਦੀ ਆ। ਨਾਨਕ ਕਾਮਣ ਸਾ ਪਿਰ ਭਾਵਾ, ਆਪਣੇ ਪਿਰ ਨੂੰ ਉਹ ਪਾਉਂਦੀ ਆ, ਸਬਦੇ ਰਹਿ ਹਦੂਰੇ। ਉਹ ਜਿਹੜਾ ਹੋ ਰਿਹਾ ਉਹਦਾ ਸ਼ਬਦ ਆ, ਉਹਦਾ ਜੋ ਅਣਹਦ ਨਾਦ ਆ, ਉਹਦੀ ਜੋ ਤਰੰਗ ਹੈ, ਜਿਹੜੀ ਜੀਵ ਇਸਤਰੀ ਆਪਣੀ ਸੁਰਤ ਨੂੰ, ਆਪਣੇ ਧਿਆਨ ਨੂੰ, ਆਪਣੀ ਲਿਵ ਨੂੰ ਉਹਦੇ ਨਾਲ ਲਾਈ ਰੱਖਦੀ ਹੈ, ਆਉਂਦੇ ਜਾਂਦੇ ਸਵਾਸਾਂ ਦੇ ਦਰਸ਼ਨ, ਆਪਣੇ ਅੰਦਰੋਂ ਪ੍ਰਗਟ ਕਰਨ ਦੀ ਮਨਸਾ, ਆਪਣੇ ਕਣ ਕਣ ਨੂੰ ਹਰੀ ਰਸ ਦਾ ਰੂਪ ਜਾਣਨਾ, ਆਨੰਦ ਮਾਣਨਾ। ਇਹ ਰਸਤਾ ਸਾਰਾ ਆਨੰਦ ਦਾ ਹੀ ਆ, ਪਰ ਜ਼ਰੂਰ ਪਰਚੇ ਪੈਂਦੇ ਆ। ਪਰਚੇ ਦੁੱਖਾਂ ਰਾਹੀਂ ਵੀ ਪੈਂਦੇ ਆ, ਰੋਗਾਂ ਰਾਹੀਂ ਵੀ ਪੈਂਦੇ ਆ। ਜਿੰਨਾ ਦੁੱਖਾਂ ਦਾ ਝੂਲਾ ਵੱਧ ਝੂਲਦਾ, ਵੱਧ ਦੁੱਖ, ਤਕੜੇ ਦੁੱਖ, ਤੋੜਨ ਵਾਲੀਆਂ ਚੀਜ਼ਾਂ ਆਉਂਦੀਆਂ ਨੇੜੇ। ਕਿਉਂਕਿ ਐਵੇਂ ਨਹੀਂ ਸ਼ਕਤੀਆਂ ਨੂੰ ਹੱਥ ਪੈਂਦੇ। ਇਹ ਐਵੇਂ ਹੀ ਆ ਜਿਵੇਂ ਬਾਹਰੀ ਸ਼ਕਤੀਆਂ ਨੂੰ ਤੁਸੀਂ ਹੱਥ ਪਾਉਣਾ ਚਾਹੋ, ਤੁਹਾਨੂੰ ਨਾਲ ਦੀ ਲੱਤਾਂ ਖਿੱਚਣ ਲੱਗ ਜਾਂਦੇ ਆ, ਘਰ ਦੇ ਵੀ ਵਿਰੁੱਧ ਹੋ ਜਾਂਦੇ ਆ। ਇਹ ਸ਼ਕਤੀਆਂ ਨੂੰ ਹੱਥ ਪਾਉਣੇ ਸੌਖੇ ਨਹੀਂ। ਜਿੰਨਾ ਉਹ ਦੁੱਖਾਂ ਦਾ ਪੱਲੜਾ ਪਿੱਛੇ ਨੂੰ ਜਾਂਦਾ, ਓਨਾ ਹੀ ਬਾਹਰ ਸੁੱਖਾਂ ਵੱਲ ਨੂੰ ਬੌੜਦਾ, ਫਿਕਰ ਨਹੀਂ ਕਰਦਾ। ਨਾਨਕ ਕਾਮਣ ਸਾ ਪਿਰ ਭਾਵੈ, ਸਬਦੇ ਰਹਿ ਹਦੂਰੇ। ਉਹ ਕਾਮਣ
ਆਪਣੇ ਸੱਜਣ ਨੂੰ, ਆਪਣੇ ਪਿਆਰ ਨੂੰ, ਆਪਣੇ ਖਸਮ ਨੂੰ, ਆਪਣੇ ਮਾਹੀ ਨੂੰ ਬੜੀ ਪਿਆਰੀ ਲੱਗਦੀ ਆ ਜਿਹੜੀ ਉਹਦੇ ਸ਼ਬਦ ਦੇ ਵਿੱਚ ਰਵੀ ਰਹਿੰਦੀ ਆ, ਉਹਦੇ ਸ਼ਬਦ 'ਚ ਹੀ ਸੁਰਤ ਰੱਖਦੀ ਆ ਹਰ ਵੇਲੇ। ਜੇ ਬਾਹਰੀ ਔਰਤ ਦੀ ਗੱਲ ਕਰ ਲਈਏ ਤਾਂ ਇਹ ਕਿ ਉਹ ਆਪਣੇ ਸੱਜਣ ਦੀ ਹਰ ਖਿਆਲ ਦਾ ਖਿਆਲ ਰੱਖਦੀ ਹੈ। ਉਹ ਹਲੇ ਮਨ 'ਚ ਹੀ ਸੋਚਦਾ, ਉਹ ਪਹਿਲਾਂ ਕਰਨਾ ਸ਼ੁਰੂ ਕਰ ਦਿੰਦੀ ਹੈ। ਇੰਨੀ ਇਕਮਿਕਤਾ ਹੋ ਜਾਂਦੀ ਹੈ, ਇੰਨੀ ਤਰੰਗ ਨੇੜੇ ਹੋ ਜਾਂਦੀ ਹੈ, ਤਰੰਗਤਾ ਅੰਤਰੰਗਤਾ ਇੰਨੀ ਨੇੜੇ ਹੋ ਜਾਂਦੀ ਹੈ ਕਿ ਉਹ ਹਲੇ ਸੋਚ ਰਿਹਾ ਹੁੰਦਾ ਕੁਝ ਕਹਿਣ ਨੂੰ, ਉਹ ਲੈ ਕੇ ਹਾਜ਼ਰ ਹੋ ਜਾਂਦੇ ਆ, ਜੀ ਹਾਜ਼ਰ ਆ। ਉਹ ਕਹਿੰਦੇ ਮੈਂ ਤਾਂ ਹਲੇ ਸੋਚਿਆ ਹੀ ਸੀ, ਉਹ ਕਹਿੰਦੇ ਪਹੁੰਚ ਗਈ ਸੋਚ। ਜਾਣੀ ਇਹ ਬਾਹਰੀ ਜੋ ਸਿਸਟਮ ਚੱਲਦਾ, ਜਿਹਦਾ ਗੁਰੂ ਸਾਹਿਬ ਨੇ ਨਾਂ ਲਿਆ ਖਸਮ ਦਾ, ਔਰਤ ਦਾ, ਨਰ ਨਾਰੀ ਦਾ, ਉਹਨਾਂ 'ਚ ਵੀ ਵਾਪਰਦਾ ਜਦੋਂ ਉਹ ਇੱਕ ਦੂਜੇ ਦੇ ਇੰਨਾ ਨੇੜੇ ਹੁੰਦੇ ਆ, ਇੰਨਾ ਕਲੋਜ਼ ਹੁੰਦੇ ਆ ਕਿ ਇੱਕ ਤੋਂ ਬਿਨਾਂ ਦੀਂਦਾ ਹੀ ਕੁਛ ਨਹੀਂ। ਜਿੱਥੇ ਵੀ ਦੀਂਦਾ ਤੂੰ ਹੀ ਤੂੰ, ਉਹਦਾ ਹੀ ਪ੍ਰੇਮ, ਉਹਦਾ ਹੀ ਪਿਆਰ, ਉਹਦੀ ਗੱਲ, ਉਹਦੀ ਸੁਗੰਧ। ਉਦੋਂ ਇੱਕ ਮਿਕਤਾ ਇੰਨੀ ਹੋ ਜਾਂਦੀ ਹੈ, ਕਹਿਣ ਦੀ ਲੋੜ ਨਹੀਂ ਪੈਂਦੀ। ਇਵੇਂ ਜਿਵੇਂ ਫਿਰ ਅੰਦਰ ਦੇ ਖਸਮ ਨਾਲ ਵਾਪਰਦਾ, ਜਦੋਂ ਸੁਰਤੀ ਉਹਦੀ ਸਾਊਂਡ ਕਰਨੀ ਹੈ, ਉਹਦੇ ਸ਼ਬਦ ਕਰਨੀ ਹੈ, ਤਾਂ ਫਿਰ ਉਹਦੇ ਹਰ ਇੱਕ ਗੱਲ ਦਾ ਪਤਾ ਲੱਗਦਾ। ਫਿਰ ਇੱਕ ਅਡੋਲਤਾ ਦੀ ਅਵਸਥਾ ਆ ਜਾਂਦੀ ਹੈ। ਸਤਿਗੁਰਾਂ ਨੇ ਸਾਡੀਆਂ ਹੀ ਗੱਲਾਂ ਸਾਨੂੰ ਉਦਾਹਰਨਾਂ ਦੇ ਦੱਸੀਆਂ, ਅਧਿਆਤਮਕ ਦੇ ਉੱਚ ਕੋਟੀ ਦੀਆਂ ਚੀਜ਼ਾਂ ਨਾਲ ਮਿਲਾ ਕੇ, ਤਾਂ ਕਿ ਸਾਡੀ ਸਮਝ ਆ ਜੇ। ਵਾਰੀ ਵਾਰੀ ਸ਼ਬਦਾਂ ਦੇ ਵਿੱਚ ਖਸਮ ਦਾ ਤੇ ਜੀਵ ਇਸਤਰੀ ਦਾ ਕਿਉਂ ਪ੍ਰਸੰਗ ਲਿਆ, ਧਨ ਦਾ, ਧਨ ਔਰਤ ਨੂੰ ਕਿਹਾ, ਔਰਤ ਦਾ ਤੇ ਨਰ ਦਾ ਕਿਉਂ? ਕਿਉਂਕਿ ਇਹ ਖੇਡ ਅਸੀਂ ਖੇਡਦੇ ਹਾਂ, ਇਹ ਸਾਡੇ ਨਾਲ ਵਾਪਰਦੀ ਆ। ਜਿਹੜੀ ਚੀਜ਼ ਵਾਪਰੀ ਹੋਵੇ, ਜਿਹਦੇ ਅਨੁਭਵ ਸਾਨੂੰ ਹੁੰਦੇ ਆ, ਉਹਦੇ ਰਾਹੀਂ ਸਮਝ ਬਹੁਤ ਜਲਦੀ ਆ ਜਾਂਦੀ ਹੈ। ਜਿਹੜੇ ਬੰਦੇ ਨੂੰ ਵੀ ਕਦੇ ਪਿਆਰ ਦੀ ਤਰੰਗ ਨੇ ਗ੍ਰਿਫਤਾਰ ਕੀਤਾ, ਉਹ ਬਹਿ ਕੇ ਦੇਖੇ ਸੋਚ ਕੇ ਕਿ ਮੇਰੀ ਉਦੋਂ ਸਟੇਟਮੈਂਟ ਕੀ ਹੁੰਦੀ ਸੀ। ਹਰ ਬੰਦਾ ਆਪਣੇ ਆਪ ਨੂੰ ਬਾਦਸ਼ਾਹ ਮੰਨਦਾ ਉਸ ਟਾਈਮ। ਇੱਕ ਐਸੀ ਸਟੇਟ 'ਚ ਜਿਉ ਰਿਹਾ ਹੁੰਦਾ ਉਦੋਂ ਉਹ ਕਿ ਉਹਨੂੰ ਪਤਾ ਹੀ ਨਹੀਂ ਕੀ ਲੱਗਦਾ, ਦੁਨੀਆ ਮੁੱਠੀ 'ਚ ਲੱਗਦੀ ਹੈ ਸਾਰੀ। ਉਹ ਇਕਮਿਕਤਾ ਇੰਨੀ ਜ਼ਿਆਦਾ ਹੁੰਦੀ ਹੈ, ਉਹ ਕੁਛ ਵੀ ਕਰ ਸਕਦਾ। ਤਾਰੇ ਤੋੜਨ ਦੀਆਂ ਗੱਲਾਂ ਐਵੇਂ ਨਹੀਂ ਜੁੜੀਆਂ, ਇਹ ਅੰਦਰੂਨੀ ਸੱਚ ਹੈ। ਅਤੇ ਇੱਥੋਂ ਹੀ ਤਿਲਕ ਕੇ ਅਸੀਂ ਉਹ ਗੱਲ ਨੂੰ ਜਾਣਦੇ ਹਾਂ। ਬਾਹਰੀ ਜਿੰਨੇ ਰਿਸ਼ਤੇ ਆ, ਇਹਨਾਂ ਨੇ ਇੱਕ ਟਾਈਮ ਦੁੱਖ 'ਚ ਬਦਲ ਜਾਣਾ ਹੈ, ਜਾਂ ਦੁੱਖ 'ਚ ਬਦਲ ਜਾਣਾ ਹੈ, ਜਾਂ ਵਿਛੋੜੇ 'ਚ ਬਦਲ ਜਾਣਾ ਹੈ। ਇਹ ਇਹਨਾਂ ਦੀ ਇੱਕ ਘਾਟ ਹੈ। ਬਾਹਰੀ ਜਿੰਨੇ ਵੀ ਰਿਸ਼ਤੇ ਆ ਨਾ ਸਾਡੇ, ਮਾਤਾ ਪਿਤਾ ਨਾਲ ਹੈ, ਭੈਣ ਭਰਾ ਨਾਲ ਹੈ, ਸੱਜਣ ਮਿੱਤਰ ਨੇ, ਸਾਡੇ ਮਹਿਬੂਬ ਨੇ, ਸਾਡੇ ਸੋਹਣੇ ਸੱਜਣ ਨੇ, ਸਾਡੇ ਸੋਹਣੇ ਬੱਚੇ ਨੇ, ਕੋਈ ਆ ਭਾਵੇਂ, ਇੱਕ ਦਿਨ ਵਿਛੋੜੇ ਨੇ ਆ ਕੇ, ਵਿਜੋਗ ਨੇ ਆ ਕੇ, ਸੰਜੋਗ ਵਿਜੋਗ ਦੋਏ ਕਾਰ ਚਲਾਵੇ ਲੇਖੇ ਆਵੇ ਪਾ। ਵਿਜੋਗ ਨੇ ਇੱਕ ਦਿਨ ਸਾਥੋਂ ਦੂਰ ਕਰ ਦੇਣੇ ਆ, ਭਾਵੇਂ ਸਰੀਰਕ ਰੂਪ 'ਚ, ਭਾਵੇਂ ਬਿਲਕੁਲ। ਇਵੇਂ ਜਿਵੇਂ ਜਿਹੜਾ ਸਾਡਾ ਬਾਹਰੀ ਸੱਜਣਾ ਇੱਕ ਦਿਨ ਸਾਨੂੰ ਛੱਡ ਜਾਣਾ ਉਹਨੇ, ਕਾਇਆ ਹੰਸ ਥੀਆ ਵਿਛੋੜਾ, ਉਹ ਵਿਛੋੜਾ ਪੈਣਾ ਹੀ ਪੈਣਾ। ਪਰ ਉਸੇ ਸੱਜਣ ਦੀ ਸਾਇਆ ਦੇ ਹੇਠ ਰਹਿੰਦਿਆਂ ਉਹਦੀ ਪ੍ਰੋਟੈਕਸ਼ਨ 'ਚ ਰਹਿੰਦਿਆਂ ਕਿ ਜਦੋਂ ਨੂੰ ਉਹ ਵੇਲਾ ਆਵੇ, ਉਹ ਸੱਜਣ ਛੱਡ ਕੇ ਜਾਵੇ, ਉਹਦਾ ਹੀ ਜਿਹੜਾ ਦੂਸਰਾ ਰੂਪ ਮਾਲਕ ਹੈ, ਸ੍ਰੀਧਰ ਹੈ ਜਿਹੜਾ, ਉਹਦੇ ਨਾਲ ਸਾਡੀ ਇਕਮਿਕਤਾ ਹੋ ਜੇ, ਜਿਹੜਾ ਕਦੇ ਹੀ ਛੱਡ ਕੇ ਨਹੀਂ ਜਾਂਦਾ। ਜਿਹਦੇ ਨਾਲ ਮਿਲੇ ਤੋਂ ਪਤਾ ਲੱਗਦਾ ਕਿ ਔਰਤ ਤੇ ਬੰਦੇ ਵਾਲਾ ਕਨਸੈਪਟ ਹੀ ਬਾਹਰ ਹੈ। ਉਹਦੇ ਨਾਲ ਮਿਲਾਵਟ ਤੋਂ ਵੱਧ ਨਾ ਔਰਤ ਰਹਿੰਦੀ ਆ, ਨਾ ਬੰਦਾ ਰਹਿੰਦਾ। ਦੇਖਣ ਨੂੰ ਹੀ ਸਰੀਰ ਰਹਿ ਜਾਂਦੇ ਆ, ਫਿਰ ਤਾਂ ਇੱਕੋ ਜਿਹੀ ਹੋ ਜਾਂਦਾ ਸਾਰਾ ਕੁਛ। ਗੱਲਾਂ ਹੀ ਹੋਰ ਹੋ ਜਾਂਦੀਆਂ, ਫਿਰ ਤਾਂ ਸਮਝ ਆਉਣੋਂ ਹਟ ਜਾਂਦੀ ਹੈ। ਜੇ ਵੱਧ ਬੋਲਦਾ ਤਾਂ ਉਲਝਦਾ, ਉਹਦੀ ਸਟੇਟਮੈਂਟ ਕੁਛ ਹੋਰ ਹੁੰਦੀ ਹੈ ਜੁੜੇ ਹੋਏ ਦੀ, ਬਾਹਰ ਸਾਰਿਆਂ ਦੀ 99% ਹੋਰ ਹੁੰਦੀ ਹੈ। ਫਿਰ ਉਹ ਸੋਚਦਾ ਵੀ ਨਾ ਹੀ ਬੋਲੀਏ ਤਾਂ ਚੰਗਾ। ਇਸ ਕਰਕੇ ਬਾਹਰੀ ਰਿਸ਼ਤੇ ਜਿੰਨਾ ਚਿਰ ਹੈਗੇ, ਉਹਨਾਂ ਦੀ ਜਦੋਂ ਤੱਕ ਬਾਹਰੀ ਮਾਤਾ ਪਿਤਾ ਉਹਨਾਂ ਦੇ ਹੁੰਦਿਆਂ ਉਹਨਾਂ ਦੀ ਸਤਰ ਸਾਇਆ 'ਚ ਰਹਿੰਦਿਆਂ ਅੰਦਰੂਨੀ ਪਿਤਾ ਅਤੇ ਮਾਤਾ ਨੂੰ ਖੋਜ ਲਈਏ। ਪਵਨ ਗੁਰੂ ਦਾ ਲੜ ਫੜ ਕੇ ਪਾਣੀ ਪਿਤਾ ਮਾਤਾ ਧਰਤੀ ਦੇ ਅਹਿਸਾਸ ਨੂੰ ਸਮਝ ਲਈਏ, ਤੂੰ ਇੱਥੇ ਹੀ ਜਿਉਂਦੇ ਮਿਲਣਗੇ ਫਿਰ ਸਾਨੂੰ ਇਹਨਾਂ 'ਚੋਂ ਹੀ। ਪਾਣੀ ਨਹੀਂ ਮਿਲਾਪ ਕਰਾ ਦੇਣਾ। ਇਹ ਸਟੇਟਮੈਂਟ ਸਾਂਭ ਕੇ ਰੱਖਦਾ ਲੱਖੀਆਂ ਸਾਲਾਂ ਤੱਕ। ਧਰਤੀ ਮਾਂ ਦੀ ਗੋਦ 'ਚ ਹੀ ਸਾਨੂੰ ਅਹਿਸਾਸ ਹੋਣੇ ਆ ਸਾਰੇ। ਅਸੀਂ ਹਰ ਰਿਸ਼ਤੇ ਨੂੰ ਨਿਭਾਉਂਦਿਆਂ ਹੋਇਆਂ ਉਹਦੀ ਜਿਹੜੀ ਅਸਲੀ ਹੈ, ਬਾਹਰਲੇ ਰਿਸ਼ਤੇ ਫੋਟੋ ਕਾਪੀ ਹੈ, ਇਹਦੇ ਅਸਲ ਅੰਦਰ ਬੈਠੇ ਆ, ਉਹ ਜਾਣ ਲੱਗੇ ਅਸੀਂ। ਨਾਨਕ ਕਾਮਣ ਸਾ ਪਿਰ ਭਾਵੈ, ਸਭ ਦੇ ਰਹਿ ਹਦੂਰੇ, ਸੁਹਾਗਣੀ ਜਾਏ ਪੁੱਛੋ ਮੁਈਏ,
ਜਿਨੀ ਵਿੱਚੋਂ ਆਪ ਗਵਾਇਆ। ਮੂਈਏ ਸ਼ਬਦ ਸਤਿਗੁਰਾਂ ਨੂੰ ਬਹੁਤ ਪਿਆਰਾ ਲੱਗਦਾ। ਕਹਿੰਦੇ ਸੁਹਾਗਣੀ ਜਾਏ ਪੁੱਛੋ ਮੂਈਏ, ਜਿਨੀ ਵਿੱਚੋਂ ਆਪ ਗਵਾਇਆ। ਕੀ ਤੋਂ ਪੁੱਛੋ? ਜਿਨ੍ਹਾਂ ਨੇ ਮਿਲਾਪ ਕਰਕੇ ਵਿੱਚੋਂ ਆਪਣਾ ਆਪਾ ਗਵਾਤਾ, ਆਪਣੀ ਹਉਮੈ ਛੋੜਦੀ, ਦੂਰ ਕਰਦੀ, ਪਤੰਗ ਦੀ ਡੋਰ ਕੱਟਦੀ, ਹਉਮੈ ਫੁਰ, ਕੀ ਰਹਿ ਗਿਆ? ਪ੍ਰੇਮ, ਚੜ੍ਹਦੀ ਕਲਾ, ਖੁਸ਼ੀਆਂ, ਖੇੜੇ। ਸੁਹਾਗਣੀ ਜਾਏ ਪੁੱਛੋ ਮੂਈਏ, ਜਿਨੀ ਵਿੱਚੋਂ ਆਪ ਗਵਾਇਆ। ਜਿਨ੍ਹਾਂ ਨੇ ਆਪਣਾ ਆਪਾ ਗਵਾਤਾ ਵਿੱਚੋਂ, ਉਹਨੂੰ ਪ੍ਰਸੰਨ ਕਰ ਲਿਆ, ਆਪਣੇ ਪ੍ਰਭੂ ਪਤੀ ਨੂੰ ਮਾਲਕ ਨਾਲ ਇੱਕ ਮਿਕਤਾ ਕਰ ਲਈ। ਕਿਵੇਂ? ਕੀ ਦੱਸਦੀਆਂ ਉਹ ਤੈਨੂੰ? ਕਿਵੇਂ ਦੱਸਦੀਆਂ ਰਸਤਾ ਕਿ ਅਸੀਂ ਕਿਵੇਂ ਪਾਇਆ, ਅਸੀਂ ਸੁਹਾਗਣਾ ਕਿਵੇਂ ਹੋਈਆਂ, ਅਸੀਂ ਇੱਕ ਮਿਕਤਾ ਕਿਵੇਂ ਪਾਈ? ਉਹੀ ਦੱਸ ਸਕਦੀ ਹੈ ਜਿਹਨੇ ਖੁਦ ਪਾਇਆ। ਦੂਜਾ ਅਨੁਭਵ ਨਹੀਂ ਦੱਸ ਸਕਦਾ। ਇਹੀ ਕਾਰਨ ਹੈ ਕਿ ਸਾਰੀ ਬਾਣੀ ਇਹੀ ਕਹਿੰਦੀ ਹੈ, ਜਾਗ ਲਿਓ ਰੇ ਮਣਾ ਜਾਗ ਲਿਓ, ਕਹਾ ਗਾਫਲ ਸੋਇਆ। ਕੱਚੜਿਆਂ ਸਿਓ ਤੋੜ, ਢੂੰਡ ਸੱਜਣ ਸੰਤ ਪੱਕਿਆਂ। ਭਾਲ ਲਾ, ਕਹਿੰਦੇ ਕੋਈ ਜਾਗਿਆ ਹੋਇਆ, ਕੋਈ ਸੁਹਾਗਣ ਜਿਹੜੀ ਖੁਦ ਜਾਣੀ ਬੈਠੀ ਹੈ, ਤੈਨੂੰ ਵੀ ਜਨਾ ਦੂਗੀ। ਪਾਸੇ ਆਸੇ ਨਾ ਉਲਝ ਜੀ, ਅੰਦਰੋਂ ਹੀ ਡਾਇਰੈਕਸ਼ਨਾਂ ਮਿਲਦੀਆਂ। ਬੈਠਿਆ ਕਰ, ਗੁਰੂ ਨਾਨਕ ਦੀ ਬਾਣੀ ਪੜ੍ਹਿਆ ਕਰ। ਗੁਰੂ ਨਾਨਕ ਦੀ ਬਾਣੀ ਨਹੀਂ ਦੱਸ ਦੇਣਾ, ਉਹਨੇ ਲਈ ਜਾਣਾ, ਦੱਸਣਾ ਕੀ ਹੈ, ਮੇਲ ਮਿਲਾ ਦੇਣੇ ਆ। ਸੁਹਾਗਣੀ ਜਾਏ ਪੁੱਛੋ ਮੂਈਏ, ਜਿਨੀ ਵਿੱਚੋਂ ਆਪ ਗਵਾਇਆ। ਫਿਰ ਕਾ ਹੁਕਮ ਨਾ ਪਾਇਓ ਮੂਈਏ, ਜਿਨੀ ਵਿੱਚੋਂ ਆਪ ਨਾ ਗਵਾਇਆ। ਤੇ ਇੱਕ ਕੈਟਾਗਰੀ ਉਹ ਹੈ ਜਿਨ੍ਹਾਂ ਨੇ ਆਪਣੇ ਮਾਹੀ ਦਾ, ਆਪਣੇ ਪਿਰ ਦਾ, ਨਾ ਬਾਹਰੀ ਦਾ ਨਾ ਅੰਦਰੂਨੀ ਦਾ ਹੁਕਮ ਨਹੀਂ ਮੰਨਿਆ। ਫਿਰ ਕਾ ਹੁਕਮ ਨਾ ਪਾਇਓ, ਉਹਦੇ ਹੁਕਮ ਦੀ ਸਮਝ ਨਹੀਂ ਆਈ ਉਹਨਾਂ ਨੂੰ, ਉਹਦੀ ਇੱਕ ਮਿਕਤਾ ਦੀ ਸਮਝ ਨਹੀਂ ਆਈ, ਉਹਦੀ ਸੁਗੰਧ ਉਹਨਾਂ ਤੱਕ ਪਹੁੰਚੀ ਨਹੀਂ। ਜਿਨੀ ਵਿੱਚੋਂ ਆਪ ਨਾ ਗਵਾਇਆ। ਪਰ ਜਿਨ੍ਹਾਂ ਨੇ ਆਪਾ ਭਾਵ ਦੂਰ ਨਹੀਂ ਨਾ ਕੀਤਾ, ਉਹਦੀ ਰਜਾ ਦਾ ਜਿਨ੍ਹਾਂ ਨੂੰ ਪਤਾ ਨਹੀਂ, ਜਾਂਚ ਨਹੀਂ ਸਿੱਖੀ, ਉਹ ਭਟਕਦੇ ਰਹਿੰਦੇ ਆ। ਜਿਨੀ ਆਪ ਗਵਾਇਆ ਤਿੰਨੀ ਪਿਰ ਪਾਇਆ, ਰੰਗ ਸਿਓ ਰਲੀਆਂ ਮਾਣੈ। ਫਿਰ ਇੱਕ ਉਹ ਕੈਟਾਗਰੀ ਹੈ ਜਿਨ੍ਹਾਂ ਨੇ ਆਪਣਾ ਆਪਾ ਗਵਾਤਾ, ਹਉਮੈ ਛੱਡਦੀ, ਗੁਰੂ ਦੀ ਗੱਲ ਮੰਨ ਲਈ। ਜਿਨੀ ਆਪ ਗਵਾਇਆ ਤਿੰਨੀ ਪਿਰ ਪਾਇਆ, ਉਹਨਾਂ ਨੇ ਉਹ ਪਿਰ, ਉਹ ਪਰਮ ਆਤਮਾ ਦਾ ਪਤੀ ਪਰਮਾਤਮਾ ਪਾ ਲਿਆ। ਇੱਕ ਮਿਕਤਾ ਦਾ ਅਹਿਸਾਸ ਕਰ ਲਿਆ, ਕਣ ਕਣ ਦੇ ਵਿੱਚ ਉਹਦੇ ਦਰਸ਼ਨ ਕਰ ਲਏ। ਜਿਨੀ ਆਪ ਗਵਾਇਆ ਤਿੰਨੀ ਪਿਰ ਪਾਇਆ, ਉਹਨਾਂ ਕੋਲ ਉਹ ਸਟੇਟ ਆ ਜਾਂਦੀ ਹੈ ਕਿ ਉਹਨਾਂ ਨੇ ਪਾ ਲਿਆ। ਉਹ ਸੁਹਾਗਣਾ ਦੀ ਕੈਟਾਗਰੀ 'ਚ ਆ ਜਾਂਦੀਆਂ। ਫਿਰ ਕਰਦੀਆਂ ਕੀ ਆ ਉਹ ਵੀ? ਮੰਨ ਲਓ ਪਾ ਲਿਆ, ਕਿਵੇਂ ਪਤਾ ਲੱਗਦਾ? ਰੰਗ ਸਿਓ ਰਲੀਆਂ ਮਾਣੈ। ਉਹ ਰੰਗ ਰਲੀਆਂ ਮਾਣਦੀਆਂ ਫਿਰ ਹਰ ਵੇਲੇ। ਮਜੂਸ ਨਹੀਂ ਵੇਖੋਗੇ ਉਹਨਾਂ ਨੂੰ। ਦੁਨੀਆ ਇੱਧਰੋਂ ਇੱਧਰ ਹੋ ਜਾਓ, ਖੁਸ਼ ਹੀ ਰਹਿਣਗੇ। ਕੁਛ ਵੀ ਹੋਈ ਜਾਵੇ, ਉਹਨਾਂ ਨੂੰ ਪਤਾ ਹੁੰਦਾ ਸਾਡਾ ਮਾਲਕ, ਸਾਡਾ ਮਾਹੀ ਸਾਡੇ ਨਾਲ ਹੈ। ਜਿਨੀ ਆਪ ਗਵਾਇਆ ਤਿੰਨੀ ਪਿਰ ਪਾਇਆ, ਰੰਗ ਸਿਉ ਰਲੀਆਂ ਮਾਣੈ। ਆਨੰਦ ਨਾਲ ਰਹਿਣਾ, ਇੱਕ ਮਿਕਤਾ ਦੇ ਅਹਿਸਾਸ 'ਚ ਰਹਿਣਾ। ਕਈ ਵਾਰੀ ਬੰਦਾ ਇਹ ਚੱਕਰ 'ਚ ਕਿ ਮੈਂ ਇੱਕ ਮਿਕਤਾ ਦੇ ਅਹਿਸਾਸ 'ਚ ਰਹਿਣਾ ਹੈ, ਮਜੂਸ ਜਾਂ ਮੂੰਹ ਬਣਾ ਲੈਂਦਾ, ਧੋਖਾ ਖਾ ਜਾਂਦਾ। ਜਦੋਂ ਹੀ ਤੁਸੀਂ ਕ੍ਰੋਧੀ ਤੇ ਬੜਾ ਚੁੱਪ ਜਾਂ ਮੂੰਹ ਬਣਾਉਣੇ ਹੋ, ਜਿਹੜੀਆਂ ਇਲਾਹੀ ਸ਼ਕਤੀਆਂ ਤੋਂ ਉੱਥੋਂ ਪਾਸਾ ਵੱਟ ਜਾਂਦੀਆਂ। ਇਹ ਤਾਂ ਬੱਚੇ ਵਰਗਾ ਖਿੜਿਆ ਚਿਹਰਾ ਭਾਲਦੀਆਂ, ਬੱਚਿਆਂ ਵਰਗਾ ਹੀ ਦਿਲ ਭਾਲਦੀਆਂ। ਉਹ ਸ਼ਕਤੀਆਂ ਸਿਰ 'ਤੇ ਹੱਥੀ ਉਦੋਂ ਰੱਖਦੀਆਂ ਜਦੋਂ ਸੱਚ ਨਾਲ ਤੁਹਾਡੇ ਅੰਦਰੋਂ ਹਉਮੈ ਫੁਰ ਹੋ ਜਾਂਦੀ ਹੈ। ਸਦਾ ਰੰਗ ਰਾਤੀ ਸਹਿਜੇ ਮਾਤੀ, ਅਣਦਣ ਨਾਮ ਬਖਾਣਾ। ਫਿਰ ਇਹ ਨਹੀਂ ਹੈਗਾ ਵੀ ਤੜਕੇ ਜੇ ਠੀਕ ਆ, ਦੁਪਹਿਰੇ ਜੇ ਗਲਤ ਹੋ ਗਿਆ, ਹੱਥ ਨੇ ਜੇ ਫੇਰ ਆਏ ਆ, ਇਹ ਗੱਲਾਂ ਨਹੀਂ ਹੁੰਦੀਆਂ। ਸਦਾ ਹਰ ਟਾਈਮ ਇੱਕ ਲਏ ਅੰਦਰ, ਸਦਾ ਰੰਗ ਰਾਤੀ, ਉਹਦੇ ਰੰਗਾਂ 'ਚ ਉਹਦੀਆਂ ਖੁਸ਼ੀਆਂ, ਉਹਦੇ ਖੇੜੇ, ਉਹਦੀਆਂ ਤਰੰਗਾਂ, ਉਹਦੇ ਰੰਗ ਹੀ ਇੰਨੇ ਬੇਅੰਤ ਆ ਕਿ ਤੁਸੀਂ ਜਾਣ ਹੀ ਨਹੀਂ ਸਕਦੇ, ਗਿਣ ਹੀ ਨਹੀਂ ਸਕਦੇ। ਸਦਾ ਰੰਗ ਰਾਤੀ ਸਹਿਜੇ ਮਾਤੀ, ਇੱਕ ਸਹਿਜ ਅਵਸਥਾ, ਆਪਣਾ ਮਨ ਆਪਣੀ ਮੱਤ ਵੀ ਸਹਿਜ ਦੇ ਵਿੱਚ, ਆਤਮਕ ਅਡੋਲਤਾ ਦੇ ਵਿੱਚ। ਅਣਦਿਨ ਨਾਮ ਵਿਖਾਣਾ, ਦਿਨ ਰਾਤ ਕੀ ਉਹ ਜਿਹੜਾ ਨਾਮ ਹੈ, ਨਾਮ ਕੀ ਹੈ? ਇੱਕ ਓੰਕਾਰ, ਉਹਦੀ ਧੁਨ ਹੈ ਜਿਹੜੀ,
ਉਹ ਧੁਨ ਖੁਸ਼ਬੋਈ ਵੀ ਦਿੰਦੀ ਆ, ਉਹ ਧੁਨ ਨਾਦ ਵੀ ਦਿਖਾਉਂਦੀ ਆ, ਤੇ ਉਹ ਧੁਨ ਪ੍ਰਕਾਸ਼ਮਾਨ ਵੀ ਆ। ਤਿੰਨੇ ਉਹ ਆਪ ਹੀ ਆ, ਇੱਕੋ ਹੀ ਆ, ਇਹ ਕਹਿ ਲਓ। ਉਹ ਧੁਨ ਵੀ ਹੈ, ਉਹ ਪ੍ਰਕਾਸ਼ ਵੀ ਹੈ, ਉਹ ਸੁਗੰਧ ਵੀ ਹੈ, ਇੱਕੋ ਹੀ ਆ। ਸਦਾ ਰੰਗ ਰਾਤੀ ਸਹਿਜੇ ਮਾਤੀ, ਅਣਦਿਨ ਨਾਮ ਬਖਾਣਾ, ਦਿਨ ਰਾਤ ਨਾਮ ਦੇ ਵਿੱਚ ਡੁੱਬੀ ਹੋਈ ਰੂਹ, ਹਰ ਵੇਲੇ ਖੁਸ਼। ਕਾਮਣ ਬੜ ਭਾਗੀ, ਅੰਤਰ ਲਿਵ ਲਾਗੀ, ਹਰ ਕਾ ਪ੍ਰੇਮ ਸੁਭਾਇਆ। ਉਹ ਭਾਗਾਂ ਵਾਲੀ ਆ ਕਾਮਣ, ਉਹ ਜੀਵ ਇਸਤਰੀ। ਕਾਮਣ ਬੜ ਭਾਗੀ, ਬਹੁਤ ਵੱਡੇ ਭਾਗ, ਉੱਚੇ ਭਾਗ। ਅੰਤਰ ਲਿਵ ਲਾਗੀ, ਜਿਹਦੀ ਲਿਵ ਬਾਹਰ ਦੀ ਬਜਾਏ ਅੰਦਰ ਲਾਗੀ। ਅੰਤਰ ਅੰਤਰ ਸਾਡੇ ਹੈ ਕੌਣ? ਪਵਨ ਗੁਰੂ। ਉਹਦੇ ਸੈਂਟਰਾਂ ਵਿੱਚ ਇਹਦੇ ਉੱਥੇ ਲਿਵ ਲੱਗਦੀ ਹੈ। ਕਾਮਣ ਬੜ ਭਾਗੀ, ਅੰਤਰ ਲਿਵ ਲਾਗੀ, ਹਰ ਕਾ ਪ੍ਰੇਮ ਸੁਭਾਇਆ। ਜਦੋਂ ਹੀ ਤੁਹਾਡੀ ਲਿਵ ਅੰਦਰ ਵੱਲ ਜਾਣੀ ਆ, ਅੰਤਰਾਤਮੇ ਤੁਸੀਂ ਉਤਰਨਾ, ਮਹਿਸੂਸ ਕਰਨਾ ਆਪਣੇ ਆਪੇ ਨੂੰ, ਲਿਵ ਤੁਹਾਡੀ ਅੰਦਰ ਲੱਗਣ ਲੱਗ ਜਾਣੀ ਹੈ, ਤੇ ਤੁਹਾਨੂੰ ਪ੍ਰੇਮ ਦਾ ਅਹਿਸਾਸ ਹੋਣਾ। ਸਹਿ ਸੁਭਾਅ ਪ੍ਰੇਮ ਆ ਜਿਹੜਾ ਕਰਤੇ ਦਾ, ਉਹਨੇ ਤੁਹਾਨੂੰ ਹੌਲੇ ਫੁੱਲ ਵਰਗੇ ਕਰ ਦੇਣਾ। ਤੁਹਾਨੂੰ ਲੱਗਣਾ ਮੇਰਾ ਸਰੀਰ ਉੱਡਦਾ ਸੀਗਾ ਜਦੋਂ ਮੈਂ ਬੈਠਾ ਸੀ। ਤੁਹਾਨੂੰ ਇੱਕ ਇਹੋ ਜਿਹੀ ਝਣਕਾਰ ਉੱਠਣੀ ਆ ਜਿਹਦੇ ਨਾਲ ਲੱਗਣਾ ਕਿ ਤੰਦਰੁਸਤੀਆਂ ਛਾ ਗਈਆਂ ਸਾਰੇ ਪਾਸੇ। ਬੜਾ ਹੀ ਵਧੀਆ ਅਵਸਥਾ ਦਾ ਟਾਈਮ ਹੁੰਦਾ ਉਹ। ਕਾਮਣ ਬੜ ਭਾਗੀ, ਅੰਤਰ ਲਿਵ ਲਾਗੀ, ਹਰ ਕਾ ਪ੍ਰੇਮ ਸੁਭਾਇਆ। ਨਾਨਕ ਕਾਮਣ ਸਹਿਜੇ ਰਾਤੀ, ਜਿਨ ਸੱਚ ਸਿੰਗਾਰ ਬਣਾਇਆ। ਕਹਿੰਦੇ ਉਹ ਕਾਮਣ ਸਹਿਜ ਦੀ ਅਵਸਥਾ 'ਚ ਚਲੀ ਗਈ, ਉਹ ਜੀਵ ਇਸਤਰੀ, ਤੇ ਉਹਨੇ ਫਿਰ ਕਰਿਆ ਕੀ? ਸਿੰਗਾਰ ਕਾਹਦਾ ਕਰਿਆ? ਸੱਚ ਦਾ। ਜਿਨ ਸੱਚ ਸਿੰਗਾਰ ਬਣਾਇਆ। ਸੱਚ ਕੀ ਆ? ਉਹ ਆਦਿ ਸੱਚ। ਸੱਚ ਕੀ ਆ? ਉਹ ਜਗਾਦ ਸੱਚ। ਸੱਚ ਹੈ ਕੀ? ਹੈ ਵੀ ਸੱਚ। ਤੇ ਹੋਊਗਾ ਕੀ? ਨਾਨਕ ਹੋਸੀ ਵੀ ਸੱਚ। ਉਹਨੇ ਸੱਚ ਹੀ ਰਹਿਣਾ। ਜਿਹੜੀ ਵੀ ਕਾਮਣ, ਜਿਹੜੀ ਵੀ ਰੂਹ, ਉਹ ਸੰਸਾਰ 'ਚ ਕੋਈ ਵੀ ਹੋ ਸਕਦੀ ਹੈ। ਇਹ ਕਿਸੇ ਆਮ ਲੋਕਾਂ ਦਾ ਇਹ ਨਹੀਂ ਹੈ ਕਿ ਵੀ ਥੋੜ੍ਹੇ ਲੋਕਾਂ ਵਾਸਤੇ ਕਹੀ ਗੱਲ ਹੈ। ਪੂਰੀ ਦੁਨੀਆ ਦੀਆਂ ਰੂਹਾਂ 'ਚੋਂ ਕੋਈ ਵੀ ਹੋ ਸਕਦਾ। ਉਹ ਲੌਤ ਸੇ ਹੋ ਸਕਦਾ, ਜ਼ਰਤੁਸਤਰਾ ਹੋ ਸਕਦਾ, ਉਹ ਕਬੀਰ ਸਾਹਿਬ ਹੋ ਸਕਦੇ ਆ, ਉਹ ਦਾਦੂ ਦਿਆਲ ਹੋ ਸਕਦੇ ਆ। ਬੜੀ ਦੁਨੀਆ ਅੱਜ ਵੀ ਹੈਗੇ। ਜਦੋਂ ਹੀ ਇੱਕ ਮਿਕਤਾ ਕਰਦੇ, ਇਸੇ ਕਰਕੇ ਤਾਂ ਬਾਣੀ ਦੇ ਕੇ ਗਏ ਸਤਿਗੁਰੂ ਕਿ ਤੁਸੀਂ ਅੱਜ ਵੀ ਹਾਜ਼ਰ ਰਹੋ। ਹਰ ਵੇਲੇ ਗੁਰਮੁਖ ਹਾਜ਼ਰ ਹੋਣ, ਹਰ ਵੇਲੇ ਉਹ ਸਟੇਟਮੈਂਟ ਵਾਲੀਆਂ ਰੂਹਾਂ ਜਾਗਦੀਆਂ ਰਹਿਣ। ਕਈ ਵਾਰੀ ਸਾਡੇ ਕੋਲੇ ਉਹ ਅਵਸਥਾ ਹੁੰਦੀ ਹੈ, ਸਾਨੂੰ ਪਤਾ ਹੀ ਨਹੀਂ ਹੁੰਦਾ। ਜਦੋਂ ਦੂਸਰੇ ਪਾਸਿਓਂ ਅਸੀਂ ਕਿਤੋਂ ਪੜ੍ਹਦੇ ਸੁਣਦੇ ਆ ਜਾਂ ਕੋਈ ਦੱਸਦਾ, ਫਿਰ ਪਤਾ ਲੱਗਦਾ। ਜਿਵੇਂ ਇੱਕ ਬੰਦਾ ਇਕੱਲਾ ਹੀ ਰਹਿੰਦਾ ਹੋਵੇ, ਉਹਦੇ ਭਾਵ ਆ ਦਿਲ ਦੇ ਕਿ ਮੈਂ ਨਾ ਕਿਸੇ ਨੂੰ ਕੁਛ ਕਹਿਣਾ ਹੈ, ਨਾ ਕਿਸੇ ਦਾ ਕੁਛ ਚੱਕਣਾ ਹੈ, ਨਾ ਚਰਾਉਣਾ ਹੈ, ਕੁਛ ਨਹੀਂ। ਤੇ ਉਹਦੇ ਕੋਲੇ ਕੁਛ ਵੀ ਲੰਘ ਜੇ, ਕੁਛ ਵੀ ਪਿਆਰੇ, ਉਹ ਝਾਕਦੇ ਨਹੀਂ, ਆਪਦੀ ਲੈ 'ਚ ਰਹਿੰਦਾ ਹੈ। ਪਰ ਜਦੋਂ ਉਹਦੇ ਲਾਮੀ 100 ਬੰਦਾ ਰਹਿਣ ਲੱਗੇ ਆ ਕੇ, ਤੇ ਉਹ ਦੇਖਣ ਕਿ ਆਹ ਜਿਹੜਾ ਐਡੀਆਂ ਕੀਮਤੀ ਚੀਜ਼ਾਂ ਡਿੱਗੀਆਂ ਪਈਆਂ ਸੀ, ਉਹ ਕੋਲ ਦੀ ਲੰਘ ਗਿਆ, ਚੱਕੀਆਂ ਨਹੀਂ। ਜੇ ਕਿਸੇ ਨੇ ਕਿਹਾ ਵੀ ਆਹ ਬਟੂਆ ਸੀ ਤੇਰਾ, ਉਹ ਕਹਿੰਦਾ ਵੀ ਮੇਰਾ ਨਹੀਂ ਹੈ, ਇਸ ਕਰਕੇ ਨਹੀਂ ਮੈਂ ਚੱਕਿਆ। ਫਿਰ ਉਹ ਲੋਕ ਉਹਨੂੰ ਕੀ ਕਹਿਣਗੇ? ਬੜਾ ਹੀ ਇਮਾਨਦਾਰ ਹੈ ਵੀ ਬੰਦਾ। ਤੇ ਜਦੋਂ ਉਹਦੀਆਂ ਖਬਰਾਂ ਲੱਗਣਗੀਆਂ, ਉਹਦੀਆਂ ਫੋਟੋਆਂ ਲੱਗਣਗੀਆਂ ਕਿ ਕਰੋੜਾਂ ਰੁਪਈਆਂ ਦਾ ਬੈਗ ਹੱਥ ਹੀ ਨਹੀਂ ਆਇਆ, ਸ਼ਾਇਦ ਉਹਨੂੰ ਵੀ ਉੱਦੇ ਪਤਾ ਲੱਗਿਆ ਚੱਲ ਵੀ ਯਾਰ ਇਹਨੂੰ ਇਮਾਨਦਾਰੀ ਕਹਿੰਦੇ ਆ। ਇਹ ਤਾਂ ਵੈਸੇ ਹੀ ਇੱਕ ਨੇਚਰ ਹੈ ਮੇਰੀ, ਵੀ ਮੈਂ ਜਿਹੜੀ ਚੀਜ਼ ਮੇਰੀ ਨਹੀਂ ਉਹ ਮੇਰੀ ਨਹੀਂ ਹੈ, ਬਸ ਗੱਲ ਖਤਮ ਹੈ। ਅੱਛਾ, ਇਹਦਾ ਐਡਾ ਅਸਰ ਕਿਉਂ ਬਣਦੇ ਆ ਇਹ? ਕਿਉਂਕਿ ਉਹ ਅਸਰ ਤਾਂ ਬਣਦੇ, ਉਹ ਛੱਡਦੇ ਹੀ ਨਹੀਂ। ਉਹ ਤਾਂ ਹੱਥ 'ਚੋਂ ਖੋਹ ਲੈਂਦੇ ਆ ਜਿਹੜੇ ਥਾਂ 'ਤੇ ਉਹ ਰਹਿੰਦੇ ਆ। ਉਹ ਤਾਂ ਵੱਟਾਂ ਵੱਢਣ ਨੂੰ ਨਹੀਂ ਹਟਦੇ, ਨੱਪਣ ਦੀ ਕੋਸ਼ਿਸ਼ ਕਰਦੇ ਆ, ਇੰਚ ਥਾਂ ਨਹੀਂ ਛੱਡਦੇ। ਫਿਰ ਤਾਂ ਹੀ ਉਹ ਇਮਾਨਦਾਰ ਕਹਿੰਦੇ ਨਾ ਉਹਨੂੰ। ਉੱਦੇ ਪਤਾ ਲੱਗਦਾ ਵੀ ਅੱਛਾ ਵੀ ਇਹ ਇਮਾਨਦਾਰ ਆ ਮੈਂ, ਠੀਕ ਆ। ਕਈ ਵਾਰੀ ਜਿੰਨਾ ਚਿਰ ਸਾਨੂੰ ਮੂਹਰੋਂ ਕੋਈ ਦੱਸਦਾ ਨਹੀਂ ਕਿ ਆਹ ਸਟੇਟ ਹੈ ਤੇਰੀ, ਊਰਜਾ ਆਹ, ਤੇਰੀ ਜਿਹੜੀ ਬਿਰਤੀ ਹੈ ਇਸ ਤਰ੍ਹਾਂ ਦੀ ਹੈ। ਆਮ ਤਾਂ ਸਾਡੇ ਇਹ ਚੱਲਦਾ ਵੀ ਜਿਹੜਾ ਬੰਦਾ ਕਿਸੇ ਦੇ ਮੂਹਰੇ ਜੇ ਨਹੀਂ ਬੋਲਦਾ, ਚੁੱਪ ਜੇ ਰਹਿੰਦਾ, ਅਸੀਂ ਕਹਿੰਦੇ ਇਹ ਭਗਤ ਆ ਬੰਦਾ। ਉਹ ਬੇਸ਼ੱਕ ਸਿਰੇ ਦਾ ਕਰੋਧੀ ਹੋਵੇ, ਪਰ ਸਾਡੀ ਇੱਕੋ ਹੀ ਗੱਲ ਹੈ, ਜਿਹੜਾ ਬੰਦਾ ਸਾਡੀ ਗੱਲ ਨਹੀਂ ਟੋਕਦਾ ਉਹ ਭਗਤ ਆ। ਸਰਟੀਫਿਕੇਟ ਨਾਲ ਦੀ ਨਾਲ ਚੱਕ ਵੀ। ਕੋਈ ਆ ਕੁਛ ਹੀ ਕਰਦਾ ਫਿਰਦਾ, ਕੋਹੇ ਜਿਹਾ ਵੀ ਆ ਜਿਹਨੇ ਗੋਲ ਪਾਉਂਦਾ ਬੰਨ ਲਏ ਬਾਬਾ ਜੀ, ਚੱਕ ਵੀ। ਸਾਰੇ ਹੀ ਕਹਿੰਦੇ, ਕੋਈ ਇੱਕ ਨਹੀਂ, ਸਾਰੇ ਹੀ।
ਜਾਣੀ ਇਹੀ ਕਾਰਨ ਸਤਿਗੁਰੂ ਕਹਿੰਦੇ ਇਹ ਅਲੱਗ ਸਿਸਟਮ ਹੈ। ਨਾਨਕ ਕਾਮਣ ਸਹਿਜੇ ਰਾਤੀ ਜਿਨ ਸੱਚ ਸ਼ਿੰਗਾਰ ਬਣਾਇਆ। ਉਹ ਕਾਮਣੀ ਸਹਿਜ ਦੇ ਵਿੱਚ ਰੱਤੀ ਆ ਰਹਿ ਸਕਦੀ ਆ ਜਿਹਨੇ ਸੱਚ ਨੂੰ ਸ਼ਿੰਗਾਰ ਬਣਾ ਲਿਆ, ਜਿਹਨੇ ਉਹਨੂੰ ਜਾਣ ਲਿਆ। ਉਹ ਸੱਚਾ ਨਾਮ, ਉਹ ਜਿਹੜੀ ਰੌ ਮਹਾਰਾਜ ਪਹਿਲਾਂ ਦੱਸ ਕੇ ਹਟੇ ਆ, ਉਹ ਸ਼ਬਦ। ਅੱਗੇ ਸਤਿਗੁਰੂ ਕੀ ਕਹਿੰਦੇ ਆ, ਹਉਮੈ ਮਾਰ ਮੁਈਏ ਤੂੰ ਚੱਲ ਗੁਰ ਕਹਿ ਪਾਏ। ਜੇ ਕਹਿੰਦੇ ਕਿਸੇ 'ਚ ਕੋਈ ਹਉਮੈ ਆ ਨਾ, ਜੀਵ ਇਸਤਰੀ 'ਚ ਮਹਾਰਾਜ ਪਿਆਰ ਨਾਲ ਕਹਿੰਦੇ ਆ, ਕਹਿੰਦੇ ਹਉਮੈ ਮਾਰ ਮੁਈਏ ਤੂੰ ਚੱਲ ਗੁਰ ਕਹਿ ਪਾਏ। ਜਿਵੇਂ ਗੁਰੂ ਤੈਨੂੰ ਸਮਝਾਉਂਦਾ, ਜਿਵੇਂ ਗੁਰੂ ਤੈਨੂੰ ਦੱਸਦਾ, ਜਿਵੇਂ ਗੁਰੂ ਦੀ ਬਾਣੀ ਤੈਨੂੰ ਕਹਿੰਦੀ ਆ, ਉਵੇਂ ਚੱਲ, ਫਿਰ ਤੇਰੀ ਗੱਲ ਬਣ ਜਾਣੀ ਆ। ਤੇ ਨਹੀਂ 84 ਲੱਖ ਜੂਨੀਆਂ ਦਾ ਗੇੜ ਇਹ ਗੱਲਾਂ ਹੀ ਨਹੀਂ ਹੈ, ਇਹ ਖੇਡਾਂ ਨਹੀਂ ਹੈ। ਜੁੜ ਕੇ ਦੇਖਿਓ, ਸਭ ਕੁਝ ਪਤਾ ਲੱਗਦਾ। ਇਹ ਤਾਂ ਹੀ ਹੈ ਜਿਵੇਂ ਨੰਗ ਮਲੰਗ ਬੰਦੇ ਨੂੰ ਕੀ ਪਤਾ ਵੀ ਇਨਕਮ ਟੈਕਸ ਵਾਲੇ ਕੀ ਹੁੰਦੇ ਆ, ਈਡੀ ਕੀ ਹੁੰਦੀ ਹੈ। ਉਹ ਕਹੇ, ਉਹ ਭਾਵੇਂ ਦਾਅਵਾ ਕਰੇ ਮੇਰੇ ਦਾ ਪਿਓ ਦਾਦੇ ਨੇ ਨਾਂ ਨਹੀਂ ਸੁਣਿਆ ਕਿਤੇ, ਨਾ ਹੀ ਤਾਂ ਹੀ ਨਹੀਂ ਨਾ ਸੁਣਿਆ। ਤੁਹਾਡੇ ਪੱਲੇ ਕੁਛ ਨਹੀਂ। ਜਿਨ੍ਹਾਂ ਦੇ ਹੈਗਾ ਉਹਨਾਂ ਨੂੰ ਪੁੱਛ ਵੀ ਸੁਪਨੇ 'ਚ ਦਿੰਦੇ ਆ, ਥੋੜ੍ਹਾ ਵੱਧ ਹੈ ਜਿਨ੍ਹਾਂ ਕੋਲ ਆਮ ਨੂੰ। ਸਾਰਾ ਕੁਛ ਹੀ ਹੈ ਸੰਸਾਰ 'ਚ। ਇਹ ਬੜੇ ਭੰਡਾਰੇ ਆ ਇੱਥੇ, ਬਰਕਤਾਂ ਦੇ ਵੀ ਆ, 84 ਲੱਖ ਜੂਨੀਆਂ ਵੀ ਹੈ, ਧਰਮ ਦਾ ਰਾਜ ਵੀ ਹੈ, ਨਿਯਮ ਦਾ ਰਾਜ ਆ। ਨਿਯਮਾਂ ਤਹਿਤ ਹੀ ਹੋ ਰਿਹਾ ਸਾਰਾ ਕੁਛ। ਤਾਂ ਸਾਨੂੰ ਲੱਗੀ ਜਾਂਦਾ ਨਾ ਇੰਨਾ ਕੁਛ ਕਿਉਂ ਹੋਈ ਜਾਂਦਾ, ਇਹਦਾ ਗਰੀਬੀ ਕਿਉਂ ਹੈ, ਇਹਦਾ ਕਿਉਂ ਹੈ। ਤੁਸੀਂ ਮਾੜਾ ਜਿਹਾ ਟਾਈਮ ਕੱਢ ਕੇ ਫਰੋਲਣਾ ਸ਼ੁਰੂ ਕਰ ਦਿਓ, ਬੰਦੇ ਦੇ ਖਿਆਲਾਤ ਹੀ ਉਹੋ ਜਿਹੇ ਹੋਣਗੇ। ਮਾਇਆ ਨੂੰ ਤਾਂ ਕਹਿੰਦਾ ਹੋਊਗਾ ਇਹ ਤਾਂ ਹੱਥਾਂ ਦੀ ਮੈਲ, ਇਹਦਾ ਕੀ ਹੈ, ਇਹ ਤਾਂ ਕੰਜਰਾਂ ਕੋਲ ਹੁੰਦੀ ਹੈ। ਮਾਇਆ ਵਾਲਿਆਂ ਕੰਨੀਆਂ ਝਾਕਦਾ ਕਰੋਧ ਨਾਲ, ਫਿਰ ਭਾਲ ਲੈ ਲਾ। ਇਹੀ ਕਾਰਨ ਹੁੰਦੇ ਆ। ਜਿਹੜੇ ਬਹੁਤਾ ਕਰਦੇ ਨਾ ਚਾਦਰ ਦੇਖ ਕੇ ਪੈਰ ਪਸਾਰੋ, ਉਹ ਉੱਥੇ ਹੀ ਰਹਿ ਜਾਂਦੇ ਆ। ਇਹ ਤਾਂ ਜਿਹੜੇ ਵੱਡੀਆਂ ਚਾਦਰਾਂ ਖਰੀਦਣ ਤੁਰਦੇ ਆ ਉਹੀ ਵੱਧਦੇ ਆ। ਜਾਂ ਜਿਹੜੇ ਦਾਅ 'ਤੇ ਲਾਉਂਦੇ ਆ, ਜੁਆਰੀ ਆ, ਮਾਰਦੇ ਆ ਸਾਲ ਇੱਕ ਥਾਂ ਤੋਂ ਦੂਜੀ ਥਾਂ, ਸਟਰਗਲ ਜ਼ਰੂਰ ਕਰਦੇ ਆ ਪਰ ਪਹੁੰਚਦੇ ਆ, ਦੁਨੀਆ ਦੇ ਧਨਵਾਨ ਲੋਕ ਬਣਦੇ ਆ। ਮਹਾਰਾਜ ਕਹਿੰਦੇ ਹਉਮੈ ਮਾਰ ਮੁਈਏ ਤੂੰ ਚੱਲ ਗੁਰ ਕਹਿ ਪਾਏ। ਗੁਰੂ ਦੇ ਭਾਏ 'ਚ ਚੱਲ, ਗੁਰੂ ਦੇ ਪਿਆਰ 'ਚ ਚੱਲ। ਹਰ ਵਰਗ ਰਾਵ ਹੈ ਸਦਾ ਮੁਈਏ ਨਿਜ ਘਰ ਵਾਸਾ ਪਾਏ। ਕਹਿੰਦੇ ਉਹ ਹਰੀ ਤੂੰ ਬਰ ਰਾਵ ਹੈ, ਉਹ ਖਸਮ ਤੇਰਾ ਕੌਣ ਹੈ, ਉਹ ਮਾਲਕ ਕਰਤਾ। ਤੂੰ ਉਹਦਾ ਮਿਲਾਪ ਕਰ ਲਏਂਗੀ ਕਿਵੇਂ, ਹਰ ਵਰ ਰਾਵ ਹੈ ਸਦਾ ਮੁਈਏ ਨਿਜ ਘਰ ਵਾਸਾ ਪਾਏ। ਤੂੰ ਆਪਣੇ ਨਿਜ ਘਰ ਚਲੀ ਜਾਏਗੀ। ਤੇ ਨਿਜ ਘਰ 'ਚ ਬੈਠਾ ਕੌਣ ਹੈ, ਪਰਮ ਪਿਤਾ ਪਰਮਾਤਮਾ ਹਰੀ, ਮੌਲਾ, ਅੱਲਾ, ਖੁਦਾ, ਰੱਬ, ਕੋਈ ਨਾ ਹੀ ਰੱਖ ਲਓ, ਉਹ ਬੈਠਾ ਇਹਦੇ ਅੰਦਰ ਹੀ ਲੁਕਿਆ ਹੋਇਆ। ਇੱਥੋਂ ਫਿਰ ਤੈਨੂੰ ਉਹ ਮਿਲੂਗਾ, ਹਰ ਵਾਰ ਰਾਵ ਹੈ ਸਦਾ ਮੁਈਏ ਨਿਜ ਘਰ ਵਾਸਾ ਪਾਏ। ਆਪਣੇ ਨਿਜ ਘਰ ਥਿਰ ਘਰ ਚਲੀ ਜਾਏਗੀ ਤੂੰ, ਤੇਰਾ ਵਾਸਾ ਹੀ ਉੱਥੇ ਹੋ ਜਾਣਾ। ਮੁੜ ਕੇ ਜਨਮ ਮਰਨ ਮਿਟ ਜਾਂਦਾ, ਆਉਣ ਜਾਣ ਦੇ ਸਿਆਪੇ ਖਤਮ। ਉਹ ਸਟੇਟ ਮਿਲ ਜਾਂਦੀ ਹੈ ਕਿ ਜੇ ਤੁਸੀਂ ਖੁਦ ਗੇੜੀ ਮਾਰਨੀ ਚਾਹੁੰਦੇ ਹੋ, ਜਿਵੇਂ ਜਿਹੜੇ ਬੰਦੇ ਨੇ ਸਾਰੇ ਤਰ੍ਹਾਂ ਦਾ ਧਨ ਪਾਲਿਆ, ਇੱਕ ਧਨਵਾਨ ਜੰਗੀਰਦਾਰ ਹੈ, ਕਿਸੇ ਨੌਕਰੀ 'ਤੇ ਨਹੀਂ ਹੈ, ਉਹ ਕਿਸੇ ਦੇ ਅਧੀਨ ਨਹੀਂ ਹੈ। ਉਹਦੀ ਮਰਜ਼ੀ ਹੁੰਦੀ ਹੈ ਕਿ ਘੋੜੇ 'ਤੇ ਸਵਾਰ ਹੋ ਕੇ ਗੇੜਾ ਦੇ ਕੇ ਆਉਣਾ ਸ਼ਹਿਰ ਦਾ ਕਿ ਨਹੀਂ। ਜੇ ਨਹੀਂ ਮਨ ਤਾਂ ਨਹੀਂ ਜਾਂਦਾ, ਜੇ ਮਨਾ ਤਾਂ ਜਾਂਦਾ, ਮਰਜ਼ੀ ਦਾ ਮਾਲਕ ਹੋ ਜਾਂਦਾ। ਇਸੇ ਕਰਕੇ ਜਾਇਦਾਦ ਨੂੰ ਵੱਡੀ ਮੰਨਿਆ, ਧਰਤੀ ਨੂੰ ਮਾਂ ਕਿਹਾ। ਮਾਂ ਫਿਰ ਉਹ ਰੰਗ ਦਿਖਾਉਂਦੀ ਹੈ ਜਿਹੜੇ ਹੋਰ ਕੋਈ ਨਹੀਂ ਦੇਖ ਸਕਦੇ। ਉਹ ਸਟੇਟ ਦੇ ਵਿੱਚ ਹੀ ਚਲੇ ਜਾਂਦੇ ਹਾਂ ਕਿ ਅਸੀਂ ਮਰਜ਼ੀ ਦੇ ਮਾਲਕ ਹੋ ਜਾਂਦੇ ਹਾਂ। ਹਰ ਵਰ ਰਾਵ ਹੈ ਸਦਾ ਮੁਈਏ ਨਿਜ ਘਰ ਵਾਸਾ ਪਾਏ। ਸਵੈ ਵਰਗ ਜੋ ਚਾਹੀਦਾ ਉਹ ਹਾਜ਼ਰ ਸਵਰਗ, ਨਿਜ ਘਰ ਵਾਸਾ ਪਾਏ। ਸ਼ਬਦ ਵਜਾਏ ਸਦਾ ਸੁਹਾਗਣ ਨਾਰੀ। ਜਦੋਂ ਹੀ ਨਿਜ ਘਰ ਜਾਂਦੀ ਹੈ ਉੱਥੇ ਫਿਰ ਉਹ ਅਣਹਦ ਨਾਦ ਦੇ ਵਾਜੇ ਵੱਜਦੇ ਆ। ਨਿਜ ਘਰ ਵਾਸਾ ਪਾਈ, ਜਦੋਂ ਹੀ ਵਾਸਾ ਹੁੰਦਾ ਉੱਧਰੋਂ ਨੇੜਤਾ ਹੁੰਦੀ ਆ ਅਤੇ ਉੱਧਰੋਂ ਸ਼ਬਦ ਸੁਣਦੇ ਆ। ਨਿਜ ਘਰ ਵਾਸਾ ਪਾਈ ਸ਼ਬਦ ਵਜਾਏ ਸਦਾ ਸੁਹਾਗਣ ਨਾਰੀ। ਸਦਾ ਵਾਸਤੇ ਸੁਹਾਗਣ ਹੋ ਜਾਂਦੀ ਹੈ, ਕਿਉਂਕਿ ਉਹ ਮਾਲਕ ਜਿਹੜਾ ਵਿਛੜਿਆ ਹੋਇਆ ਸੀ, ਜਿਹਨੂੰ ਖੋਜਣ ਲਈ ਸਾਨੂੰ ਆਹ ਟਾਸਕ ਮਿਲਿਆ ਸੀ, ਉਹ ਮਿਲ ਗਿਆ। ਅਤੇ ਹੁਣ ਜਦੋਂ ਇੱਕ ਵਾਰੀ ਮਿਲ ਗਿਆ ਤਾਂ ਫਿਰ ਵਿਛੜਦਾ ਨਹੀਂ, ਫਿਰ ਤਾਂ ਸਦਾ ਸੁਹਾਗਣ ਨਾਰੀ। ਇਹਨੂੰ ਨਾਰੀ ਦਾ ਨਾਂ ਕਿਉਂ ਦਿੱਤਾ ਜੀਵ ਨੂੰ? ਇਹ ਅੱਡ ਵੀ ਸਕਦੇ, ਲਾਵਾਂਗੇ ਪਹਿਰਾ ਆਪਾਂ। ਇਹਨੂੰ ਬੰਦਿਆਂ ਵੀ ਕਹਿ ਸਕਦੇ ਸੀ, ਉਹ ਬੰਦਿਆਂ ਤੇਰੀ ਇੱਕ ਮਿਕਤਾ ਹੋ ਜੂ। ਬੰਦੇ ਦਾ ਭਾਵ ਵੀ ਥੋੜ੍ਹਾ ਜਿਹਾ ਰੁੱਖਾ, ਪਤਾ ਨਹੀਂ ਕੀ ਚੱਕਰ ਆ। ਨਾਰੀ
ਮਹਾਰਾਜ ਜੀ ਕਹਿੰਦੇ ਨਿਜ ਘਰ ਵਾਸਾ ਪਾਏ ਸ਼ਬਦ ਵਜਾਏ ਸਦਾ ਸੁਹਾਗਣ ਨਾਰੀ ਪਿਰ ਰਲੀ ਆਲਾ। ਉਹ ਪਿਰ ਦੇ ਵਿੱਚ ਰਲ ਗਈ ਜਾ ਕੇ ਉਹਦੀਆਂ ਖੇਡਾਂ 'ਚ। ਪਿਰ ਰਲੀ ਆਲਾ ਜੋਬਨ ਬਾਲਾ, ਜੋਬਨ ਦੀ ਬਹਾਰ ਕਿਹਦੇ ਤੇ? ਉਹ ਬਾਲਾ, ਉਹ ਜਵਾਨ ਲੜਕੀ, ਉਹ ਜਵਾਨ ਨਾਰੀ। ਪਿਰ ਰਲੀ ਆਲਾ ਜੋਬਨ ਬਾਲਾ ਅਣਦਣ ਕੰਤ ਸਵਾਰੀ। ਫਿਰ ਉਹ ਜਿਹੜਾ ਕੰਤ ਹੈ, ਜਿਹੜਾ ਉਹਦਾ ਮਾਹੀ ਹੈ, ਅਣਦਣ ਰੋਜ਼ਾਨਾ ਉਹਨੂੰ ਸਵਾਰਦਾ, ਉਹਨੂੰ ਪਿਆਰ ਕਰਦਾ, ਉਹਨੂੰ ਦੁਲਾਰਦਾ। ਜੋ ਸੁੱਖ ਉਹਨੂੰ ਚਾਹੀਦਾ ਉਹਦੇ ਚਰਨਾਂ 'ਚ, ਜੋ ਚਾਹੀਦਾ, ਜੋ ਜੋ ਸਭ ਕੁਛ ਹਾਜ਼ਰ। ਪਿਰ ਰਲੀ ਆਲਾ ਜੋਬਨ ਵਾਲਾ, ਉਹ ਜਵਾਨ ਵਾਲਾ ਅੰਦਨ ਕੰਤ ਸਵਾਰੀ। ਉਹਨੂੰ ਫਿਰ ਹਰ ਵੇਲੇ ਉਹ ਜਵਾਨ ਹੀ ਰਹਿੰਦੇ ਆ ਉੱਥੇ ਤਾਂ। ਸੱਚ ਊਰਜਾ ਕਿਤੇ ਬੁੜੀ ਹੁੰਦੀ ਨਹੀਂ, ਕਦੇ ਬਚਪਨ ਹੁੰਦਾ ਹੀ ਨਹੀਂ, ਉਹ ਇੱਕੋ ਹੀ ਰੂਪ ਆ। ਬਸ ਖੇਡਾਂ ਖਤਮ, ਚੜ੍ਹਦੀਆਂ ਕਲਾਂ ਹਰ ਵੇਲੇ। ਪਿਰ ਰਲੀ ਆਲਾ ਜੋਬਨ ਵਾਲਾ ਅਣਦਿਨ ਕੰਤ ਸਵਾਰੀ। ਹਰ ਵਰ ਸੁਹਾਗੋ ਮਸਤਕ ਭਾਗੋ ਸੱਚਾ ਸ਼ਬਦ ਸੁਹਾਈ। ਕਿਹੜਾ ਵਰ ਪਾਲਿਆ ਹੁਣ? ਹਰੀ। ਅੰਤਮ ਹਰ ਵਰ ਸੁਹਾਗੋ, ਉਹ ਸੁਹਾਗ ਬਣ ਗਿਆ ਜਿਹੜਾ ਹਰੀ ਖੁਦ ਹੈ। ਮਸਤਕ ਭਾਗੋ, ਮੱਥੇ ਦੇ ਭਾਗ ਉਹਦੇ ਨਾਲ ਜੁੜ ਗਏ। ਸੱਚਾ ਸ਼ਬਦ ਸੁਹਾਈ। ਜੁੜੇ ਕਾਹਦਾ ਕਰਕੇ? ਜੁੜੇ ਸੱਚੇ ਸ਼ਬਦ ਦਾ ਕਰਕੇ। ਪਹਿਲਾਂ ਸੱਚਾ ਸੱਜਣ ਟੱਕਰਿਆ, ਪਹਿਲਾਂ ਸੱਚਾ ਗੁਰੂ ਮਿਲਿਆ, ਫਿਰ ਗੁਰੂ ਦੀ ਬਾਣੀ ਮਿਲੀ, ਫਿਰ ਬਾਣੀ ਤੋਂ ਸ਼ਬਦਾਂ ਦੀ ਸਾਂਝ ਪਈ, ਪਤਾ ਲੱਗਿਆ ਵਰ ਕਿਹਨੂੰ ਕਹਿੰਦੇ ਆ, ਖਸਮ ਕਿਹਨੂੰ ਕਹਿੰਦੇ ਆ, ਨਾਰੀ ਕਿਹਨੂੰ ਕਹਿੰਦੇ ਆ, ਉਧਰ ਜਾਈ ਦਾ ਕਿਵੇਂ ਆ, ਬੈਠੀ ਦਾ ਕਿਵੇਂ ਆ, ਧਿਆਈ ਦਾ ਕਿਵੇਂ ਆ, ਜਪੀ ਦਾ ਕਿਵੇਂ ਆ, ਚਿੱਤ 'ਚ ਚਿਤਵੀ ਦਾ ਕਿਵੇਂ ਆ। ਸਾਰੀਆਂ ਗੱਲਾਂ ਗੁਰੂ ਦੀ ਬਾਣੀ ਤੋਂ ਪਤਾ ਲੱਗੀਆਂ। ਹਰ ਵਾਰ ਸੁਹਾਗੋ ਮਸਤਕ ਭਾਗੋ ਸੱਚਾ ਸ਼ਬਦ ਸੁਹਾਏ। ਮੱਥੇ ਦੇ ਭਾਗ ਜਾਗ ਜਾਂਦੇ ਆ, ਸੋਹਣਾ ਜੀਵਨ ਬਣ ਜਾਂਦਾ ਹਰ ਪੱਖ ਤੋਂ। ਨਾਨਕ ਕਾਮਣ ਹਰ ਰੰਗ ਰਾਤੀ ਜਾਂ ਚੱਲੈ ਸਤਿਗੁਰ ਪਾਏ। ਕਹਿੰਦੇ ਫਿਰ ਉਹ ਕਾਮਣ ਆ ਨਾ ਜਿਹੜੀ ਮੋਹਰ ਲਾਈ ਨਾਨਕ ਦੇ ਨਾਮ ਦੀ। ਨਾਨਕ ਕਾਮਣ ਹਰ ਰੰਗ ਰਾਤੀ, ਹਰੀ ਦੇ ਰੰਗਾਂ 'ਚ ਰੱਤੀ ਗਈ ਹਰ ਵੇਲੇ। ਜਾਂ ਚੱਲੈ ਸਤਿਗੁਰ ਭਾਏ। ਚਲਦੀ ਕਿਵੇਂ ਆ ਉਹ? ਜੋ ਸਤਿਗੁਰੂ ਦਾ ਭਾਵ ਹੈ, ਜੋ ਸਤਿਗੁਰੂ ਦੀ ਭਾਵਨਾ, ਜੋ ਸਤਿਗੁਰੂ ਨੇ ਕਹਿਆ ਉਹੀ ਕਾਰ ਕਮਾਈ, ਤੇ ਫਿਰ ਸਦਾ ਹੀ ਰੰਗ ਬਣਦੀ ਹੈ। ਬਹੁਤ ਕਿਰਪਾ ਗੁਰੂ ਸਾਹਿਬ ਕਰਦੇ ਆ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਸਰ ਨਹੀਂ ਛੱਡੀ ਦੱਸਣ ਵਾਲੀ, ਪਰ ਅਸੀਂ ਦੂਰੀਆਂ ਬਣਾ ਲਈਆਂ। ਕੁਛ ਹੁਣ ਜਾਣ ਬੁੱਝ ਕੇ ਕਾਨੂੰਨਾਂ ਦੇ ਨਾਂ ਹੇਠ ਸਾਥੋਂ ਦੂਰ ਕੀਤਾ ਜਾ ਰਿਹਾ ਗੁਰੂ ਗ੍ਰੰਥ ਸਾਹਿਬ ਨੂੰ। ਅਣਜਾਣ ਬੰਦਾ ਤਾਂ ਵਿਚਾਰਾ ਗੁਟਕਾ ਸਾਹਿਬ ਨੂੰ ਹੱਥ ਲਾਉਣ ਤੋਂ ਡਰਨ ਲੱਗ ਗਿਆ, ਪੜ੍ਹਨਾ ਤਾਂ ਦੂਰ ਰਹਿ ਗਿਆ। ਅਣਜਾਣ ਦੀ ਗੱਲ ਛੱਡੋ, ਆਪਾਂ ਜਾਣਕਾਰ ਹਾਂ। ਜੇ ਆਪਦੇ ਕੋਲੇ ਵੀ ਖਜ਼ਾਨੇ 'ਚ ਗੁਟਕਾ ਚੱਕ ਕੇ ਤੁਰਦੇ ਆ ਨਾ, ਹੁਣ ਇਹ ਲੱਗਦਾ ਕਿਤੇ ਕਿਸੇ ਗੱਲ ਕਾਰਨ ਕੋਈ ਜੂਠੇ ਹੱਥ ਹੋਏ, ਹੋਰ ਕਿਸੇ ਨੇ ਦੇਖ ਲਿਆ ਕਿ ਉਹੀ ਨਾ ਵਿੱਚ ਦੀ ਵਰਸਾ ਕੱਢਦੇ ਵੀ ਤੂੰ ਬਾਣੀ ਸੀ ਤੇਰੇ ਕੋਲੇ, ਤੂੰ 295 'ਚ ਚੱਲ ਅੰਦਰ, ਤੂੰ ਬੇਅਦਬੀ ਕਰਦਾ ਮੈਂ ਦੇਖਿਆ, ਤੂੰ ਹੱਥ ਲਾਈ ਜਾਂਦਾ ਸੀ। ਇਹੋ ਜਿਹੇ ਪਾਸੇ ਗੱਲਾਂ ਚਲਾਤੀਆਂ। ਸਤਿਗੁਰੂ ਮਿਹਰ ਕਰਨ। ਆ ਤਾਂ ਸ਼ੁਕਰ ਹੈ, ਸ਼ੁਕਰ ਆ ਵਿਗਿਆਨ ਦਾ, ਸ਼ੁਕਰ ਆ ਉਹਨਾਂ ਦਾ ਜਿਨ੍ਹਾਂ ਨੇ ਆ ਬਣਾਏ, ਐਪਾਂ ਬਣਾਈਆਂ, ਫੋਨ ਬਣਾਏ, ਸਭ ਕੁਛ ਇਹਦੇ ਵਿੱਚ ਪਾਇਆ। ਇਹਦੇ 'ਚ ਹੀ ਮਿਲ ਜਾਂਦਾ, ਕੋਈ ਬੇਅਦਬੀ ਨਹੀਂ ਹੁੰਦੀ, ਕੁਛ ਨਹੀਂ ਹੁੰਦਾ, ਨਾ ਉਹ ਜਿਹੇ ਭਾਵ ਪੈਦਾ ਹੁੰਦੇ ਆ। ਸਾਨੂੰ ਸੌਖਾ ਹੋ ਗਿਆ ਲੋਕਾਂ ਨੂੰ ਸਮਝਣਾ, ਪੜ੍ਹਨਾ, ਕਰਨਾ, ਪਰ ਕੋਸ਼ਿਸ਼ ਕਰੀਏ ਖੁਦ ਜਾਣਨ ਦੀ। ਖੁਦ ਪੜ੍ਹੀਏ, ਖੁਦ ਸੁਣੀਏ, ਖੁਦ ਜਾਣੀਏ। ਬਾਕੀ ਅਰਥ ਤਾਂ ਅੱਡ ਰਹਿ ਗਏ, ਗੱਲਾਂ ਪੜ੍ਹਨਾ ਅੱਡ ਰਹਿ ਗਿਆ, ਘੱਟ ਵੱਧ ਹੁੰਦਾ ਕੋਈ ਚੱਕਰ ਨਹੀਂ। ਜੇ ਤੁਹਾਨੂੰ ਤੜਪ ਪੂਰੀ ਆ, ਤੁਹਾਨੂੰ ਖਿੱਚ ਪੂਰੀ ਆ, ਅਰਦਾਸ ਕਰੋ ਬਹਿ ਕੇ ਗੁਰੂ ਅੱਗੇ ਕਿ ਹੇ ਗੁਰੂ ਸਾਹਿਬ ਰਸਤਾ ਬਖਸ਼ੋ। ਯਕੀਨ ਮੰਨਿਓ ਪਿਆਰਿਓ, ਪਤਾ ਨਹੀਂ ਕਿਹੜੇ ਪਾਸਿਓਂ ਆ ਟੱਕਰਦੇ ਆ ਇਹੋ ਜਿਹੇ ਲੋਕ ਜਿਹੜੇ ਉਹ ਗੱਲ ਨੂੰ ਜਾਣਦੇ ਹੁੰਦੇ ਆ। ਕਿਹੜੇ ਪਾਸਿਓਂ ਤੁਹਾਡੇ ਕੋਲੇ ਅਖਬਾਰ ਉਹੋ ਜਿਹੇ ਆ ਜਾਣੇ ਆ, ਕਿਹੜੇ ਪਾਸਿਓਂ ਰਸਾਲੇ ਮਿਲ ਜਾਣੇ ਆ, ਕਿਹੜੇ ਪਾਸਿਓਂ ਕੋਈ ਕਿਤਾਬ ਕਿਸੇ ਨੇ ਗਿਫਟ ਕਰ ਜਾਣੀ ਹੈ। ਮੇਰੇ ਯਾਦ ਆ ਬਚਪਨ 'ਚ ਜਦੋਂ ਇਹ ਅਰਦਾਸਾਂ ਕਰਦੇ ਹੁੰਦੇ, ਇੱਕ ਰੱਦੀ ਵਾਲੇ ਰੋਟੀ ਖਾਣ ਆਉਂਦੇ ਗੁਰੂ ਘਰ, ਜਿਹੜੇ ਕਿਤਾਬਾਂ ਖਰੀਦਦੇ ਲੋਕਾਂ ਦੇ ਘਰਾਂ 'ਚੋਂ ਕੋਈ ਹੋਰ। ਉਹਨਾਂ ਨੂੰ ਪਤਾ ਲੱਗਿਆ ਕਿ ਬਾਬਾ ਸ਼ੌਕੀਨ ਅਧਿਆਤਮਿਕ ਕਿਤਾਬਾਂ ਪੜ੍ਹਨ ਦਾ ਇਹਨਾਂ ਦਾ, ਅਤੇ ਉਹਨਾਂ ਨੇ ਭਾਲ ਕੇ ਰੱਖ ਲੈਣੀਆਂ ਅੱਡ। ਜਦੋਂ ਆਉਣਾ ਕਹਿ ਦੇਣਾ ਬਾਬਾ ਜੀ ਆਹ ਲਓ, ਤੁਸੀਂ ਜੋ ਦੇਣਾ ਦੇ ਦਿਓ। ਚਲੋ ਅਸੀਂ ਫਿਰ ਆਪਦੇ ਤੌਰ 'ਤੇ ਜਿੰਨਾ ਕੁ 'ਤੇ ਰੇਟ ਲਿਖਿਆ ਹੁੰਦਾ ਉਸ ਹਿਸਾਬ ਨਾਲ ਉਹਨਾਂ ਨੂੰ ਉਹ ਕਹਿੰਦੇ ਅੱਧ ਮੁੱਲ ਦੇ ਦਿਓ, ਅੱਧੇ ਦੇ ਦਿੰਦੇ ਹਨ। ਜਾਣੀ ਜਿਹੇ ਜਿਹੀ ਵੀ ਗੱਲ ਕਰਦੇ ਹਾਂ ਆਪਾਂ,
ਉਹ ਫਿਰ ਸਤਿਗੁਰੂ ਭੇਜਣੀ ਸ਼ੁਰੂ ਕਰ ਦਿੰਦੇ ਆ। ਇੱਕ ਗ੍ਰੰਥ ਸਾਡੇ ਕੋਲ ਇਹੋ ਜਿਹਾ ਆਇਆ, ਅਸੀਂ ਲਿਆ ਕੇ ਵੀ ਰੱਖ ਲਿਆ। ਸਾਡਾ ਇੱਕ ਸਿਸਟਮ ਬਣਾਇਆ ਵੀ ਜਿਹੜਾ ਗ੍ਰੰਥ ਇੱਥੇ ਰੱਖਿਆ ਉਹ ਰੋਜ਼ ਪੜ੍ਹਨਾ। ਮੈਂ ਉੱਥੇ ਵੀ ਰੱਖਤਾ। ਉਹ ਯਕੀਨ ਮੰਨਿਓ 4 ਸਾਲ ਉਹਨੂੰ ਹੱਥ ਲਾਉਣ ਦਾ ਟਾਈਮ ਨਹੀਂ ਮਿਲਿਆ। ਉੱਤੋਂ ਦੀ ਹੋਰ ਆ ਜਾ ਕਰੇ, ਰੋਜ਼ਾਨਾ ਕਿਸੇ ਪਾਸੋਂ ਕੋਈ ਹੋਰ ਆ ਜਾ ਕਰੇ। ਪੜ੍ਹਨ ਦੀ ਪਤਾ ਨਹੀਂ ਭੁੱਖ ਹੀ ਇੰਨੀ ਜ਼ਿਆਦਾ ਸੀ ਕਿ ਕੋਈ ਟਾਈਮ ਹੀ ਨਹੀਂ ਹੋਣਾ ਇਹੋ ਜਿਹਾ। ਆਪਦੀ ਕਿਰਿਆ ਸੋਧਣ ਤੋਂ ਇਲਾਵਾ ਬਾਕੀ ਹਰ ਵੇਲੇ ਉਹੀ ਚੱਲੀ ਜਾਣਾ, ਕਿਉਂਕਿ ਮਾਤਾ ਦੇ ਦਰ 'ਤੇ ਸੀ ਕਿ ਟਾਈਮ ਵਾਧੂ ਸੀ। ਉਹ ਸਫਲ ਹੀ ਕੀਤਾ ਇੱਕ ਤਰ੍ਹਾਂ। ਜੇ ਸਫ਼ਰ ਵੀ ਕਰਦੇ ਆ ਤਾਂ ਵੀ ਗੱਡੀ ਕੋਈ ਹੋਰ ਚਲਾਉਂਦਾ ਤਾਂ ਵੀ ਪੜ੍ਹਦੇ ਆ। ਇੰਨਾ ਸਾਰੇ ਹੈਰਾਨ ਹੁੰਦੇ ਸੀ ਵੀ ਯਾਰ ਇੰਨੀ ਤੜਪ ਕਾਹਦੀ ਹੈ, ਕਿਹਨੂੰ ਭਾਲਦਾ। ਮੈਂ ਕਿਹਾ ਪਤਾ ਨਹੀਂ, ਕੋਈ ਹੈ ਜਿਹੜਾ ਟੱਕਰੂਗਾ ਕਿਸੇ ਦਿਨ। ਜਿੰਨਾ ਚਿਰ ਟੱਕਰਿਆ ਨਹੀਂ ਪੜ੍ਹਨਾ, ਜੋ ਵੀ ਕਰਦੇ ਹੁੰਦੇ ਆਪਾਂ ਕਰਿਆ ਹੈ ਨਾ। ਮੇਰੇ ਯਾਦ ਆਇਆ ਕਿ ਉਹ ਗ੍ਰੰਥ ਨੂੰ ਜਿੱਦੇ ਮੈਂ ਚੱਕਿਆ, ਬਾਹਰ ਕੋਈ ਘਟਨਾਵਾਂ ਘਟੀਆਂ 2-3 ਇਸ ਤਰ੍ਹਾਂ ਦੀਆਂ ਕਿ ਜਿਨ੍ਹਾਂ ਨੇ ਬਿਲਕੁਲ, ਜਿਵੇਂ ਆਪਾਂ ਕਹਿੰਦੇ ਹੁੰਦੇ, ਇਨਸਾਨ ਨੂੰ ਤੋੜ ਕੇ ਰੱਖ ਜਾਂਦੀਆਂ। ਅਤੇ ਕਈ ਵਾਰ ਬੰਦਾ ਉਹੋ ਜਿਹੇ ਵੇਲੇ ਜੇ ਕਿਸੇ ਦੇ ਲੜ ਨਾ ਲੱਗਿਆ ਵਾ ਹੋਵੇ ਤਾਂ ਆਪਣੇ ਆਪੇ ਨੂੰ ਖਤਮ ਕਰ ਸਕਦਾ, ਆਤਮ ਹੱਤਿਆ ਕਰ ਜਾਂਦਾ ਬੰਦਾ। ਕਈ ਵਾਰੀ ਇਹੋ ਜਿਹੀ ਘੁੰਮਣ ਘੇਰੀ ਪੈਂਦੀ ਹੈ ਬੰਦੇ 'ਤੇ। ਪਰ ਉੱਧਰੋਂ ਘਟਨਾਵਾਂ ਘਟੀਆਂ ਅਤੇ ਉੱਧਰੋਂ ਜਦੋਂ ਹੀ ਆ ਕੇ ਬੈਠੇ ਆ ਆਪਦੇ ਆਸਣ 'ਤੇ, ਅੱਖਾਂ ਬੰਦ ਕਰੀਆਂ, ਫਲੈਸ਼ ਵੱਜੀ, ਉਹ ਗ੍ਰੰਥ ਦਾ ਕਵਰ ਦਿਸਿਆ ਉਤਲਾ। ਕਹਿੰਦੇ ਵੀ ਉਹ ਚੱਕ। ਮੈਂ ਚੱਕਿਆ। ਜਦੋਂ ਹੀ ਪੜ੍ਹਨਾ ਸ਼ੁਰੂ ਕੀਤਾ, ਤੁਸੀਂ ਯਕੀਨ ਮੰਨਿਓ ਕਿ ਜਿਵੇਂ ਸਿਰਫ ਮੇਰੇ ਇਕੱਲੇ ਲਈ ਲਿਖਿਆ ਹੁੰਦਾ। ਉਹ ਬਿਲਕੁਲ ਐਂ ਹੁੰਦਾ ਵੀ ਜਿਵੇਂ ਮੈਂ ਤੂੰ ਪੁੱਛ ਕੇ ਉਹ ਦੁੱਖ ਦਰਦ ਜੋ ਕੁਛ ਖਿੱਚਾਂ, ਉਹ ਚੀਜ਼ਾਂ, ਉਹ ਅਵਸਥਾਵਾਂ ਜਿਵੇਂ ਪੁੱਛ ਕੇ ਲਿਖੀਆਂ ਹੁੰਦੀਆਂ। ਬਸ ਫਿਰ ਜਦੋਂ ਤੋਂ ਪੜ੍ਹਨ ਬਹਿ ਕੇ, ਜਿੰਨਾ ਚਿਰ ਪੜ੍ਹਿਆ ਨਹੀਂ, ਉੱਠੇ ਨਹੀਂ ਹੈ, ਉੱਠਣ ਨੂੰ ਜੀਅ ਨਹੀਂ ਕੀਤਾ। ਸਭ ਕੁਛ ਘਟਨਾਵਾਂ ਨਾਲ ਦੀ ਨਾਲ ਘਟਦੀਆਂ ਗਈਆਂ। ਇਹੋ ਜਿਹਾ ਕੋਈ ਮੌਕਾ ਬਣਿਆ ਵਾ ਸੀ ਜਿਵੇਂ ਕੋਈ ਝਾੜੀ ਜਾਂਦਾ ਹੁੰਦਾ ਸਰੀਰ ਤੋਂ, ਸਭ ਕੁਛ ਆਤਮਾ ਤੋਂ ਐ ਕਲੀਨ ਕਰਦਾ ਜਾਂਦਾ ਹੁੰਦਾ। ਉਵੇਂ ਹੀ ਹੋਈ ਗਿਆ ਜਿਵੇਂ ਜਿਵੇਂ ਅਧਿਆਏ ਉਹਦੇ ਪੜ੍ਹੀ ਗਏ। ਜਦੋਂ ਉਹਨੂੰ ਉੱਠੇ ਫਿਰ ਹੌਲੇ ਫੁੱਲ ਵਰਗੇ ਉੱਠੇ। ਫਿਰ ਉਹਨੂੰ ਹਫ਼ਤੇ ਬਾਅਦ ਦੁਬਾਰੇ ਸ਼ੁਰੂ ਕੀਤਾ। ਫਿਰ ਥੋੜ੍ਹਾ ਥੋੜ੍ਹਾ ਪੜ੍ਹਿਆ। ਬਸ ਗੱਲਾਂ ਬਣਦੀਆਂ ਗਈਆਂ। ਕਿਤੇ ਕਿਤੇ ਦੀ ਸੈਟਿੰਗ ਹੋ ਜਾਂਦੀ ਹੈ, ਕਿਤੇ ਕਿਤੋਂ ਦੀ ਹੋ ਜਾਂਦੀ ਹੈ। ਸੈਟਿੰਗਾਂ ਸਤਿਗੁਰੂ ਕਰਦੇ ਆ ਬਈ, ਕਿਰਪਾ ਕਰਦੇ ਆ ਬਹੁਤ। ਜੁੜੇ ਰਹੋ, ਚੜ੍ਹਦੀ ਕਲਾ 'ਚ ਰਹੋ। ਸਤਿਗੁਰਾਂ ਦੀ ਬਹੁਤ ਰਹਿਮਤ ਆ ਸਭ 'ਤੇ ਹੀ। ਉਹਨੂੰ ਨਾਰਾਜ਼ਗੀ ਕਿਸੇ ਨਾਲ ਨਹੀਂ ਹੈ। ਜਿਹੜਾ ਸਾਨੂੰ ਆਹ ਸਿਖਾਇਆ ਜਾ ਰਿਹਾ ਨਾ, ਗੁਰੂ ਸਾਹਿਬ ਨਾਰਾਜ਼ ਹੋ ਜਾਣਗੇ, ਅਸੀਂ ਗੁਰੂ ਨੂੰ ਖੁਸ਼ ਕਰਨਾ ਹੈ। ਗੁਰੂ ਨਹੀਂ ਕਦੇ ਨਾਰਾਜ਼ ਹੁੰਦਾ। ਗੁਰੂ ਨੇ ਨਾਰਾਜ਼ ਹੋ ਕੇ ਕੀ ਲੈਣਾ ਵੀ। ਗੁਰੂ ਨੂੰ ਤਾਂ 1000 ਬੰਦਾ ਛੱਡ ਕੇ ਤੁਰ ਜੇ ਤਾਂ ਫਰਕ ਨਹੀਂ, 1000 ਵੱਧਦਾ ਜੇ ਤਾਂ ਫਰਕ ਨਹੀਂ। ਉਹਨੂੰ ਨਹੀਂ ਮਤਲਬ ਹੈ। ਇਹ ਸਾਡੀਆਂ ਸੋਚਾਂ, ਆਹ ਸੰਸਾਰਕ ਤੌਰ 'ਤੇ ਵੋਟਾਂ ਦੇ ਚੱਕਰ 'ਚ ਦੇਖਣ ਦੇ ਮਾਰਿਆਂ ਨੇ ਸਾਡੇ ਕੰਨੀ ਕਿੰਨੇ ਕੁ, ਉਹਦੇ ਕੰਨੀ ਕਿੰਨੇ ਕੁ, ਕਿਤੇ ਤੁਰਿਆ ਫਿਰੇ ਕੋਈ। ਗੁਰੂ ਨੂੰ ਕੋਈ ਮਤਲਬ ਨਹੀਂ ਹੈ। ਗੁਰੂ ਸਮਰੱਥ ਆ। ਗੁਰੂ ਦਾ ਇੱਕ ਇਸ਼ਾਰਾ ਵਾਧੂ ਆ। ਪਤਾ ਨਹੀਂ ਕਦੋਂ ਉਹਨੇ ਕਿਹਨੂੰ ਕਿਹਨੂੰ ਇੱਧਰ ਸੇਵਾਵਾਂ ਲਾ ਦੇਣੀਆਂ, ਅਤੇ ਅਸੀਂ ਲੱਗਦੀਆਂ ਦੇਣੇ ਆ ਨਾ। ਪਿਛਲੇ ਦਿਨਾਂ 'ਚ, ਪਿਛਲੇ ਸਮਿਆਂ 'ਚ ਅਸੀਂ ਦੇਖ ਰਹੇ ਹਾਂ ਜਿਹੜੀਆਂ ਸੇਵਾਵਾਂ ਜੀ ਤੋਂ ਲੈ ਰਹੇ ਆ, ਉਹ ਕਿੰਨੇ ਕੁ ਬਾਣੇ ਵਾਲੇ ਸੀਗੇ ਜਿਨ੍ਹਾਂ ਦੀ ਚੋਣ ਕੀਤੀ ਗੁਰੂ ਗੋਬਿੰਦ ਸਿੰਘ ਨੇ। ਬਸ ਦਿਲੀ ਪਿਆਰ ਦੀਆਂ ਖੇਡਾਂ ਇੱਥੋਂ ਖਿੱਚ ਪੈਂਦੀ ਹੈ, ਹੂਕ ਇੱਥੋਂ ਉੱਠਦੀ ਹੈ। ਨਹੀਂ ਤਾਂ ਬਾਹਰੀ ਪਹਿਰਾਵਾਂ 'ਚ ਉਲਝ ਕੇ ਰਹਿ ਜਾਈਦਾ ਜੇ ਅੰਦਰੋਂ ਹੂਕ ਨਾ ਉੱਠੇ। ਉਹਨੂੰ ਕੋਈ ਮਤਲਬ ਨਹੀਂ ਕਿਸੇ ਗੱਲ ਨਾਲ। ਉਹ ਆਪ ਬਾਲੀ ਹੈ ਦੀਨ ਦੁਨੀਆ ਦਾ। ਆਪਣੀ ਬੜਾਈ ਖਲਕਤ ਨੂੰ ਜਿਵੇਂ ਚਾਹੇ ਕਰ ਸਕਦਾ। ਸਾਨੂੰ ਤਾਂ ਬਾਣੀ ਇਸ ਕਰਕੇ ਦੇ ਕੇ ਗਏ ਆ ਕਿ ਸਾਨੂੰ ਨਹੀਂ ਪਤਾ ਹੈ ਕਿਹੜੇ ਰਸਤੇ ਤੁਰਨਾ, ਕਿਵੇਂ ਤੁਰਨਾ, ਕਿੱਧਰ ਜਾਣਾ। ਅਸੀਂ ਪੜ੍ਹੀਏ। ਸਾਰਿਆਂ ਤੋਂ ਪਹਿਲਾ ਕੰਮ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀਏ, ਫਿਰ ਅਰਦਾਸ ਕਰੀਏ ਕਿ ਇਹਦੇ ਅਰਥ ਵੀ ਬਖਸ਼ ਦਿਓ। ਤੁਹਾਨੂੰ ਆਪਣੇ ਆਪ ਪਤਾ ਲੱਗਣਗੇ ਜੇ ਇਹ ਸੱਚ ਹੈ। ਅੜੀ ਕਿਸੇ ਨਾਲ ਤੁਸੀਂ ਕਰ ਨਹੀਂ ਸਕਦੇ। ਜਾਂ ਮੈਂ ਅੱਜ ਕਹਾਂ ਵੀ ਆਹ ਗੱਲਾਂ ਆਈਆਂ, ਨਹੀਂ, ਮੈਨੂੰ ਸਰੇਆਮ ਪਤਾ ਕਿ ਆਉਣ ਵਾਲੇ 5 ਸਾਲਾਂ ਨੂੰ ਗੱਲ ਹੋਰ ਹੋਣੀ ਆ। ਅੱਜ ਤੋਂ 5 ਸਾਲ ਪਹਿਲਾਂ ਗੱਲ ਹੋਰ ਸੀ। ਉਹਦੇ ਲੈਵਲ ਹੈ, ਉਹ ਗੁਰੂ ਬਖਸ਼ਦਾ। ਤੁਸੀਂ ਜਿਹੇ ਜਿਹੇ ਹੈਗੇ ਹੋ, ਜਿੱਥੇ ਹੈਗੇ ਹੋ, ਤੁਹਾਨੂੰ ਕੇਰਾਂ ਤਾਂ ਉਹੀ ਅਰਥ ਦਿਸਣਗੇ। ਅਤੇ ਜਾਂ ਜਿਹੜੇ ਲਿਖੇ ਵੀ ਆ ਤੁਹਾਨੂੰ ਇੱਕ ਵਾਰੀ ਤਾਂ ਉਹੀ ਸਮਝ ਆਉਣਗੇ। ਜਦੋਂ ਤੁਹਾਡਾ ਖੁਦ ਦਾ ਦਿਵ ਦ੍ਰਿਸ਼ਟੀ ਖੁੱਲ੍ਹਣੀ ਆ, ਉਦੋਂ ਪਤਾ ਲੱਗਣਾ ਕਿ ਲਿਖਣ ਵਾਲੇ ਵਿਚਾਰੇ ਉਲਝੇ ਹੋਏ ਆ। ਉਹ ਨਹੀਂ ਉਵੇਂ ਲਿਖ ਸਕਦੇ। ਉਹ ਤਾਂ ਮੌਤ ਨੂੰ ਵੀ ਕਿਤੇ ਆਤਮਕ ਮੌਤ, ਕਦੇ ਕੁਛ, ਕਦੇ ਇਹੋ ਜਿਹੀਆਂ ਗੱਲਾਂ, ਕਦੇ ਮੌਤਾਂ ਹੁੰਦੀਆਂ। ਪਹਿਲੀ ਗੱਲ ਹੀ ਇਹ ਪਤਾ ਲੱਗਦੀ ਹੈ ਵੀ ਮੌਤ ਨਹੀਂ ਹੁੰਦੀ ਹੈ ਇੱਧਰ, ਹੋਰ ਗੱਲਾਂ ਤਾਂ ਬਾਅਦ ਦੀਆਂ। ਸਤਿਗੁਰੂ ਰਹਿਮਤ ਕਰਨ, ਕਿਰਪਾ ਕਰਨ। ਜਿਹੜਾ ਵੀ ਤੁਸੀਂ ਕੋਈ ਸੁਣ ਰਹੇ ਹੋ, ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਦਰਬਾਰ 'ਚ ਹਾਜ਼ਰੀਆਂ ਲਾਉਣ ਤੁਹਾਡੀਆਂ, ਤੁਹਾਨੂੰ ਬਖਸ਼ਿਸ਼ਾਂ ਕਰਨ। ਜਿਵੇਂ ਜਿਵੇਂ ਹੁਕਮ ਕਰਨਗੇ ਅੱਗੇ ਆਪਾਂ ਉਵੇਂ ਉਵੇਂ ਚੱਲਦੇ ਰਹਿਣਾ। ਜੁੜੇ ਰਹੋ। ਜਿਨ੍ਹਾਂ ਨਾਲ ਤੁਹਾਡਾ ਪਿਆਰ ਆ ਉਹਨਾਂ ਨੂੰ ਵੀ ਸੁਣਾਓ।
ਆਪਣੇ ਭੈਣਾਂ ਨੂੰ, ਭਾਈਆਂ ਨੂੰ, ਵੀਰਾਂ ਨੂੰ। ਗੁਰੂ ਦੀ ਬਾਣੀ ਹੈ, ਗੁਰੂ ਦੀ ਬਾਣੀ ਜਿੱਥੇ ਵੀ ਜਾਊਗੀ ਰੰਗ ਹੀ ਲਾਊਗੀ, ਰੰਗ ਹੀ ਲੱਗਣਗੇ। ਬੜੀਆਂ ਰਹਿਮਤਾਂ, ਕਿਰਪਾ। ਹਾਜ਼ਰੀਆਂ ਪ੍ਰਵਾਨ ਕਰਿਓ। ਅੱਜ ਲੇਟ ਹੋਏ ਆ ਥੋੜ੍ਹੇ ਬਾਹਰੀ ਕੰਮਾਂ 'ਚ। ਸਤਿਗੁਰੂ ਰਹਿਮਤ ਕਰਨ ਦਾਸ, ਤੁਹਾਡਾ ਆਪਣਾ ਮਾਂ ਦੇਸਾ ਨੰਦਨ ਜਸਵੀਰ ਸਿੰਘ, ਮੁੱਖ ਸੇਵਾਦਾਰ ਗੁਰਦੁਆਰਾ ਬੁਰਜ ਸਾਹਿਬ ਮਾਈ ਦੇਸਾ ਪਾਤਸ਼ਾਹੀ 10ਵੀਂ, ਪਿੰਡ ਚੱਕ ਫਤਿਹ ਸਿੰਘ ਵਾਲਾ, ਨੇੜੇ ਪੁੱਚੋ ਮੰਡੀ, ਜ਼ਿਲ੍ਹਾ ਬਠਿੰਡਾ, ਦੇਸ਼ ਪੰਜਾਬ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।